of all, thank you for coming, Ji. And as ਇਹ ਪਿਛਲੇ 3 ਹਫ਼ਤਿਆਂ ਤੋਂ ਜਿਹੜਾ ਟੌਪਿਕ ਚੱਲਦਾ ਪਿਆ ਹੈ ਅਕਾਲੀ ਲਹਿਰ ਦਾ ਗੁਰਦੁਆਰਾ ਸੁਧਾਰ ਮੂਵਮੈਂਟ ਜਿਹੜੀ ਸਿੰਘ ਸਭਾ ਮੂਵਮੈਂਟ ਦੀ ਲਹਿਰ ਦਾ ਜਿਹੜਾ ਸਿੱਖ ਇਤਿਹਾਸ ਦੇ I think is a very important part of Sikh history that what we went through, no less bloody than what we went through during the Mughal times. ਤੇ ਉਹਦੇ ਵਿੱਚ ਅਸੀਂ ਕਾਫੀ ਇਤਿਹਾਸ ਕਵਰ ਕੀਤਾ ਹੈ ਪਹਿਲੇ 1849 ਤੋਂ ਲੈ ਕੇ 1921-22 ਤੱਕ ਜਿਹਦੇ ਵਿੱਚ we covered the portion of the onslaught of the Christian missionaries ਦੇ onslaught ਹੋਇਆ ਪੰਜਾਬ ਵਿੱਚ ਆਰਿਆ ਸਮਾਜੀਆਂ ਦਾ ਹੋਇਆ ਬਹੁਤ ਵੱਡਾ ਤੇ ਉਹਨਾਂ ਦਾ ਲੀਡਰ ਦਇਆਨੰਦ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਖਿਲਾਫ ਵੀ ਬੜਾ ਲਿਖਿਆ ਉਸਨੇ ਬੜੇ ਬਹੁਤ ਅਪਸ਼ੁਕਨ ਬੜੇ ਮੂੰਹੋਂ ਇਹੋ ਜਿਹੇ ਬਚਨ ਕੱਢੇ ਮੂੰਹੋਂ ਮੇਰੀ ਜ਼ਬਾਨ ਨਹੀਂ ਕਹਿ ਸਕਦੀ ਉਹ ਤੁਸੀਂ ਆਪ ਪੜ੍ਹ ਸਕਦੇ ਹੋ ਤੇ ਉਸ ਵੇਲੇ ਜੋ ਫਿਰ ਵੱਡੇ ਲੀਡਰ ਜਿਹੜੇ ਪੈਦਾ ਹੋਏ ਸਿੱਖਾਂ ਵਿੱਚ ਜਿਨ੍ਹਾਂ ਨੇ ਇਸ ਚੀਜ਼ ਨੂੰ ਸੰਭਾਲਿਆ ਔਰ ਜਿਹੜੇ ਔਨਸਲਾਟ ਜਿਹੜਾ ਸ਼ੁਰੂ ਹੋਇਆ ਸੀ ਇਹਨਾਂ ਦਾ ਫਿਰ ਇਹ ਔਨਸਲਾਟ ਜਸਟ ਟੂ ਰਿਵਾਈਜ਼ ਐਵਰੀਥਿੰਗ ਕਿ ਇਹ ਔਨਸਲਾਟ ਸਿਰਫ ਇੱਕ ਫਰੰਟ ਤੇ ਨਹੀਂ ਸੀ ਸੈਵਰਲ ਫਰੰਟ ਤੇ ਸੀ ਇੱਕ ਤਰਫੋਂ ਆਰਿਆ ਸਮਾਜੀਆਂ ਦਾ ਔਨਸਲਾਟ ਸੀ ਕਿ ਜੀ ਅਸੀਂ ਛੋੜ ਦਿੱਤੇ ਮੂਰਤੀ ਪੂਜਾ ਅਸੀਂ ਇਹ ਛੋੜ ਦਿੱਤਾ ਤੁਸੀਂ ਸਾਡੇ ਨਾਲ ਰਲ ਜਾਓ ਅਸੀਂ ਤੁਹਾਡੇ ਵਰਗੇ ਆ ਇੱਕ ਔਨਸਲਾਟ ਸਨਾਤਨੀਆਂ ਦਾ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਮੂਰਤੀਆਂ ਨੂੰ ਐਸਟੈਬਲਿਸ਼ ਕਰ ਦਿੱਤਾ ਗਿਆ ਗ੍ਰੰਥੀਆਂ ਨੂੰ ਪੁਜਾਰੀ ਕਹਿਣ ਲੱਗ ਪਏ ਤਰ੍ਹਾਂ ਦੀਆਂ ਹੋਰ ਤਸੀਹੇ ਦੇ ਕੇ ਅੰਦਰ ਉਹਨਾਂ ਦੇ ਦਰਬਾਰ ਸਾਹਿਬ ਦਾ ਇੰਤਜ਼ਾਮ ਜਿਹੜਾ ਵੈ ਸਨਾਤਨੀਆਂ ਦੇ ਕੋਲ ਚਲਾ ਗਿਆ ਸਾਰਾ ਮਨੇ ਚਾਰੋਂ ਤਰਫ ਅਟੈਕ ਇਹਨਾਂ ਨੇ ਕੀਤਾ British government definitely was knee deep into this one they wanted this done and ਜਿੱਥੇ ਉਹਨਾਂ ਦਾ ਠੀਕ ਫਿਰ ਅੱਗੇ ਜਾ ਕੇ ਜਦੋਂ when they found out ਕਿ ਗੁਰਦੁਆਰੇ ਮਹੰਤਾਂ ਦੇ ਥੱਲੇ ਹਨ ਜਿਹੜੇ ਉਹ ਮਾਲਕ ਬਣ ਬੈਠੇ ਹਨ ਬਿਕਾਜ਼ ਜ਼ਮੀਨਾਂ ਲੱਗੀਆਂ ਹਨ ਗੁਰਦੁਆਰੇ ਨਾਲ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਲਗਾਈਆਂ ਸਨ ਤੇ ਉਹਦੇ ਵਜ੍ਹਾ ਦੇ ਨਾਲ ਉਹਨਾਂ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ so just imagine what we went through I think this was even worse than during the Mughal times in one way in Mughal times which ਮੁਗਲਾਂ ਨੇ ਹਿਸਟਰੀ ਤੁਸੀਂ ਪੜ੍ਹ ਕੇ ਦੇਖ ਲਵੋ ਔਰੰਗਜ਼ੇਬ ਦੇ ਟਾਈਮ ਵੀ ਹੋਰ ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਵੀ ਜ਼ਕਰੀਆ ਖਾਨ ਦੇ ਥੱਲੇ ਮੀਰ ਮਨੂ ਦੇ ਥੱਲੇ ਉਹਨਾਂ ਨੇ ਕਦੀ ਇੰਟੈਲੈਕਚੁਅਲੀ ਅਸੌਲਟ ਨਹੀਂ ਕੀਤਾ ਸਿੱਖੀਜ਼ਮ ਤੇ ਇਹ ਗੱਲ ਯਾਦ ਰੱਖਣਾ ਮੇਰੀ ਇਹ ਬਹੁਤ ਇੰਪੋਰਟੈਂਟ ਗੱਲ ਹੈ ਫਿਜ਼ੀਕਲ ਅਸੌਲਟ ਹੋਏ ਉਹਨਾਂ ਨੇ ਕਿਧਰੇ ਇਹ ਨਹੀਂ ਕਿਹਾ ਬਾਣੀ ਗਲਤ ਹੈ ਉਹਨਾਂ ਨੇ ਕਿਧਰੇ ਇਹ ਨਹੀਂ ਕਿਹਾ ਕਿ ਗੁਰੂਆਂ ਦੇ ਗੁਰੂ ਨਾਨਕ ਵਾਸ ਅ ਨਾਟ ਅ ਨਾਈਸ ਪਰਸਨ ਜਾਂ ਉਹਨਾਂ ਦੇ ਬਾਰੇ ਕੋਈ ਅਪਸ਼ਗੁਨ ਕਹੇ ਹੋਣ ਜਾਂ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸਾਰੀ ਬਾਣੀ ਗਲਤ ਹੈ ਜਾਂ ਇਹ ਪ੍ਰੂਵਨ ਨਹੀਂ ਹੈ ਇਹ ਵੇਦਾਂ ਦੀ ਕਾਪੀ ਹੈ ਇਹ ਸਭ ਚੀਜ਼ਾਂ ਉਹਨਾਂ ਨੇ ਕਦੀ ਨਹੀਂ ਕਹੀਆਂ ਮਾਈਂਡ ਗੇਮਸ ਨਹੀਂ ਖੇਲੀਆਂ ਉਹਨਾਂ ਨੇ ਠੀਕ ਹੈ ਜੀ they were protective of their own religion ਠੀਕ ਹੈ ਤਸੀਹੇ ਬੜੇ ਦਿੱਤੇ ਗਏ ਬਹੁਤ ਨੁਕਸਾਨ ਹੋਇਆ ਘੱਲੂ ਘਾਰਿਆਂ ਚੋਂ ਗੁਜ਼ਰੇ ਅਸੀਂ ਪਰ ਉਹਨਾਂ ਘੱਲੂ ਘਾਰਿਆਂ ਵਿੱਚੋਂ ਗੁਜ਼ਰ ਕੇ ਵੀ ਉਹਨਾਂ ਨੇ ਸਿੱਖ ਕੌਮ ਨੂੰ ਫਿਜ਼ੀਕਲੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂਟਲੀ ਉਹਨਾਂ ਨੇ ਕੋਈ ਅਟੈਕ ਨਹੀਂ ਕੀਤੇ ਇਸ ਸਿੱਖ ਕੌਮ ਦੇ ਉੱਤੇ ਹੁਣ ਜਿਹੜੇ ਅਟੈਕ ਹੋਏ ਹਨ 1849 ਤੋਂ ਬਾਅਦ ਇਹ ਸਾਰੇ ਇਹ ਮਾਈਂਡ ਗੇਮਸ ਹਨ ਸਾਰੀਆਂ ਤੁਹਾਡਾ ਧਰਮ ਹੈ ਹੀ ਨਹੀਂ ਸੇਮ ਹੋ ਅਸੀਂ ਵੀ ਨਹੀਂ ਮੂਰਤੀ ਪੂਜਾ ਕੇ ਤੁਸੀਂ ਵੀ ਆ ਜਾਓ ਸਨਾਤਨੀ ਹੋ ਸਾਰੇ ਉਹ ਪਿਛੋਕੜ ਸੇਮ ਹੈ ਗੁਰੂ ਨਾਨਕ ਹਿੰਦੂ ਸਨ ਸੋ ਇਹਦੇ ਉੱਤੇ ਫਿਰ ਇਸ ਅਟੈਕ ਦਾ ਜਵਾਬ ਜਿਹੜੇ ਹਨ ਮੈਂ ਦੋ ਪਰਸਨੈਲਿਟੀਜ਼ ਮੈਂ ਤੁਹਾਨੂੰ ਮੈਂਸ਼ਨ ਕੀਤਾ ਸੀ ਗਿਆਨੀ ਦਿੱਤ ਸਿੰਘ ਹੋਰੀ ਥੈਂਕ ਗॉड ਫॉर ਹਿਮ ਐਂਡ ਥੈਂਕ ਗॉड ਐਂਡ ਥੈਂਕ ਕਿ ਉਹ ਆਏ ਇਸ ਵੇਲੇ ਔਰ ਉਹਨਾਂ ਦੀ ਮਦਦ ਪ੍ਰੋਫੈਸਰ ਗੁਰਮੁਖ ਸਿੰਘ ਹੋਰੀ ਇਹ ਅਰਲੀ ਔਨ ਜਿਹੜੇ ਹੋਏ ਹਨ ਉਹਨਾਂ ਦੀ ਡੈਥ 1901 ਚ ਹੋਈ 1900 ਚ ਹੋਈ ਅੱਗੇ ਜਾ ਕੇ ਫਿਰ ਜੇ ਇਹ ਲਹਿਰ ਜਿਹੜੀ ਹੈ ਅੱਗੇ ਜਾ ਕੇ ਫਿਰ ਇਹ ਜਿਹੜੇ ਹੈ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਦੇ ਥੱਲੇ ਭਾਈ ਕਾਨ ਸਿੰਘ ਨਾਭਾ ਦੇ ਥੱਲੇ ਭਾਈ ਜੋਤ ਸਿੰਘਰਾਂ ਦੇ ਥੱਲੇ ਇਹ ਮੂਵਮੈਂਟ ਜਿਹੜੀ ਹੈ ਭਾਈ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਦੇ ਜਿਹੜੇ ਵੱਡੇ ਲੀਡਰ ਸਨ ਜਿਹੜੇ ਉਹਨਾਂ ਨੇ ਸੰਭਾਲੀ ਜਿਨ੍ਹਾਂ ਨੇ ਸਿੰਘ ਸਭਾ ਕਾਇਮ ਕੀਤੀਆਂ ਹਰ ਜਗ੍ਹਾ ਖਾਲਸਾ ਕਾਲਜ ਦੀ ਐਸਟੈਬਲਿਸ਼ਮੈਂਟ ਹੋਈ ਖਾਲਸਾ ਸਕੂਲ ਵੀ ਜਿਹੜੇ ਕਨਸੈਪਟ ਬਣਿਆ ਇਹਨਾਂ ਚੀਜ਼ਾਂ ਦਾ ਤੇ ਇਸ ਤੋਂ ਬਾਅਦ ਫਿਰ ਚੀਫ ਖਾਲਸਾ ਦੀਵਾਨ ਦੀ ਐਸਟੈਬਲਿਸ਼ਮੈਂਟ ਖਾਲਸਾ ਟਰੈਕ ਸੁਸਾਇਟੀ ਦੀ ਪੰਜ ਖਾਲਸਾ ਦੀਵਾਨ ਦੀ ਐਸਟੈਬਲਿਸ਼ਮੈਂਟ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਡਿਸਕਸ ਕਰ ਆਏ ਹਾਂ ਸਾਰੀਆਂ I hope no if anybody has questions you can ask me ਇਹ ਗੱਲਾਂ 1910 ਤੱਕ 1915 ਤੱਕ 1908 ਤੱਕ ਚੱਲੀਆਂ ਰਹੀਆਂ
ਉਸ ਤੋਂ ਬਾਅਦ ਫਿਰ ਜਲਿਆਂਵਾਲਾ ਬਾਗ ਵਾਲਾ ਇਨਸੀਡੈਂਟ ਹੋਇਆ 1919 ਵਿੱਚ I don't want to go through it again unless somebody has a question. ਉਸ ਤੋਂ ਬਾਅਦ ਫਿਰ ਗੁਰਦੁਆਰਾ ਸੁਧਾਰ ਮੂਵਮੈਂਟ ਤੇ ਚਲਾ ਗਿਆ ਸਾਰਾ ਕੰਮ। ਮਹੰਤਾਂ ਨੇ ਅੰਗਰੇਜ਼ ਸਰਕਾਰ ਦੀ ਹਿਮਾਇਤ ਕੀਤੀ, ਉਹਨਾਂ ਨੇ ਵੀ ਇਹਨਾਂ ਦੀ ਹੈਲਪ ਕਰਨੀ ਸ਼ੁਰੂ ਕੀਤੀ। ਪਹਿਲੇ ਗੁਰੂ ਕਾ ਬਾਬੇ ਕੀ ਬੇਰ ਸਿਆਲਕੋਟ ਗੁਰਦੁਆਰਾ ਆਜ਼ਾਦ ਹੋਇਆ, ਫਿਰ ਪੰਜਾ ਸਾਹਿਬ ਦੇ ਵਾਰੀ ਆਈ। ਉਸ ਤੋਂ ਬਾਅਦ ਕਰਦਿਆਂ ਕਰਿਆ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਜਿਹਦੇ ਵਿੱਚ ਵੀ ਡਿਸਕਸਡ ਇਨ ਡੈਪਥ ਲਾਸਟ ਟਾਈਮ। ਉਹਨਾਂ ਸ਼ਹੀਦੀਆਂ ਤੋਂ ਬਾਅਦ ਇਫ ਦੈਟ ਵਾਸ ਨਾਟ ਇਨਫ, ਦਰਬਾਰ ਸਾਹਿਬ ਦੀਆਂ ਚਾਬੀਆਂ ਚੁੱਕ ਕੇ ਲੈ ਗਏ ਤੋਸ਼ੇਖਾਨੇ ਦੀਆਂ ਅੰਗਰੇਜ਼। ਉੱਥੇ ਫਿਰ ਮੋਰਚਾ ਚਾਬੀਆਂ ਦਾ ਲੱਗਿਆ, ਵਿਚ ਵੀ ਡਿਸਕਸਡ, ਉਹ ਵੀ ਬੜਾ ਭਾਰੀ ਮੋਰਚਾ ਸੀ, ਬੜਾ ਟਾਈਮ ਲੱਗਿਆ। ਧੰਨ ਸਨ ਗੁਰਸਿੱਖ ਜਿਨ੍ਹਾਂ ਨੇ ਇਤਨੀਆਂ ਕੁਰਬਾਨੀਆਂ ਕਰਕੇ ਉਹਨਾਂ ਚਾਬੀਆਂ ਨੂੰ ਵਾਪਸ, ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਹਨ, ਬਾਬਾ ਖੜਕ ਸਿੰਘ ਹੋਰੀ ਹੈਡ ਸਨ ਉਸ ਵੇਲੇ ਅਕਾਲੀਆਂ ਦੇ, ਉਹਨਾਂ ਨੂੰ ਜਾ ਕੇ ਚਾਬੀਆਂ ਵਾਪਸ ਕੀਤੀਆਂ। ਸੋ ਇਹ ਚਾਬੀਆਂ ਦੇ ਮੋਰਚਾ ਲੱਗਣ ਤੋਂ ਬਾਅਦ ਅਗਲਾ ਮੋਰਚਾ ਜਿਹੜਾ ਹੈ, ਵੱਡਾ ਮੋਰਚਾ ਜਿਹੜਾ ਲੱਗਿਆ ਹੈ, ਜਿਹੜਾ ਅੱਜ ਡਿਸਕਸ਼ਨ ਜਿਹੜੀ ਕਰਨੀ ਹੈ, ਉਹ ਗੁਰੂ ਕੇ ਬਾਗ ਦੀ ਮੋਰਚੇ ਦੀ ਹੈ। ਐਂਡ I'll stop for a second and see if anybody has any questions up to this point of the ਚਾਬੀਆਂ ਦੇ, ਜਦੋਂ ਚਾਬੀਆਂ ਤੋਸ਼ੇਖਾਨੇ ਪਹੁੰਚੀਆਂ ਵਾਪਸ, ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਮੋਰਚਾ ਲੱਗਿਆ ਹੈ ਉਹਦੇ ਬਾਰੇ ਅੱਜ ਡਿਸਕਸ ਕਰਨਾ ਹੈ। So if anybody has any questions, I'm going to wait for a couple of seconds, otherwise I'll continue to speak. Vijay, I just want to comment, like jo Jallianwala Bagh which British, like no apology could repair our hearts, पर एक woman MP हैगी है सरदारनी, उसने बड़ी मूवमेंट शुरू की थी से yeah last year the British government apologized, which is I know nothing can repair it. And the other thing I wanted to say ki to see last week ਵੀ ਕਿਹਾ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਡਾਟਰ ਇੱਕ ਲਾਹੌਰ ਸੀ, ਔਰ ਇੱਕ ਉਹਨਾਂ ਦੀ ਡਾਟਰ, ਉਸਦਾ ਨਾਮ ਸੋਫੀਆ ਹੈ, ਪਤਾ ਨਹੀਂ। That is right. That's which she participated in big time in the suffrage movement. ਉਹਨਾਂ ਨੇ ਬਹੁਤ ਵੱਡਾ ਹਿੱਸਾ suffrage movement ਚ ਲਿੱਤਾ। And she started the first core organization in the Gurdwara, ਜੋ London Central Gurdwara ਵਿੱਚ ਹੈ। Right. She was the first person who started a women organization. But ਉਹਨੇ ਕਨਵਰਟ ਨਹੀਂ ਕੀਤਾ ਆਪਣੇ ਆਪ ਨੂੰ। So ਉਹ ਅਗਰ ਸੱਚ ਹੁੰਦਾ ਉਹਦੇ ਮਨ ਕਰਦੀ ਤੇ ਆਪਣਾ ਫੇਥ ਜਵਾਬ ਮਾਰੇ। ਦਲੀਪ ਸਿੰਘ ਹੋਰੀਆਂ ਨੇ ਦੁਬਾਰਾ ਅੰਮ੍ਰਿਤ ਛਕਿਆ। I just want to share that with everybody. ਉਹਨਾਂ ਨੇ ਅੰਮ੍ਰਿਤ ਦੁਬਾਰਾ ਛਕਿਆ, ਦਸਤਾਰ ਸਜਾਈ ਸਿਰ ਦੇ ਉੱਤੇ and everything, ਪਰ ਉਹਨਾਂ ਦੀ ਡਾਟਰਸ ਨੇ ਫੇਥ ਨੂੰ ਐਕਸੈਪਟ ਨਹੀਂ ਕੀਤਾ। ਬਟ ਸੋਫੀਆ ਐਂਡ ਬੰਬਾ, ਦੋ ਜਿਹੜੀਆਂ ਡਾਟਰ, ਇਹ ਲਾਹੌਰ ਆ ਗਈ ਤੇ ਬਾਅਦ ਜਦੋਂ ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਵੀ ਜਾ ਕੇ ਉਹਨੇ ਤਕਰੀਰ ਦਿੱਤੀ, ਉਸਨੇ ਜਾ ਕੇ ਉੱਥੇ ਸਪੀਚ ਦਿੱਤੀ ਉਸਨੇ। ਤੇ 1957 ਵਿੱਚ she died in Lahore and no big Sikh leader really went there from, ਸਾਡੇ ਚੋਂ ਕੋਈ ਨਹੀਂ ਗਿਆ ਉੱਥੇ ਉਹਦੀ ਕਰਦੇ ਉੱਤੇ, ਕਿਉਂਕਿ ਉਹਨੇ ਕਨਵਰਟ ਨਹੀਂ ਕੀਤਾ। ਉਹਦੀ ਈਵਨ ਜਿਹੜੀ ceremony end ਵਿੱਚ ਵੀ ਸਾਰੀ Christian ceremony ਸੀ ਸਾਰੀ। But anyway, that ਤੁਸੀਂ ਕਦੇ ਕੋਈ ਵੀ ਲੰਡਨ ਜਾਓ, before you go to Buckingham Palace, go to Central Gurdwara in London. ਉਸ ਵਿੱਚ ਇੰਨੀ ਹਿਸਟਰੀ ਹੈਗੀ ਹੈ। ਜੋ ਉਦਮ ਸਿੰਘ ਹੈਗਾ, he used to come there. That's right. He's doing seva, ਪ੍ਰਸ਼ਾਦਿਆਂ ਦੀ ਸੇਵਾ। That's right. That is right. If you ever, and it's very easily accessible, and you feel so proud कि few miles from Buckingham Palace you have this Mahan Gurdwara. So if you ever go there, we will definitely, absolutely. Thank you for sharing that. Thank you for sharing that. Anybody else has any questions before I move on? So Guru Ka Bagh da morcha 19 August 1922 which lagya. So just to let you know a little bit background on the Gurdwara. I don't know if some people have visited the Gurdwara Guru Ka Bagh in Amritsar or not. ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਹੈ, ਕੋਈ ਬਹੁਤ ਦੂਰ ਨਹੀਂ ਹੈ। ਹੁਣ ਤੇ ਸ਼ਹਿਰ ਦੇ ਅੰਦਰ ਹੀ ਮੰਨਿਆ ਜਾਂਦਾ। ਉਸ ਵੇਲੇ 1920-22 ਵਿੱਚ ਸ਼ਹਿਰ ਦੀਆਂ ਹੱਦਾਂ ਛੋਟੀਆਂ ਸਨ ਤੇ ਸ਼ਹਿਰ ਤੋਂ ਬਾਹਰ ਮੰਨਿਆ ਜਾਂਦਾ ਸੀ। ਅਜਨਾਲੇ ਦੇ ਕੋਲ ਜਗ੍ਹਾ ਹੈ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਸਥਾਨ ਹੈ ਗੁਰੂ ਕਾ ਬਾਗ। ਨਾ ਗੁਰੂ ਕਾ ਬਾਗ ਇਸ ਵਾਸਤੇ ਹੈ ਕਿਉਂਕਿ ਜਿਹੜਾ ਸਥਾਨ ਸੀ ਅੰਦਰ, ਜਿਹੜਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਉਹ ਸਥਾਨ ਛੋਟਾ ਸੀ ਬੜਾ। ਆਸ-ਪਾਸ ਜ਼ਮੀਨਾਂ ਬਹੁਤ ਜ਼ਿਆਦਾ ਸਨ, ਬਾਗ ਸਨ ਬੜੇ।
ਤੇ ਉਹਨਾਂ ਬਾਗ ਵਿੱਚੋਂ ਜਿਹੜੀ ਲੰਗਰ ਦੇ ਵਾਸਤੇ ਜਿਹੜੀ ਫਾਇਰਵੁੱਡ ਹੁੰਦੀ ਸੀ ਉਹ ਸਿੱਖ ਲੈਣ ਜਾਂਦੇ ਸਨ ਬੜੀ ਵਾਰੀ ਕੱਟਣ ਵਾਸਤੇ, ਕਿਉਂਕਿ ਉਹਨਾਂ ਦਿਨਾਂ ਵਿੱਚ ਗੈਸ ਦੇ ਸਟੋਵ ਨਹੀਂ ਹੁੰਦੇ ਸਨ, ਲੋਕ ਲੱਕੜ ਬਾਂਦੇ ਸਨ ਜਦੋਂ ਲੰਗਰ ਪੱਕਦਾ ਸੀ ਸਾਰਾ ਹਰਿਮੰਦਰ ਸਾਹਿਬ। ਤੇ ਬੜੀ ਕਾਮਨ ਪ੍ਰਥਾ ਸੀ ਕਿ ਸਿੱਖ ਜਥੇ ਜਾਂਦੇ ਸਨ ਗੁਰੂ ਕਾ ਬਾਗ ਤੇ ਉਹਦੇ ਚੋਂ ਉਹਨਾਂ ਦੇ ਬਾਗ ਵਿੱਚੋਂ ਜਿਹੜੇ ਫਾਇਰਵੁੱਡ ਕੱਟ ਕੇ ਲੈ ਕੇ ਆਣੀ ਤੇ ਲੰਗਰ ਦੀ ਸੇਵਾ ਕਰਨੀ। ਮਹੰਤ ਉੱਥੇ ਦੇ ਉਦਾਸੀਨ ਮਹੰਤ ਸਨ। ਸੁੰਦਰਦਾਸ, I don't think so he had any relation with the Narayan Das in Nankana Sahib. Maybe they were related, I don't know, I don't think so. Das ਸੀ ਦੋਨਾਂ ਦਾ ਨਾਂ। ਤੇ ਉਦਾਸੀਨ ਸੰਤਾਂ ਵਿੱਚ ਕਾਮਨ ਸੀ ਲਾਸਟ ਨੇਮ ਹੈ ਦਾਸ, ਬੜਾ ਕਾਮਨ ਹੁੰਦਾ ਸੀ ਉਹਨਾਂ ਦਿਨਾਂ ਵਿੱਚ। ਤੇ ਇਹਨੇ ਜਦੋਂ ਦੇਖਿਆ 1918 1920 ਵਿੱਚ ਕਿ ਇਹ ਲਹਿਰ ਚੱਲੀ ਹੋਈ ਹੈ ਬੜੀ, ਸੋ ਹੀ ਡਿਸਾਈਡਡ ਕਿ ਮੈਂ ਅਕਾਲੀਆਂ ਨਾਲ ਮਿਲ ਜਾਣਾ, ਇਹਨਾਂ ਨਾਲ ਸਿੱਖਾਂ ਨਾਲ, ਤੇ ਇਹਨੇ ਅੰਮ੍ਰਿਤ ਛਕ ਲਿੱਤਾ। ਤੇ ਯੂ ਵਿਲ ਬੀ ਸਰਪ੍ਰਾਈਜ਼ ਕਿ 1921 ਜਨਵਰੀ ਵਿੱਚ ਇਹਨੇ ਅੰਮ੍ਰਿਤ ਛਕਿਆ ਤੇ ਇਹਨੇ ਡਿਕਲੇਅਰ ਕਰਤਾ ਕਿ ਜੀ ਗੁਰਦੁਆਰਾ ਜਿਹੜਾ ਵੈ ਮੈਂ ਹੁਣੇ ਹੀ with you guys don't have to struggle, I give my gurdwara away under the control of the ਸਿੱਖਾਂ ਨੂੰ ਮੈਂ ਗੁਰਦੁਆਰਾ ਦੇ ਤਾ, ਤੁਸੀਂ ਆਪਣੀ ਮਰਿਆਦਾ ਜਿਸ ਤਰ੍ਹਾਂ ਚਲਾਣੀ ਹੈ ਚਲਾਓ। ਲੇਕਿਨ ਇੱਕ ਸਾਲ ਬਾਅਦ ਜਦੋਂ ਦੇਖਿਆ ਕਿ ਬ੍ਰਿਟਿਸ਼ ਗਵਰਨਮੈਂਟ is supporting all the mahants, they are totally behind them, they wanted to, ਉਹਨੇ ਆਪਣੀ ਮਾਈਲੇਜ ਪੂਰੀ ਐਕਸਟ੍ਰੈਕਟ ਕੀਤੀ ਤੇ he changed his mind ਇੱਕ ਸਾਲ ਬਾਅਦ ਕਿ ਨਹੀਂ I retract what I said, you know, ਮੈਂ ਨਹੀਂ ਮੰਨਦਾ ਹੁਣ ਕਿਸੇ ਗੱਲ। ਤੇ ਸਿੱਖ ਜੰਗਲ ਵਿੱਚ ਲੱਕੜੀ ਕੱਟਣ, ਬਾਗ ਵਿੱਚ ਲੱਕੜੀ ਕੱਟਣ ਜਾਂਦੇ ਸਨ ਤੇ ਹਮੇਸ਼ਾ ਕੱਟਦੇ ਆਏ ਸਨ। ਤੇ ਇੱਕ ਵਾਰੀ ਅਗਸਤ 8 ਨੂੰ ਇਹ ਸ਼ੁਰੂ ਹੋਇਆ ਕੰਮ, 8 ਅਗਸਤ 1922 ਡੇਟ ਜਿਹੜੀ ਲਿਖੀ ਮਿਲਦੀ ਹੈ ਹਰ ਜਗ੍ਹਾ। ਉਸ ਡੇਟ ਨੂੰ ਸਿੱਖਾਂ ਦਾ ਜਥਾ ਗਿਆ ਜਦੋਂ ਉੱਥੇ, ਤੇ ਇਹਨੇ ਕੱਟਣ ਦਿੱਤੀਆਂ, ਇਹਨੇ ਕੁਝ ਕਿਹਾ ਨਹੀਂ ਮਹੰਤ ਨੇ, ਲੇਕਿਨ as soon as they left though they reported this to the police and the police got involved and ਇਹਨਾਂ ਨੇ ਜਿਹੜੇ 8 ਬੰਦੇ ਜਿਹੜੇ ਕੱਟਣ ਆਏ ਸਨ, ਇਹਨਾਂ 8 ਨੂੰ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ, you know, ਨਾਲ। ਤੇ ਜਦੋਂ ਇਹ 8 ਜਦੋਂ ਹੋਏ, ਜਦੋਂ ਇਹ ਅਗਸਤ 8 ਨੂੰ ਅਫੀਸ਼ੀਅਲੀ ਜਦੋਂ ਇਹ ਕੰਮ ਸ਼ੁਰੂ ਹੋਇਆ ਤੇ ਪੰਥ ਵਿੱਚ ਬੜਾ ਰੋਲਾ ਪਿਆ ਬੜਾ। ਅਗਲੇ ਦਿਨ ਅਕਾਲ ਤਖਤ ਸਾਹਿਬ ਮੀਟਿੰਗ ਹੋਈ ਕਿ ਇਹ ਕੀ ਹੋ ਰਿਹਾ ਕਾਣਾ, ਬੜਿਆਂ ਅਪੀਲਾਂ ਭੇਜੀਆਂ ਕੀਆਂ ਬ੍ਰਿਟਿਸ਼ ਸਰਕਾਰ ਨੂੰ ਵੀ ਇਹ ਗਲਤ ਗੱਲ ਹੈ, ਗੱਲ ਨਾ ਕਰੋ। ਗੁਰੂ ਕਾ ਬਾਗ ਸਾਡਾ ਗੁਰੂਆਂ ਦੀ ਚਰਨ ਛੋਹ ਸਥਾਨ ਹੈ, ਸਿੱਖਾਂ ਦੇ ਧਰਮਾਂ ਦੇ ਮਸਲ ਵਿੱਚ ਤੁਸੀਂ ਨਾ ਦਖਲਅੰਦਾਜ਼ੀ ਦਿਓ ਆਪਣੀ। We have run this place the way we want to run it, let us run our own religious places। ਤੁਸੀਂ ਪਹਿਲੇ ਨਨਕਾਣੇ ਚ ਇੰਨੀ ਪ੍ਰੋਬਲਮ ਕ੍ਰੀਏਟ ਕੀਤੀ ਹੈ, ਚਾਬੀਆਂ ਚੁੱਕ ਕੇ ਲੈ ਗਏ, ਹੁਣ ਵਾਪਸ ਕੀਤੀਆਂ। ਗੁਰੂ ਕੇ ਬਾਗ ਗੁਰਦੁਆਰੇ ਵਿੱਚ ਤੁਸੀਂ ਦਖਲ ਨਾ ਦਿਓ। ਅਪੀਲਸ ਬੜੀਆਂ ਹੋਈਆਂ, ਮੰਨੀਆਂ ਨਹੀਂ ਗਈਆਂ ਜੀ। ਬੜੀ ਵਾਰੀ ਗਏ ਮਨਾਉਣ ਵਾਸਤੇ, ਲੋਕਾਂ ਨੂੰ ਵਿੱਚ ਪਵਾਇਆ ਵੀ ਕਿਸੇ ਵੀ ਤਰੀਕੇ ਨਾਲ ਇਹ ਪੀਸਫੁਲੀ ਸੈਟਲ ਹੋ ਜਾਏ ਸਾਰਾ ਕੁਝ, ਲੇਕਿਨ ਹੋਇਆ ਨਹੀਂ। ਨਾ ਹੋਇਆ ਜਦੋਂ, ਤੇ ਫਿਰ ਗੁਰਮਤਾ ਪਾਸ ਹੋਇਆ ਅਕਾਲ ਤਖਤ ਸਾਹਿਬ ਕਿ ਗੁਰੂ ਕਾ ਬਾਗ ਮੋਰਚਾ ਲੱਗੇਗਾ, ਸੰਗਤਾਂ ਆਵਣਗੀਆਂ ਇੱਥੇ ਤੇ ਇੱਥੇ ਆ ਕੇ ਅਰਦਾਸ ਹੋਏਗੀ ਅਕਾਲ ਤਖਤ ਸਾਹਿਬ ਸਾਹਮਣੇ। ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਣ ਤੋਂ ਬਾਅਦ ਜਥੇ ਜਿਹੜੇ ਹਨ, ਜਿਹੜੇ ਸ਼ਹੀਦੀ ਜਥੇ ਜਿਹੜੇ ਹਨ, ਇਹ ਗੁਰੂ ਕਾ ਬਾਗ ਜਾਣਗੇ ਤੇ ਗੁਰੂ ਕਾ ਬਾਗ ਜਾ ਕੇ ਉੱਥੇ ਲੱਕੜ ਕੱਟਣਗੇ, ਜਿਸ ਤਰ੍ਹਾਂ ਅਸੀਂ ਹਮੇਸ਼ਾ ਕੱਟਦੇ ਆਏ। ਤੇ ਕਈ ਵਾਰੀ ਉਹ ਹਿਸਟੋਰੀਕਲ ਫੈਕਟ ਥੋੜੇ ਡਿਸਟੋਰਟ ਹੋ ਜਾਂਦੇ ਨੇ, ਬਟ what you will see ਕਿ 23 ਅਗਸਤ ਨੂੰ 22 ਜਾਂ 23 ਅਗਸਤ ਨੂੰ, ਮਨੇ which is about 10 or 12 days after the incident, ਇਹਨਾਂ ਨੇ ਜੀ ਦਰਬਾਰ ਅਕਾਲ ਤਖਤ ਸਾਹਿਬ ਗੁਰਮਤਾ ਪਾਸ ਹੋਇਆ, ਹੋਣੀ ਸ਼ੁਰੂ ਹੋ ਗਈ। and I don't have time, but if you want to look at it though, I looked at it yesterday. You know, there's a copy of the Ardas available on, you know, on in certain books though. If somebody really wants to read it, I can read it though। ਜਦੋਂ ਕਿਸ ਤਰ੍ਹਾਂ ਦੀ ਅਰਦਾਸ ਹੁੰਦੀ ਸੀ ਅਕਾਲ ਤਖਤ ਸਾਹਿਬ ਨੇ, ਜਦੋਂ ਕਿ ਮਹਾਰਾਜ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਕੀ ਅਰਦਾਸ ਕੀਤੀ ਜਾਂਦੀ ਸੀ ਕਿ ਇਹ ਗੁਰੂ ਕੇ ਸਿੱਖ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਨ, ਇਹਨਾਂ ਨੂੰ ਆਪਣੇ ਅੰਗ ਸੰਗ ਰੱਖੋ, ਆਪਣੇ ਨਾਲ ਇਹਨਾਂ ਨੂੰ ਆਪਣੀ ਸ਼ਕਤੀ ਇਹਨਾਂ ਨੂੰ ਦਿਓ। ਇਹ ਸ਼ਕਤੀ ਦਿਓ ਕਿ ਇਹ ਲੜਨ ਵਾਸਤੇ ਨਹੀਂ, ਇਹ ਦੂਸਰੀ ਲੜਨ ਵਾਸਤੇ ਜਾ ਰਹੇ ਹਨ ਕਿ ਇਹ ਹੱਥ ਨਾ ਚੁੱਕਣ ਕਿਸੇ ਅੱਗੇ, ਜੋ ਮਰਜ਼ੀ ਇਹਨਾਂ ਨਾਲ ਹੋਏ, ਲੇਕਿਨ ਇਹ ਵਾਪਸ ਨਾ ਆਵਣ ਜਦ ਤੱਕ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਜਾਵਣ। ਸੋ ਇਹੋ ਜਿਹੀ ਅਰਦਾਸਾਂ ਉਸ ਵੇਲੇ, ਹੁਣ ਬਹੁਤ ਮੁਸ਼ਕਿਲ ਹੈ
ਉਹ ਜਜ਼ਬਾ ਹੁਣ ਸਿੱਖਾਂ 'ਚ ਉਹ ਬੜਾ ਮੁਸ਼ਕਿਲ ਹੈ ਹੁਣ ਕਿ I don't know how many of us will encourage our 20 years old to go and get brutally beaten up or arrested, you know. I don't think so. We have the, I don't think so. इतनी mental strength है जो उस वाले सी लोगां च धन सन उस वाले दे गुरसिख मैं अरदास मैं कल पढ़ी जो दोबारा तो मैं रोना आ गया पढ़ के मैनू अरदास कि मैं कि देखो क्यों जी अरदास है कोई नहीं करेगा जी अरदास हूं इस वेले गुरमता पास होया 66 बंदियां दा जत्था जड़ा है वो गुरु का बाग की तरफ दाखिल होए गुरु का बाग जो पहुंचे जो ते उत्थे जो पहुंचे उत्थे ते इक्को ही चीज का नारा लगांदे सन सिर्फ वाहिगुरु सतनाम या सिर्फ सतनाम सतनाम या वाहिगुरु वाहिगुरु और कोई चीज कहनी अलाउड नहीं सी कोई इंकलाब जिंदाबाद नहीं कोई ब्रिटिश गवर्नमेंट के खिलाफ कोई नारे नहीं कोई किसी पोलिटिकल पार्टी के नारे नहीं कोई कुछ नहीं नारे एक ही होंदा सी जवाब सिर्फ वाहिगुरु वाहिगुरु कहना है तुसी या सतनाम सतनाम कहना है आगे जाके ये जो जत्था पहुंचिया 66 लोगों का ते पुलिस रेडी सी पता सी उन्होंने सब की हो रहा है By the way, the British government and even now the Indian government, every government has the same story. They have spies everywhere. You know that. You know, we all know that. Har gurdware vich spies and har jagah unhone apne bande chhode hunde. The British government knew every single move what was going on. A 66 ਦਾ ਜੱਥਾ ਜਦੋਂ ਗੁਰੂ ਕਾ ਬਾਗ ਪਹੁੰਚਿਆ ਤੇ ਇਹ 66 ਬੰਦਿਆਂ ਨੂੰ ਫੌਰਨ ਗ੍ਰਿਫਤਾਰ ਕਰ ਲਿੱਤਾ ਗਿਆ ਸਾਰਿਆਂ ਨੂੰ and they were put in police ਜਿਹੜੀਆਂ ਗੱਡੀਆਂ ਹੁੰਦੀਆਂ ਸਨ ਉਸ ਵੇਲੇ ਵੈਨਸ ਹੁੰਦੀਆਂ ਸਨ and they were arrested and they were brought back ਤੇ ਉਹਨਾਂ ਦਿਨਾਂ ਵਿੱਚ ਫਿਰ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਇਹਨਾਂ ਨੇ ਦੇਖਿਆ ਕਿ ਇਹ ਬੰਦੇ ਅਗਲੇ ਦਿਨ ਫਿਰ 24 ਅਗਸਤ ਨੂੰ ਐਗਜ਼ੈਕਟ ਨੰਬਰ ਨਹੀਂ ਮਿਲਦਾ ਕਿਤਨਿਆਂ ਦਾ ਜੱਥਾ ਤਿਆਰ ਹੋਇਆ 25-30 ਬੰਦਿਆਂ ਦਾ ਜੱਥਾ ਤਿਆਰ ਹੋਇਆ ਸਿੱਖਾਂ ਦਾ ਤੇ ਇਹਨਾਂ ਵਿੱਚੋਂ ਹੁਣ ਤੇ ਨਹੀਂ ਪਰ ਅੱਗੇ ਜਾ ਕੇ ਜੈਤੋ ਦੇ ਗੰਗਸਰ ਦੇ ਮੋਰਚੇ ਵਿੱਚ ਵੀ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ women also were there not just male nahi san khali just want to make sure everybody gets that part you know ਉਹਨਾਂ ਬਹਿਰਾਮੀਆਂ ਨੇ ਕਿਸੇ ਦੇ ਜੈਂਡਰ ਨੂੰ ਦੇਖਿਆ ਨਹੀਂ when they used to hit them you know they didn't care about the gender of the person or how old or how young it is you know ਤੇ ਇਹ ਦੂਸਰਾ ਜੱਥਾ ਵੀ ਜਦੋਂ ਗ੍ਰਿਫਤਾਰ ਹੋ ਗਿਆ ਤੇ ਅਗਲੇ ਦਿਨ 25 ਅਗਸਤ ਨੂੰ ਮੱਸਿਆ ਸੀ ਹੁਣ ਅੱਜ ਕੱਲ ਬੜੀਆਂ ਕੰਟਰੋਵਰਸੀ ਨੇ ਜੀ ਸੰਗਰਾਂਦ ਨਹੀਂ ਮਨਾਣੇ ਤੇ ਮਸਿਆ ਨਹੀਂ ਮਨਾਣੀ ਪਰ ਉਹਨਾਂ ਦਿਨਾਂ ਵਿੱਚ ਇਹ ਚੀਜ਼ਾਂ ਨਹੀਂ ਸਨ ਮਨਾਉਂਦੇ ਹੁੰਦੇ ਸਨ ਲੋਕ ਹੁਣ ਵੀ ਤਰਨਤਾਰਨ ਸਾਹਿਬ ਮਸਿਆ ਵਾਲੇ ਦਿਨ ਖੀਰ ਤਿਆਰ ਕੀਤੀ ਜਾਂਦੀ ਹੈ ਐਂਡ ਐਵਰੀਥਿੰਗ ਪੁਰਾਤਨ ਰਵਾਤਾਂ ਹਨ ਸਾਰੀਆਂ I don't want to go into ਕਿ I don't agree with that or disagree with that ਤੇ ਮਸਿਆ ਵਾਲੇ ਦਿਨ ਦੀਵਾਨ ਜਿਹੜਾ ਗੁਰੂ ਕਾ ਬਾਗ ਲੱਗਦਾ ਸੀ ਗੁਰੂ ਕਾ ਬਾਗ ਦੀਵਾਨ ਲੱਗਿਆ ਬਾਹਰ ਤੇ ਜਦੋਂ ਕੀਰਤਨ ਹੋ ਰਿਹਾ ਸੀ ਮਹਾਰਾਜ ਦੇ ਤਾਬੇ ਬੈਠੇ ਸਨ ਗ੍ਰੰਥੀ ਸਾਹਿਬ ਤੇ ਪੁਲਿਸ ਐਂਟਰਡ ਐਂਡ ਕਹਿੰਦਿਆਂ ਮੈਨੂੰ ਕਈ ਵਾਰੀ ਰੋਣਾ ਵੀ ਆ ਜਾਂਦਾ ਦੇਖ ਕੇ ਸੁਣ ਕੇ ਜਦੋਂ ਤੇ ਕਹਿੰਦੇ ਉਹਨਾਂ ਪੁਲਿਸ ਆਫੀਸਰਸ ਨੇ ਉਹਨਾਂ ਚੋਂ ਬੜੇ ਗੋਰੇ ਵੀ ਸਨ ਤੇ ਇੰਡੀਅਨ ਵੀ ਸਨ ਬੜੇ ਤੇ ਵਨ ਆਫ ਦਾ ਵਾਈਟ ਪੁਲਿਸ ਆਫੀਸਰਸ ਮਹਾਰਾਜ ਦੀ ਤਾਬਿਆ ਬੈਠੇ ਹੋਏ ਸਨ ਗ੍ਰੰਥੀ ਜਿਹੜੇ ਉਹਨਾਂ ਦੀ ਪੱਗ ਲਾ ਕੇ ਉਹਨਾਂ ਦੀ ਬਾਰੇ ਦੇ ਸਾਹਮਣੇ ਤੇ ਉਹਨਾਂ ਦੇ ਕੇਸਾਂ ਦੇ ਥਰੂ ਉਹਨਾਂ ਨੂੰ ਧਰੂ ਕੇ ਜਿਸ ਤਰ੍ਹਾਂ ਦ੍ਰੋਪਦੀ ਕੇਸਾਂ ਨੂੰ ਛੂਇਆ ਸੀ ਉੱਥੇ ਮਹਾਭਾਰਤ ਦੀ ਕਿ ਕੇਸਾਂ ਤੋਂ ਪਕੜ ਕੇ ਧਰੂ ਕੇ ਉਹਨਾਂ ਨੂੰ ਥੱਲੋਂ ਕੱਢ ਕੇ ਤੇ ਪੁਲਿਸ ਦੀ ਵੈਨਸ ਵਿੱਚ ਬੰਨ ਕੇ ਉਹਨਾਂ ਨੂੰ ਲਿਆ ਗਿਆ ਇਹ ਇਨਸੀਡੈਂਟ 25 ਅਗਸਤ ਦਾ ਹੈ ਮਸਿਆ ਵਾਲੇ ਦਿਨ ਦਾ ਇਸ ਇਨਸੀਡੈਂਟ ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਪੁੱਟ ਦੈਟ ਨਿਊ ਲਾਅ ਇਨ ਆਰਡਰ ਕਿ ਗੁਰੂ ਕਾ ਬਾਗ ਜਾਣ ਦੀਆਂ ਜਿਤਨੇ ਰਸਤੇ ਸਨ ਨਾ ਗੁਰੂ ਕਾ ਬਾਗ ਜਾਣ ਦੇ ਉਹ ਸਾਰੇ ਰਸਤੇ ਬੰਦ ਕਰਾਤੇ ਇਹਨਾਂ ਨੇ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ ਹਰ ਜਗ੍ਹਾ ਪੁਲਿਸ ਪਿਕਟ ਦਿਖਾ ਲਿੱਤੀ ਇੱਥੇ ਹੀ ਨਹੀਂ ਰੇਲਵੇ ਸਟੇਸ਼ਨਸ ਵਿੱਚ ਜਿਹੜੇ ਜੱਥੇ ਬਾਹਰੋਂ ਆ ਰਹੇ ਸਨ ਜਲੰਧਰ ਤੋਂ ਕਪੂਰਥਲੇ ਤੋਂ ਲਾਹੌਰ ਤੋਂ ਰਾਵਲਪਿੰਡੀ ਤੋਂ ਬਾਹਰੋਂ ਜਿੱਥੇ ਵੀ ਜਲੰਧਰ ਤੋਂ ਜਿੱਥੇ ਪੰਜਾਬ ਦੀ ਕਿਉਂਕਿ ਇਹ ਵੱਡਾ ਪੰਜਾਬ ਸੀ ਮੁਲਤਾਨ ਵੀ ਬੜੀ ਵੱਡੀ ਸਿੱਖ ਸੰਗਤ ਸੀ ਮੁਲਤਾਨ ਤੋਂ ਜਿੱਥੇ ਵੀ ਆਉਂਦੇ ਸਨ ਉਹਨਾਂ this is a bigger Punjab I'm talking about a smaller Punjab as we know today you know ਤੇ ਉਹਨਾਂ ਟ੍ਰੇਨਾਂ ਤੇ ਰੋਕ ਲਗਾ ਦਿੱਤੀ ਇਹਨਾਂ ਨੇ ਦੇਖਣਾ ਸ਼ੁਰੂ ਕਰ ਦੇਵੇ ਕਿਹੜੇ ਯੰਗ ਬੰਦੇ ਟਰੈਵਲ ਕਰਦੇ ਪਏ ਟ੍ਰੇਨਾਂ 'ਚ ਕਿਹੜੇ ਜੱਥੇ ਜਾ ਰਹੇ ਨੇ ਉਹਨਾਂ ਨੂੰ ਜਾਣ ਨਹੀਂ ਦੇਣਾ ਉਹਨਾਂ ਨੂੰ ਉਤਾਰ ਲੈਣਾ ਟ੍ਰੇਨਾਂ 'ਚੋਂ ਤੇ ਇਹ ਜਦੋਂ ਹੋਇਆ ਜਦੋਂ ਕੰਮ ਇਹ ਸਾਰਾ ਤੇ ਮੁਸ਼ਕਿਲ ਹੋ ਗਿਆ ਜਾਣਾ ਪਰ ਅਕਾਲੀਆਂ ਨੇ ਹਾਰ ਨਾ ਮੰਨੀ ਤੇ ਬੜੇ ਮੈਸਿਵ ਅਰੈਸਟ ਹੋਏ ਬੜੇ ਇੱਥੇ ਤੱਕ
ਕਈ ਜਗ੍ਹਾ ਤੁਸੀਂ ਹਿਸਟਰੀ 'ਚ ਪੜ੍ਹੋਗੇ ਕਿ ਆਸ-ਪਾਸ ਦੇ ਜਿਹੜੇ ਗ੍ਰਾਂ ਸਨ, ਜਿਹੜੇ ਵਿਲੇजेस ਸਨ ਅੰਮ੍ਰਿਤਸਰ ਵਿੱਚ, ਉਹਨਾਂ ਵਿਲੇजेस ਵਿੱਚ ਜਾ ਕੇ ਸਰਪੰਚਾਂ ਨੂੰ ਅਰੈਸਟ ਕੀਤਾ ਗਿਆ, ਬੜੇ ਤਸੀਹੇ ਦਿੱਤੇ ਗਏ ਗੁਰਦੁਆਰਿਆਂ ਵਿੱਚ। ਤੇ ਗੁਰਮਤਾ 25 ਅਗਸਤ ਨੂੰ ਇੱਕ ਹੋਰ ਗੁਰਮਤਾ ਪਾਸ ਹੋਇਆ ਕਿ 30 ਅਗਸਤ ਤੋਂ ਬਾਅਦ ਸ਼ਹੀਦੀ ਜਥੇ ਦੁਬਾਰਾ, no matter what happens, we are going to start going to the ਗੁਰਦੁਆਰਾ। 60 ਬੰਦਿਆਂ ਦਾ ਜੱਥਾ 30 ਅਗਸਤ ਨੂੰ ਤਿਆਰ ਹੋਇਆ ਜਾਣ ਵਾਸਤੇ, ਤੇ ਇਹਨਾਂ ਨੇ ਹੁਣ they resorted to violence now. So as soon as the ਜੱਥਾ used to leave ਹਰਮੰਦਰ ਸਾਹਿਬ, ਥੋੜੇ ਦੂਰ ਜਾਂਦਾ ਸੀ ਤੇ ਪੁਲਿਸ ਦੀ ਪਿਕਟ ਜਿਹੜੀ ਮਿਲਦੀ ਸੀ ਇਹਨਾਂ ਨੂੰ, ਤੇ ਇਹ ਪਿਕਟ ਫਿਰ ਮਾਰਨਾ ਸ਼ੁਰੂ ਕਰ ਦਿੰਦੇ ਸਨ ਇਹਨਾਂ ਨੂੰ, ਮਾਰ ਕੇ ਲਹੂ ਲੁਹਾਨ ਜਦ ਤੱਕ ਨਾ ਹੋ ਜਾਵਣ। ਤੇ ਉਸ ਵੇਲੇ what I read though, what I came across ਕਿ ਹਸਪੀਟਲ, 3 ਹਸਪੀਟਲ ਸਨ ਅੰਮ੍ਰਿਤਸਰ ਚ ਉਸ ਵੇਲੇ। 1922 ਦੀ ਗੱਲ ਹੈ, ਇੰਨੇ ਹਸਪੀਟਲ ਹੋਣੇ ਵੀ ਨਹੀਂ ਹਰ ਜਗ੍ਹਾ, ਪੰਜਾਬ ਦੇ ਹਰ ਸ਼ਹਿਰ ਵਿੱਚ, ਲਾਹੌਰ ਵਿੱਚ ਸਨ ਜ਼ਿਆਦਾ, ਅੰਮ੍ਰਿਤਸਰ ਵਿੱਚ 2 ਜਾਂ 3 ਹਸਪੀਟਲ ਸਨ। ਤੇ ਬ੍ਰਿਟਿਸ਼ ਗਵਰਨਮੈਂਟ, believe me or not, they tried their best ਕਿ ਇਹ ਇਹਨਾਂ ਦੇ ਜਿਹੜੇ ਇੰਜਰਡ ਜਿਹੜੇ ਹੋ ਰਹੇ ਬੰਦੇ ਹਸਪੀਟਲ ਵੀ ਦਾਖਲ ਨਾ ਹੋ ਸਕਣ, ਤੇ ਟੈਂਪਰੇਰੀ ਹਸਪੀਟਲ ਇਸਟੈਬਲਿਸ਼ ਕਰਨੇ ਪਏ ਸਿੱਖਾਂ ਨੂੰ। ਤੇ ਮੰਨੋ ਮੇਰੀ ਗੱਲ ਹੈ ਕਿ 3000 ਰੁਪਏ ਰੋਜ਼ ਦਾ ਖਰਚਾ ਸੀ ਉਸ ਵੇਲੇ ਹਸਪੀਟਲ ਦਾ, ਜੋ ਇਤਿਹਾਸ ਲਿਖਿਆ ਮਿਲਦਾ, 3000 rupees a day. We might say now 3000 rupees is nothing, but ਉਸ ਵੇਲੇ 1922 ਵਿੱਚ 3000 ਰੁਪਏ ਬਹੁਤ ਮਹਿਨਾ ਰੱਖਦੇ ਸਨ। 3000 ਰੁਪਏ ਲੋਕਾਂ ਦੀਆਂ ਤਨਖਾਹਾਂ 50-50, 100-100, 150-150 ਰੁਪਈਆ ਤਨਖਾਹਾਂ ਲੋਕਾਂ ਦੀਆਂ ਹੁੰਦੀਆਂ ਸਨ ਉਸ ਵੇਲੇ। ਉੱਚੇ ਅਹੁਦੇ ਤੇ ਜਿਹੜੇ ਲੋਕ ਹੁੰਦੇ ਸਨ ਉਹਨਾਂ ਦੀਆਂ ਤਨਖਾਹਾਂ 200 ਤੋਂ 300, 400 ਰੁਪਏ ਲੋਕਾਂ ਦੀਆਂ ਤਨਖਾਹਾਂ ਹੁੰਦੀਆਂ ਸਨ। ਆਮ ਫੈਮਿਲੀ ਦੀਆਂ ਜਿਹੜੇ ਐਕਸਪੈਂਸਸ ਚੱਲਦੇ ਸਨ, ਜਿਹੜੇ 3000 ਰੁਪਏ ਰੋਜ਼ ਇਕੱਠੇ ਕਰਨੇ ਇੰਨੇ ਈਜ਼ੀ ਨਹੀਂ ਸਨ, ਲੇਕਿਨ ਸੰਗਤ ਦੇ ਸਹਿਯੋਗ ਨਾਲ ਤੋਸ਼ੇਖਾਨੇ ਦੇ ਦਰਵਾਜ਼ੇ ਖੋਲ ਦਿੱਤੇ ਗਏ। ਉਸ ਵੇਲੇ ਸੱਚੇ ਸਨ, ਹੁਣ ਨਾ ਖੋਲਣ ਕਦੀ, ਬਟ ਉਸ ਵੇਲੇ ਸਿੰਘ ਸੱਚੇ ਸਨ, ਜਜ਼ਬਾ ਬੜਾ ਸੀ ਕੌਮ ਵਿੱਚ। ਜਿਤਨੇ ਗੁਰਦੁਆਰਿਆਂ ਦੇ ਚੜਾਵਿਆਂ ਵਿੱਚੋਂ ਜਿਹੜੇ ਆ ਸਨ 3000 ਰੁਪਏ ਰੋਜ਼ ਇਕੱਠੇ ਕੀਤੇ ਗਏ ਡਾਕਟਰਾਂ ਵਾਸਤੇ, ਜਿਹੜੇ ਹਸਪੀਟਲ ਵਿੱਚ ਹਨ ਜਿਹੜੇ। ਤੇ 28, 27, 28, 29 ਅਗਸਤ ਤੱਕ ਇਹਨਾਂ ਨੇ what they did is they let the ਸ਼ਹੀਦੀ ਜਥਾਸ now go up to Guru Ka Bagh. They would let them go up to Guru Ka Bagh. The way they used to happen is कि पहले शहीदी जत्थे अकाल तख्त सब इकट्ठे होने सवेरे अमृत वेले, आसा दी वार दी चौकी लगनी सवेरे, आसा दी वार दी चौकी तो बाद आनंद साहब पढ़ के अरदास होनी, अरदास विच गुरु साहब को आग्ञा लैनी, ते काली पगड़ियां बननियां। ते एक होर मैं गल ऐड कर दे कि इन्हां ने ना सुक्के फुल्लां दी, वाइट फ्लावर्स दी, एक तुसीं देखोगे तस्वीर, अगर यूट्यूब ते हैं कोई पिक्चर्स, कई अकाली ਜਿਹੜੇ ਮੋਰਚੇ ਜਿਹੜੇ ਗਏ ਹਨ ਗੁਰੂ ਕਾ ਬਾਗ, ਉਹਨਾਂ ਦੇ ਇੱਕ ਥਰੋਨ ਜੀ, ਇੱਕ ਲਾਈਕ ਸੇਰਾ ਜਿਹਾ ਇੱਕ ਉਹਨਾਂ ਦੇ ਪਗੜੀ ਦੇ ਉੱਤੇ ਪਾਇਆ ਜਾਂਦਾ ਸੀ। ਸੋ ਯੂ ਵਿਲ ਸੀ ਦੈਟ when you look at the pictures though। ਤੇ ਇਹ ਫਿਰ ਅਰਦਾਸ ਹੋ ਕੇ ਇਹ ਜਥਾ ਜਿਹੜਾ ਵਾ ਇਹ they used to walk in a line and they used to walk 20 kilometers to Guru Ka Bagh। And Guru Ke Bagh jaake utthe te the police used to be ready there. There used to be a rope, do mane ki ropes ਜਿਹੜੀਆਂ ਸਨ, ਜਿਹੜੀਆਂ ਉਹ ਇਕੱਠੀਆਂ ਕਰਕੇ ਬਨੇ ਲੱਗਿਆ ਸੀ ਵੀ ਇੱਥੇ ਅੱਗੇ ਨਹੀਂ ਜਾ ਸਕਦੇ। ਇੱਕ ਵਾਰਨਿੰਗ ਦਿੱਤੀ ਜਾਂਦੀ ਸੀ ਉਹਨਾਂ ਨੂੰ, ਇੱਕ ਅੱਗੇ ਜਾਂਦਾ ਸੀ ਤੇ ਲਾਠੀ ਜਿਹੜੀ ਹੈ, ਜਿਹੜੀ what they used to use, ਉਹਦੇ ਅੱਗੇ ਬ੍ਰਾਸ ਲੱਗਿਆ ਹੁੰਦਾ ਸੀ। I don't know whether anybody has seen that kind of ਲਾਠੀ or not। British government ਦੇ ਥੱਲੇ ਬੜਾ ਕਾਮਨ ਸੀ ਉਸ ਵੇਲੇ, ਤੇ ਉਹ ਬ੍ਰਾਸ ਦਾ ਬੜਾ ਵੱਡਾ ਹਿੱਸਾ ਹੁੰਦਾ ਸੀ, ਮੈਟਲ ਸੀ ਉਹ ਬ੍ਰਾਸ ਜਿਹੜਾ ਵਾ। ਤੇ they were trained officers, you know। ਤੇ ਇਹ ਉਹਨਾਂ ਦੇ ਸਿਰ ਦੇ ਉੱਤੇ ਫਿਰ ਅਚਾਨਕ ਬਗੈਰ ਦੇਖੇ ਹੋਏ ਉਹਨਾਂ ਦੇ ਸਿਰ ਦੇ ਉੱਤੇ ਲਾਠੀ। just imagine just imagine the scene। ਇੱਕ ਵਾਰੀ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਇਹ ਸੀਨ ਇਮੇਜਿਨ ਕਰੋ। ਹਾਂਜੀ, 40 ਦਾ ਜੱਥਾ ਗਿਆ ਹੈ, 4 ਸਿੰਘ ਅੱਗੇ ਜਾਂਦੇ ਹਨ, 4 ਸਿੰਘਾਂ ਦੇ ਉੱਤੇ ਲਾਠੀ ਵੱਜਦੀ ਹੈ, ਲਹੂ ਲੁਹਾਨ ਹੋ ਜਾਂਦੇ, ਥੱਲੇ ਗਿਰਦੇ ਹਨ, ਫਿਰ ਉੱਠਦੇ ਹਨ, ਫਿਰ ਇੱਕ ਹੋਰ ਲਾਠੀ ਵੱਜਦੀ ਹੈ ਸਿਰ ਦੇ ਉੱਤੇ, ਫਿਰ ਗਿਰਦੇ ਹਨ, ਫਿਰ ਉੱਠਦੇ ਹਨ। ਫਿਰ ਜਦ ਤੱਕ ਨਹੀਂ ਹੁੰਦਾ ਇਹ ਪ੍ਰੋਸੈਸ ਗੋਜ਼ ਔਨ ਚਾਰਾਂ ਦੇ ਨਾਲ। ਫਿਰ ਇੱਕ ਟਾਈਮ ਆ ਜਾਂਦਾ ਜਦੋਂ ਨਹੀਂ ਉੱਠ ਸਕਦੇ, ਫਿਰ 4 ਜਿਹੜੇ ਪਿੱਛੇ ਜਿਹੜੇ ਖੜੇ ਸਨ ਉਹ ਅੱਗੇ ਆ ਜਾਂਦੇ। ਹਾਂਜੀ,
ਫਿਰ ਉਹਨਾਂ ਨਾਲ ਉਹੀ ਹੁੰਦਾ ਹੈ, ਫਿਰ ਉਹ ਥੱਲੇ ਗਿਰਦੇ ਹਨ, ਫਿਰ ਉੱਠ ਨਹੀਂ ਸਕਦੇ, ਫਿਰ ਉਹ 4 ਚੁੱਕੇ ਜਾਂਦੇ ਹਨ, ਫਿਰ 4 ਜਿਹੜੇ ਪਿੱਛੇ ਕਿਹੜੇ ਹੋ ਕੇ ਆ ਜਾਂਦੇ। This process, believe me or not, continued for days. ਬੇਰਹਿਮੀਆਂ ਦੇ ਇਹਨਾਂ ਦੇ ਦਿਲ 'ਚ ਕੋਈ ਦਇਆ, ਕੋਈ ਇਹੋ ਜਿਹੀ ਗੱਲ, ਖੂਨ ਦੇ ਲਥਪਥ ਸਰੀਰ। ਇਹ ਫਿਰ ਸਿੱਖ ਜਿਹੜੇ ਇੱਕ ਜੱਥੇ ਦੂਸਰੇ ਜਾਂਦੇ ਸਨ, ਜਿਹੜੇ ਇੰਜਰਡ ਨੂੰ ਚੁੱਕਣ ਵਾਸਤੇ, ਇਹ ਜੱਥੇ ਜਿਨ੍ਹਾਂ ਨੇ ਜਾਣਾ, ਜਿਨ੍ਹਾਂ ਨੇ ਚੁੱਕਣਾ ਜਾ ਕੇ, ਇਹ ਚੁੱਕੇ ਫਿਰ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪਹੁੰਚਾਣਾ, ਕਈ ਦੇ ਟਾਂਗਿਆਂ ਤੇ, ਘੋੜਿਆਂ ਤੇ, ਬੱਸਾਂ ਤੇ ਜਾਂ ਵੈਨਸ ਦੇ ਵਿੱਚ ਪਹੁੰਚਾਣਾ, ਹਸਪੀਟਲ ਜਿਹੜੇ ਮੇਕਸ਼ਿਫਟ ਹਸਪੀਟਲ ਜਿਹੜੇ ਤਿਆਰ ਕੀਤੇ ਹੋਏ ਸਨ ਜਿਹੜੇ। ਤੇ ਇਹ ਸਿਲਸਿਲਾ ਤੁਸੀਂ ਸੋਚ ਲਓ ਕਿ ਪੂਰਾ ਦਿਨ ਸਵੇਰੇ ਚੱਲਣਾ, ਤੇ ਇਹਨਾਂ ਬੇਰਹਿਮੀਆਂ ਦੇ ਮਨ 'ਚ ਕੋਈ ਦਇਆ, ਕੋਈ ਇਹੋ ਜਿਹੀ ਗੱਲ ਨਹੀਂ ਕਿ okay, I have hit 20 people today and I have killed them all, let me stop, ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਸ਼ਾਮੀ ਅਗਲੇ ਦਿਨ ਸਵੇਰੇ, ਔਰ ਤੁਸੀਂ ਹੁਣ ਸੁਣ ਕੇ ਹੋਰ ਹੈਰਾਨ ਹੋਵੋਗੇ, you might be thinking ਕਿ ਉਹ the Sikhs might be worried ਕਿ ਅਗਲੇ ਦਿਨ ਅਕਾਲੀ ਜਥੇ ਕੋਈ ਆਏ ਹੀ ਨਾ, ਕੋਈ ਜਥਾ ਸੇਵਾ ਕਰਨ ਵਾਸਤੇ। There was a line, there was a waiting list to go into this. There was a waiting list that could have continued for 6 months. People put their name down कि ਅਸੀਂ ਜਾਣਾ ਪਹਿਲੇ, ਸਾਡਾ ਪਹਿਲੇ ਨਾਂ ਲਿਖੋ। ਹੈਰਾਨ ਰਹਿ ਜਾਂਦਾ ਮੈਂ ਕਈ ਵਾਰੀ, ਮਹਾਰਾਜ ਤੁਸੀਂ ਕਿਤਨੀ ਹਿੰਮਤ ਦਿੱਤੀ ਇਹਨਾਂ ਨੂੰ, ਕਿਉਂ ਜੇ ਜਜ਼ਬੇ ਤੁਸੀਂ ਪੈਦਾ ਕੀਤੇ ਇਹਨਾਂ ਦੇ ਅੰਦਰ। ਇਹ ਸਿਲਸਿਲਾ ਚੱਲਦਾ ਰਿਹਾ ਜੀ, 1 ਦਿਨ, 2 ਦਿਨ, 3 ਦਿਨ, 4 ਦਿਨ। ਇਹ ਖਬਰ ਇੰਗਲੈਂਡ ਪਹੁੰਚੀ, ਹੁਣ ਅਖਬਾਰਾਂ 'ਚ ਛਪਣੇ ਆਰਟੀਕਲ ਸ਼ੁਰੂ ਹੋ ਗਏ, ਹਰ ਅਖਬਾਰ 'ਚ, ਗਾਂਧੀ ਤੱਕ, ਵੱਡੇ ਲੀਡਰਾਂ ਤੱਕ ਖਬਰ ਪਹੁੰਚ ਗਈ ਵੀ ਸਿੱਖਾਂ ਦੇ ਉੱਤੇ ਇਹ ਕਰਦੇ ਪਏ। ਤੇ ਇਹ ਇੱਕ ਮੈਂ ਮੈਂਸ਼ਨ ਕਰਾਂ ਇੱਕ ਗੱਲ, it's just I want to say this because this is important though, ਕਿ 1900 ਫਸਟ ਵਰਲਡ ਵਾਰ 1914 to 18 ਤੱਕ ਹੋਈ ਵਰਲਡ ਵਾਰ, ਤੇ ਸਿੱਖਾਂ ਨੇ ਬਹੁਤ ਵੱਡਾ ਹਿੱਸਾ ਲਿੱਤਾ ਉਸ ਵਰਲਡ ਵਾਰ ਵਿੱਚ। ਬ੍ਰਿਟਿਸ਼ ਆਰਮੀ ਦੇ ਥੱਲੇ ਲੜੇ ਬੜੇ, ਤੇ ਉਹਨਾਂ ਵਿੱਚੋਂ ਕਈ ਜਿਹੜੇ ਰਿਟਾਇਰ ਹੋ ਗਏ 1914 1918 ਤੋਂ ਬਾਅਦ। ਤੇ ਮੈਨੂੰ ਡੇਟ ਮੈਂ ਲਿਖਣੀ ਭੁੱਲ ਗਿਆ, ਇਹ ਡੇਟ ਹੋਣੀ ਹੈ ਅਬਾਊਟ 9 ਸਪਟੈਂਬਰ, 2 ਜਾਂ 3 ਜਾਂ 4 ਜਾਂ 5 ਸਪਟੈਂਬਰ ਦੀ ਡੇਟ ਹੋਣੀ ਹੈ। ਉਹਨਾਂ ਵਿੱਚੋਂ ਜਿਹੜਾ ਜੱਥਾ ਜਿਹੜਾ ਗਿਆ 101 ਜੱਥਾ, 101 ਦਾ ਜੱਥਾ ਉਸ ਦਿਨ ਗਿਆ, ਜਿਹੜੇ ਪੈਨਸ਼ਨਰ ਸਨ, ex army people, veterans, they went, you know. So ਕੌਮ ਬਹੁਤ ਚੜ੍ਹਦੀਆਂ ਕਲਾ ਵਿੱਚ ਸੀ, ਲੋਕ ਉਸ ਵੇਲੇ, ਲੋਕ ਮਤਲਬ ਕਿ ਕੋਈ ਕਿਸੇ ਕਿਸਮ ਦੀ ਇਹ ਨਹੀਂ ਸੀ ਗੱਲ ਕਿ ਹੁਣ ਜੀ ਇਹ ਅਕਾਲੀ ਹੁਣ ਚਲੇ ਗਏ ਹਨ ਸਿੱਖ, ਤੇ ਕੱਲ ਪਤਾ ਨਹੀਂ ਕੱਲ 10 ਦੇ ਜੱਥਾ ਕੌਣ ਲੈ ਕੇ ਜਾਏਗਾ। ਉੱਥੇ ਲਿਸਟ ਇਤਨੀ ਵੱਡੀ ਸੀ ਕਿ ਉਹਨੂੰ ਰੋਕਣਾ ਪੈਂਦਾ ਸੀ ਉਹਨਾਂ ਨੂੰ, ਨਹੀਂ ਤੁਸੀਂ ਨਹੀਂ ਹੋਣ ਨਹੀਂ ਚਾਹੀਦੇ ਬੰਦੇ ਹੋਰ, you know, your name, people used to fight ki nahi, we want to be ahead, you know, we want to go first, you know. ਮੈਨੂੰ ਯਾਦ ਹੈ ਜਦੋਂ 1700 ਜਦੋਂ ਵੀ ਆਈ ਥਿੰਕ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਟਾਈਮ ਵੀ ਇਹੋ ਜਿਹੇ ਇਤਿਹਾਸ ਵਿੱਚ ਮਿਲਦੇ ਹਨ ਪੰਨੇ ਲਿਖੇ ਹੋਏ, ਜਦੋਂ ਵਾਰੀ ਆਂਦੀ ਸੀ, ਜਦੋਂ ਸਿੱਖਾਂ ਦੀ, ਜਦੋਂ ਕਤਲੇਆਮ ਜਦੋਂ ਜਿਹੜਾ ਹੋਇਆ ਦਿੱਲੀ ਜਿਹੜਾ, ਉਹਦੇ ਵਿੱਚ ਇਹੋ ਜਿਹੀ ਹਿਸਟਰੀ ਲਿਖੀ ਆਂਦੀ ਹੈ ਕਿ ਕਈ ਬੰਦੇ ਯੂਜ਼ ਟੂ ਜੰਪ ਦ ਲਾਈਨਸ ਕਿ ਮੇਰਾ ਨੰਬਰ ਪਹਿਲੇ ਲਗਾਓ ਤੁਸੀਂ, ਕਿਤੇ ਮੇਰਾ ਨੰਬਰ ਆਏ ਹੀ ਨਾ ਕਿਧਰੇ, ਯੂ ਨੋ। ਸੋ ਇਹ ਸਿਲਸਿਲਾ ਦੇਖਦਾ ਗਿਆ, ਸਾਰਿਆਂ ਨੇ ਦੇਖਿਆ, ਤੇ ਇਹ ਸਿਲਸਿਲਾ ਹੁਣ ਕੰਟੀਨਿਊਡ ਫॉर ਅ ਵਾਈਲ ਦੋ ਅੰਟਿਲ, ਯੂ ਨੋ, 12-13 ਸਪਟੈਂਬਰ ਨੂੰ ਵਾਟ ਹੈਪਨਡ, ਜਦੋਂ ਇਹ ਮਨ ਚ ਸੋਚ ਲਓ ਕਿ 30 ਅਗਸਤ ਤੋਂ ਬਾਅਦ, 25 ਅਗਸਤ, 25, 26, 27, 28, 29, 30, 1, 2, 3, 4, ਮਤਲਬ ਇਹ ਮਹੀਨਾ ਖੰਡ ਚੱਲਦਾ ਰਿਹਾ। ਜਸਟ ਇਮੈਜਿਨ every single day 30 to 40 people will show up, and some of them survived and some of them ਜਿਹੜੇ ਨਹੀਂ ਬਰਦਾਸ਼ਤ, ਜਿਨ੍ਹਾਂ ਦੀ ਲਾਠੀ ਦੇ ਜ਼ੋਰ ਜਿਹੜਾ ਜਿੱਥੇ ਕਈ ਐਸੀ ਜਗ੍ਹਾ ਤੇ ਲੱਗਿਆ ਬਾਡੀ ਤੇ, ਜਿਹੜੇ ਸਰਵਾਈਵ ਨਹੀਂ ਕਰ ਸਕੇ ਬੰਦੇ।
ਤੇ 12 ਇੱਕ ਚੱਲਦਾ ਰਿਹਾ ਕੰਮ ਬੜੀ ਦੇਰ, ਤੇ 12 ਸਤੰਬਰ ਨੂੰ ਜਦੋਂ ਖਬਰਾਂ ਹਰ ਜਗ੍ਹਾ ਪਹੁੰਚੀਆਂ, ਇੰਗਲੈਂਡ ਵੀ ਪਹੁੰਚ ਗਈਆਂ, ਬ੍ਰਿਟਿਸ਼ ਪਾਰਲੀਮੈਂਟ 'ਚ ਪਤਾ ਲੱਗਿਆ, ਰੌਲਾ ਪਿਆ ਉੱਥੇ ਵੀ ਕੀ ਕਰਦੇ ਪਏ ਸਿੱਖਾਂ ਨਾਲ। ਤੇ ਜਦੋਂ ਇਹ ਸੁਣ ਕੇ ਲੋਕ ਹੈਰਾਨ ਹੁੰਦੇ ਸਨ ਕਿ ਗੱਲ ਸਿਰਫ ਲੱਕੜੀ ਕੱਟਣ ਦੀ ਹੈ ਬਸ, ਪਰ ਗੱਲ ਲੱਕੜੀ ਕੱਟਣ ਦੀ ਨਹੀਂ ਸੀ, ਗੱਲ ਆਜ਼ਾਦੀ ਦੀ ਸੀ ਕਿ ਗੁਰਦੁਆਰੇ ਤੁਹਾਡੇ, ਅਸੀਂ ਤੁਹਾਡੀ ਹੁਕੂਮਤ ਦੇ ਥੰਮ੍ਹ ਸਿੱਖੀ ਨਹੀਂ ਰਹੇਗੀ ਤੁਹਾਡੇ ਨਾਲ। ਜਸਟ ਇਮੈਜਿਨ ਕਿਉਂ ਜਿਹਾ ਜਜ਼ਬਾ ਹੋਣਾ ਹੈ ਸਿੱਖਾਂ ਵਿੱਚ। ਤੁਸੀਂ ਬਿਲੀਵ ਕਰੋਗੇ ਕਿ ਕਿੱਥੋਂ ਕਿੱਥੋਂ ਦੂਰੋਂ ਜਥੇ ਆਉਂਦੇ ਸਨ ਸ਼ਹੀਦੀ ਜਥੇ ਮਿਲਣ ਵਾਸਤੇ। ਪੰਜਾਬ ਦੇ ਕੋਨੇ-ਕੋਨੇ ਚੋਂ, ਪਿਸ਼ਾਵਰ ਤੱਕ, ਕਾਬੁਲ ਤੋਂ, ਕਲਕੱਤੇ ਤੋਂ। ਜੈਤੋ ਗੰਗਸਰ ਦੇ ਮੋਰਚੇ ਵਿੱਚ ਜਦੋਂ ਗੱਲ ਕਰਾਂਗੇ ਨੈਕਸਟ ਵੀਕ, ਜਦੋਂ ਵੀ ਜੈਤੋ ਗੰਗਸਰ ਦੇ ਮੋਰਚੇ ਤੋਂ ਲੱਗਿਆ, ਜਦੋਂ ਜੈਤੋ ਦੇ ਮੋਰਚੇ ਵਿੱਚ ਕਲਕੱਤੇ ਤੋਂ ਸਿੱਖ ਵੀ ਗਏ। ਇੱਥੇ ਵਿੱਚ ਹੀ ਬਾਹਰੋਂ ਸਿੱਖਾਂ ਨੇ ਆ ਕੇ ਕਿ ਅਸੀਂ ਹਿੱਸਾ ਲੈਣਾ ਹੈ, ਚਿੱਠੀਆਂ ਭੇਜੀਆਂ ਕਿ ਸਾਡੇ ਨਾਂ ਲਿਖੇ ਜਾਣ, ਅਸੀਂ ਇਸ ਸ਼ਹੀਦੀ ਮੋਰਚੇ ਵਿੱਚ ਹਿੱਸਾ ਲੈਣਾ ਹੈ। ਅਸੀਂ ਉੱਥੇ ਇੱਕ I want to read this account to you, ਮੈਂ because I think it will not do justice if I do not, ਇਹ ਅੰਡਰ ਕੋਟੇਸ਼ਨ ਮੈਂ ਪੜਾਂਗਾ, ਇਹ ਮੇਰੇ ਵਰਡ ਨਹੀਂ ਹੈ, ਇਹ ਇੱਕ ਕ੍ਰਿਸਚੀਅਨ ਮਿਸ਼ਨਰੀ ਸੀ ਉੱਥੇ, ਐਂਡਰਿਊਜ਼। let me give you the right, ਮੈਂ ਐਗਜ਼ੈਕਟ ਨੇਮ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ ਮੈਂ, ਤਾਂ ਕਿ ਤੁਹਾਨੂੰ ਲੱਗੇ ਨਾ ਕਿ I'm making things up here, you know. C.F. ਐਂਡਰਿਊਜ਼ ਇੰਗਲਿਸ਼ ਮਿਸ਼ਨਰੀ ਸੀ, ਐਜੂਕੇਸ਼ਨਿਸਟ ਵੀ ਸੀ, ਸਕੂਲ ਵਗੈਰਾ ਖੋਲੇ ਸਨ ਬ੍ਰਿਟਿਸ਼ ਗਵਰਨਮੈਂਟ ਦੇ ਥੱਲੇ। ਤੇ ਇਸ ਨੂੰ ਪਤਾ ਲੱਗਿਆ ਤੇ ਇਹ ਆਇਆ ਜੀ ਵਿਟਨੈਸ ਕਰਨ ਵਾਸਤੇ ਇੱਕ ਦਿਨ ਵੀ ਕੀ ਹੁੰਦਾ ਇੱਥੇ, ਜ਼ਰਾ ਮੈਂ ਦੇਖਾਂ ਆ ਕੇ। ਮਦਨ ਮੋਹਨ ਮਾਲਵੀ ਵੀ ਆਇਆ ਤੇ ਇਸਨੇ, ਮੈਂ ਕਹਿਣ ਤੋਂ ਪਹਿਲੇ ਲਿਖ ਦਿਆਂ ਕਿ ਉਸ ਦਿਨ ਆਪਣੀ ਇਹਨੇ ਲਿਖਿਆ, ਬ੍ਰਿਟਿਸ਼ ਗਵਰਨਮੈਂਟ ਨੂੰ ਚਿੱਠੀ ਲਿਖੀ ਤੇ ਕਿਹਾ ਕਿ I saw today not one Christ being crucified, I saw today 100 Christ being crucified, you know. ਤੁਸੀਂ ਇੱਕ ਕ੍ਰੂਸੀਫਿਕੇਸ਼ਨ ਦੇਖੀ ਹੈ, ਮੈਂ ਅੱਜ 100 ਕ੍ਰੂਸੀਫਿਕੇਸ਼ਨ ਦੇਖ ਕੇ ਆਇਆ ਕ੍ਰਾਈਸਟ ਦੀ। ਤੁਸੀਂ ਕਰ ਕੀ ਰਹੇ ਹੋ? ਤੁਸੀਂ ਕਿਉਂ ਜੇ ਕ੍ਰਿਸਚਨ ਹੋ? ਤੁਸੀਂ ਕਿ ਕ੍ਰਿਸਚੈਨਿਟੀ ਕੀ ਸਿਖਾਉਂਦੀ ਹੈ ਤੁਹਾਨੂੰ? let me read it out to you. ਇਹ ਅੰਡਰ, ਇਹ ਤੁਸੀਂ ਸਾਰੇ ਪੜ੍ਹ ਸਕਦੇ ਹੋ, ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਵਿੱਚ ਜਿਹੜੀ ਹਰਬੰਸ ਸਿੰਘ ਰੰਦੀ ਹੈ ਉਹਦੇ ਆਰਟੀਕਲ ਵਿੱਚ ਭਾਈ ਸਾਹਿਬ ਨੇ ਇਹ ਕੋਟ ਕੀਤਾ ਹੈ। ਇਹ ਦਿਸ ਆਲ ਅੰਡਰ ਕੋਟੇਸ਼ਨ, ਮੈਂ ਕੋਈ ਆਪਣੀ ਤਰਫੋਂ ਲਗਾ ਰਿਹਾ, ਸੋ ਮੈਂ ਇੰਗਲਿਸ਼ ਚ ਇਹ ਸਾਰਾ ਕੁਝ ਹੈ ਸਾਰਾ। There were 4 Akali Sikhs with black turbans facing a band of about a dozen policemen, including 2 English officers. They were perfectly still and did not move forward. मने हुक्म ये इसी कि तुसी हाथ नहीं चुकने, तुसी आगे जाना है और खड़े हो जाना है, तुसी कोशिश करनी है कि इसी जाना है अंदर, तुसी सिर्फ वाहिगुरु वाहिगुरु या सतनाम सतनाम कहना है और कुछ नहीं कहना। They were perfectly still and did not move further forward. Their hands were placed together in a prayer. ये भी हुक्म सी कि हाथ जोड़ के सिर्फ वाहिगुरु वाहिगुरु कहना है। Their hands were placed together in a prayer and it was clear that they were praying. अगला sentence देखो, then without the slightest provocation on their part, an Englishman lunged forward, the head of his lathi which was bound with brass. He lunged it forward in such a way that his fist, which held the staff, struck the Akali Sikh who was praying just at the collarbone with the great force. It looked the most cowardly blow as I saw it struck. A Englishman, a British gentleman, jada likhda paya hai. The blow which I saw was sufficient to fell the Akali Sikh and send him to the ground. He rolled over and then and slowly got up once more and faced the same punishment over and over again. Time after time, one of the 4 who had gone forward was laid prostrate by repeated blows. Now from the English officer and now from the police who were under his control. The others were knocked out more quickly. कहीं कमजोर होने, कहीं ताकत ज्यादा होनी है फिजिकली, कहीं घट होनी है। हुणे अगे लिखदा है, I saw with my own eyes these police officers kick in the stomach Sikhs who stood helplessly before him. ਤੇ ਜਿਹੜੇ ਥੱਲੇ ਗਿਰ ਜਾਂਦੇ ਸਨ, ਜਿਨ੍ਹਾਂ ਨੂੰ ਉੱਠਣ ਤਾਕਤ ਨਹੀਂ ਸੀ, ਤੇ ਉਹਦੇ ਪੇਟ ਦੇ ਉੱਤੇ ਆਪਣੇ ਸ਼ੂਜ਼ ਨਾਲ ਦਬਾਉਂਦੇ ਸਨ ਉਹਨਾਂ ਨੂੰ। ਇਹੋ ਜਿਹੀ ਕ੍ਰੂਅਲਟੀ ਇਹਨਾਂ ਨੇ ਦਿਖਾਈ ਹੈ ਸਾਡੇ ਨਾਲ।
For one of the Akali Sikhs had been hurt to the ground and was lying prostrate. A police sepoy stamped with his foot upon him using his full weight. The foot struck the prostrate man between the neck and the shoulder. The vow they had made to God was kept. देखो ये भी एक ਜਿਹੜੀ ਪ੍ਰੋਮਿਸ ਜਿਹੜੀ ਅਕਾਲ ਤਖਤ ਸਾਹਿਬ ਗੁਰੂ ਨੂੰ ਇੱਕ ਪ੍ਰੋਮਿਸ ਕਰਕੇ ਆਏ ਸਨ ਕਿ ਅਸੀਂ ਨਹੀਂ ਹੱਥ ਚੁੱਕਣਾ ਜੋ ਮਰਜ਼ੀ ਕਰਨ ਪਏ ਹੈ ਅਸੀਂ ਕੁਝ ਨਹੀਂ ਕਹਿਣਾ ਕਿਸਾ ਜ਼ਬਾਨ ਮੇਰੀ ਕੰਮਦੀ ਹੈ ਬੋਲਦਿਆਂ the vow they had made to God was kept. I saw no act, no look of defiance. It was true martyrdom for them as they went forward, a true act of faith, a true deed of devotion to God. They believed intensely that the right to cut wood in the garden of the Guru was an immemorial religious right. And this faith of theirs is surely to be counted for righteousness, whatever a defective and obsolete law may determine and fail to determine concerning legality. ਇਹ ਚਿੱਠੀ ਬੜੀ ਲੰਬੀ ਹੈ ਮੈਂ ਪੂਰੀ ਨਹੀਂ ਪੜ੍ਹੀ ਤੁਹਾਡੀ ਮੈਂ ਥੋੜਾ ਜਿਹਾ ਹਿੱਸਾ ਪੜ੍ਹਿਆ ਇਹ ਚਿੱਠੀ ਇਸਨੇ ਗਵਰਨਰ ਜਿਹੜਾ ਸੀ ਪੰਜਾਬ ਦਾ ਉਸਨੇ ਚਿੱਠੀ ਲਿਖੀ ਇਸਨੇ CF ਐਂਡਰਿਊਸ ਜਿਹੜਾ ਮਿਸ਼ਨਰੀ ਵੀ ਸੀ ਔਰ ਹੈਡ ਮਿਸ਼ਨਰੀ ਸੀ ਉੱਥੇ ਦਾ ਤੇ ਇਹ ਚਿੱਠੀ ਜਦੋਂ ਪਹੁੰਚੀ ਸੀ ਚਿੱਠੀ ਦੀਆਂ ਕਾਪੀਆਂ what I hear now not only went to the governor but it went to the viceroy also in Shimla. ਉਹਨਾਂ ਦਿਨਾਂ ਵਿੱਚ ਤੁਹਾਨੂੰ ਮੈਂ ਯਾਦ ਕਰਾ ਦਿਆਂ ਕਿ ਇੰਡੀਆ ਦੀ ਕੈਪੀਟਲ ਦੋ ਹੁੰਦੀਆਂ ਸਨ ਸ਼ਿਮਲਾ ਦੀ was the summer capital of India ਤੇ winter capital ਦਿੱਲੀ ਵਿੱਚ ਹੁੰਦੀ ਸੀ ਤੇ ਉਸ ਵੇਲੇ viceroy was in Shimla ਦੋ ਤੇ ਇਹ ਚਿੱਠੀਆਂ viceroy ਕੋਲ ਵੀ ਪਹੁੰਚੀਆਂ ਇਹ ਜਿਹੜੀਆਂ ਇਹ ਅਕਾਊਂਟ viceroy ਕੋਲ ਵੀ ਪਹੁੰਚੇ ਤੇ ਇਹ ਜਦੋਂ 12-13 ਸਪਟੈਂਬਰ ਨੂੰ ਜਦੋਂ ਵਾਇਸਰਾਏ ਕੋਲ ਪਹੁੰਚੇ ਉੱਥੇ ਤੇ 13 ਸਪਟੈਂਬਰ ਨੂੰ ਜਦੋਂ ਲਾਹੌਰ ਕੈਪੀਟਲ ਸੀ ਉਸ ਵੇਲੇ ਪੰਜਾਬ ਦੀ ਲਾਹੌਰ ਤੋਂ ਦੀ 13 ਸਪਟੈਂਬਰ ਨੂੰ ਜਦੋਂ ਇਹ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਤੇ 4 ਹਫ਼ਤੇ ਚੱਲਦਾ ਰਿਹਾ ਇਹ ਬੀਟਿੰਗ ਜਿਹੜੀਆਂ ਹੈ ਜਸਟ ਛੋਟੀ ਮੋਟੀ ਗੱਲ ਨਹੀਂ ਹੈ ਯੂ نو ਤੇ ਗਵਰਨਰ ਗੁਰੂ ਕਾ ਬਾਗ ਆਇਆ ਤੇ ਉਸਨੇ ਆਪ ਦੇਖਿਆ ਇਹ ਕਰਦਿਆਂ ਹੋਇਆ ਇਹਨਾਂ ਜ਼ਾਲਮਾਂ ਦੇ ਮਨ ਵਿੱਚ ਬੜੇ ਲੋਕਾਂ ਦੇ ਮਨ 'ਚ ਬੜੇ ਖਿਆਲ ਹੋਣੇ ਜੀ ਬੜੇ ਪੜ੍ਹੇ ਲਿਖੇ ਸਨ ਬ੍ਰਿਟਿਸ਼ ਜੀ ਬੜੇ ਸਿਆਣੇ ਸਨ ਜੀ ਬੜਾ ਕੁਝ ਕੀਤਾ ਜੀ ਇਹਨਾਂ ਨੇ ਇਹ ਉਹ ਫਲਾਂਟਿੰਗ ਆਨ ਪਰ ਇਹਨਾਂ ਦੀਆਂ ਜਿਹੜੀ ਕਰੂਅਲਟੀ ਵੀ ਜਿਹੜੀ ਸੀ ਉਹ ਵੀ ਇੱਕ ਹੱਦ ਦੀ ਕਰੂਅਲਟੀ ਜਿਹੜੀ ਇਹਨਾਂ ਨੇ ਦਿਖਾਈ ਸਾਡੇ ਨਾਲ ਤੇ ਇਸ ਨੇ ਦੇਖਿਆ ਜਦੋਂ ਕਰੂਅਲਟੀ ਨੂੰ ਜਦੋਂ ਦੇਖਿਆ ਆਪਣੀ ਅੱਖਾਂ ਨਾਲ ਤੇ ਹੀ ਸਟਾਪਡ ਦ ਬੀਟਿੰਗ ਰਾਈਟ देयर ਐਂਡ ਦੈਨ ਤੇ ਇਹਨਾਂ ਨੇ ਕਿਹਾ ਕਿ ਹੁਣ ਬੀਟਿੰਗ ਨਹੀਂ ਬੰਦ ਕਰਾਂਗੇ ਪਰ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰ ਲਵੋ ਜਿਹੜੇ ਆਵਣ ਫੌਰਨ ਇਹਨਾਂ ਨੂੰ ਅਰੈਸਟ ਕਰੋ ਪਰ ਮਾਰੋ ਨਾ ਕਿਸੇ ਨੂੰ ਤੇ ਇਹ ਫਿਰ ਹੁਣ ਜੱਥੇ ਜਿਹੜੇ ਵੱਡੇ ਹੋ ਗਏ ਹੋ ਅਰੈਸਟ ਹੋਣੇ ਸ਼ੁਰੂ ਹੋ ਗਏ ਬਿਲੀਵ ਕਰੋਗੇ ਮੇਰੀ ਗੱਲ ਇਹਨਾਂ ਨੂੰ ਇੱਕ ਹੋਰ ਪ੍ਰੋਬਲਮ ਆ ਗਈ 5 ਦਿਨਾਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਜੇਲ੍ਹ ਜਗ੍ਹਾ ਨਹੀਂ ਹੈ ਹੁਣ ਕਿਤੇ ਰੱਖਣ ਦੀ ਕਿਸੇ ਪੁਲਿਸ ਥਾਣੇ ਵਿੱਚ ਜਾਣ ਦੀ ਜਗ੍ਹਾ ਨਹੀਂ ਜੱਥੇ ਇਤਨੇ ਆਣੇ ਸ਼ੁਰੂ ਹੋ ਗਏ ਦਰਬਾਰ ਸਾਹਿਬ people were so ਮਤਲਬ ਕਿ they were so inside ਕਿ ਅਸੀਂ ਪਹਿਲੇ ਜਾਣਾ ਹੈ ਤੁਹਾਡੇ ਨਾਲ they had to control ਕਿ ਨਹੀਂ ਇਸ ਤੋਂ ਜ਼ਿਆਦਾ ਨਹੀਂ ਭੇਜਣੇ 100 ਤੋਂ ਜ਼ਿਆਦਾ ਨਹੀਂ ਭੇਜਣੇ 150 ਜ਼ਿਆਦਾ ਤੋਂ ਨਹੀਂ ਭੇਜਣੇ ਅਸੀਂ ਇਹ ਸਿਲਸਿਲਾ ਚੱਲਦਾ ਰਿਹਾ believe me or not ਅਕਤੂਬਰ ਤੱਕ ਚੱਲਦਾ ਰਿਹਾ ਸਿਲਸਿਲਾ ਕਹਿੰਦੇ 5600 ਅਪਰੋਕਸ ਕਈਆਂ ਨੇ 7000 ਲਿਖੇ ਕਈਆਂ ਨੇ 5000 ਲਿਖੇ ਬ੍ਰਿਟਿਸ਼ ਗਵਰਨਮੈਂਟ ਦੇ ਥੱਲੇ ਨੰਬਰਸ ਵੇਰ ਨਾਟ ਟਰਸਟਵਰਦੀ ਨੰਬਰਸ ਉਹਨਾਂ ਨੇ ਚੇਂਜ ਕੀਤੇ ਹੋਣੇ ਬੜੇ ਨੰਬਰ ਇਹ ਸਿਲਸਿਲਾ ਨਵੰਬਰ ਦੇ ਦੂਸਰੇ ਹਫਤੇ ਤੱਕ ਚੱਲਦਾ ਰਿਹਾ ਮੋਰਚਾ ਜਿਹੜਾ ਤੇ ਅਕਤੂਬਰ ਦੇ ਐਂਡ ਵਿੱਚ ਜਾ ਕੇ ਟੁਵਰਡਸ ਦੀ ਐਂਡ ਆਫ ਅਕਤੂਬਰ ਵਾਇਸਰਾਏ ਜਿਹੜਾ ਸੀ ਉਸਨੇ ਇੰਟਰਫੇਅਰ ਕੀਤਾ ਅਫੇਅਰਸ ਵਿੱਚ ਤੇ ਉਹਦੀ ਇੰਟਰਫੇਰੈਂਸ ਦੀ ਵਜ੍ਹਾ ਦੇ ਨਾਲ ਯੂ نو ਉਹਨੇ ਕਿਹਾ ਕਿ ਨਹੀਂ ਹੈ we should have a solution to this issue stop arresting them now you know and we got to have a solution to this problem ਇਹਨਾਂ ਨੇ ਫਿਰ I don't know whether you've heard this name or not Gangaram Sir Gangaram ਬੜਾ ਵੱਡਾ ਹਸਪੀਟਲ ਵੀ ਹੈ ਉਹਨਾਂ ਦੇ ਨਾਂ ਤੇ ਲਾਹੌਰ ਸੁਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਪਾਕਿਸਤਾਨੀਆਂ ਨੇ ਚੇਂਜ ਨਹੀਂ ਕੀਤਾ ਨਾਮ ਹੁਣ ਵੀ ਗੰਗਾਰਾਮ ਹਸਪੀਟਲ ਹੀ ਹੈ ਲਾਹੌਰ ਉਹਨਾਂ ਦੇ ਨਾਂ ਤੇ ਹਸਪੀਟਲ ਹੈ
ਸਰ ਗੰਗਾ ਰਾਮ ਉਹਨਾਂ ਨੂੰ ਵਿੱਚ ਪਾਇਆ ਗਿਆ, ਭਾਈ ਜੋਤ ਸਿੰਘ ਨੂੰ ਵਿੱਚ ਪਾਇਆ ਗਿਆ ਤੇ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਮਹੰਤ ਕਵੇ ਕਿ ਜ਼ਮੀਨਾਂ ਮੇਰੀਆਂ ਹਨ, ਹਾਏ ਕਿ ਜ਼ਮੀਨਾਂ ਜਿਹੜੀਆਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਸਨ ਸਾਰੀਆਂ ਜ਼ਮੀਨਾਂ। ਲੇਕਿਨ ਬ੍ਰਿਟਿਸ਼ ਲਾਅ ਤੁਹਾਨੂੰ ਮੈਂ ਦੱਸਿਆ ਸੀ ਲਾਸਟ ਟਾਈਮ, ਜਾਣ ਬੁੱਝ ਕੇ ਸਿੱਖਾਂ ਨੂੰ ਹਰਟ ਕਰਨ ਵਾਸਤੇ ਇਹਨਾਂ ਨੇ ਨਵਾਂ ਲਾਅ ਪਾਸ ਕੀਤਾ ਕਿ ਜਿਹੜੇ 10 ਸਾਲ ਜਿਹੜੀ ਜ਼ਮੀਨ ਤੇ ਰਹਿ ਗਏ ਜ਼ਮੀਨ ਉਸਦੀ ਹੋ ਗਈ ਹੁਣ। ਬਾਏ ਦਾ ਵੇ ਦੇ ਇੰਡੀਆ ਚ ਉਹ ਸਟਿਲ ਲਾਅ ਹੁਣ ਤੱਕ ਹੈ ਉਹ ਵਾਲਾ ਬ੍ਰਿਟਿਸ਼ ਲਾਅ, ਦੇ ਸਟਿਲ it still continues that law, you know। ਕਈ ਵਾਰੀ ਤਾਂ ਹੀ ਕਿਰਾਏਦਾਰ ਜਿਹੜੇ ਹਨ ਉਹ ਬਣ ਜਾਂਦੇ ਹਨ, you know, ਜੇ ਮਕਾਨ ਮਾਲਿਕ ਕੁਛ ਨਾ ਕਹੇ ਤੇ ਫਿਰ ਐਨੀਵੇ। ਤੇ ਇਹਨਾਂ ਨੇ ਸਰ ਗੰਗਾ ਰਾਮ ਦਾ ਫਿਰ ਇਹ ਹੁਕਮ ਹੋਇਆ ਕਿ ਠੀਕ ਹੈ ਕੰਮ ਕਰਦੀਆਂ, ਕਿ ਫੈਸਲਾ ਇਸ ਗੱਲ ਤੇ ਹੋਇਆ ਕਿ ਇਹ ਜ਼ਮੀਨਾਂ ਜਿਹੜੀਆਂ ਹਨ, ਜਿਹੜੀ ਜ਼ਮੀਨ ਗੁਰਦੁਆਰੇ ਦੀ ਜ਼ਮੀਨ ਹੈ, ਇਸ ਨੂੰ ਲੀਜ਼ ਤੇ ਲਿੱਤਾ ਜਾਏਗਾ ਮਹੰਤ ਕੋਲੋਂ, ਸੁੰਦਰਦਾਸ ਕੋਲੋਂ, ਤੇ ਲੀਜ਼ ਤੋਂ ਲੈ ਕੇ ਤੇ ਸਿੱਖਾਂ ਨੂੰ ਅਲਾਉ ਕੀਤਾ ਜਾ। ਮਨੇ ਬ੍ਰਿਟਿਸ਼ ਗਵਰਨਮੈਂਟ even then after all this that happened in ਗੁਰੂ ਕਾ ਬਾਗ, ਇਹਨਾਂ ਨੇ ਮੰਨੀ ਨਹੀਂ ਗੱਲ ਲਾਸਟ ਤੱਕ। ਫਿਰ ਵੀ ਇਹ ਗੱਲ ਤੇ ਫੈਸਲਾ ਹੋਇਆ, ਇਹ ਜ਼ਮੀਨਾਂ ਜਿਹੜੀਆਂ ਦਿੱਤੀਆਂ ਗਈਆਂ ਤੇ 2 ਸਾਲ ਬਾਅਦ ਆਈ ਥਿੰਕ 1923 ਕੀ 24 ਵਿੱਚ ਜ਼ਮੀਨਾਂ ਜਿਹੜੀਆਂ ਹਨ ਉਹ ਜੋ ਲੀਜ਼ ਖਤਮ ਹੋਈ ਤੇ ਆਈ ਥਿੰਕ the month saw ਕਿ ਹੁਣ ਕੋਈ ਚਾਰਾ ਨਹੀਂ ਹੈ, the British government did not support them and the lands became part of the Gurdwara property, and now it's a part of Gurdwara property, and the wood cutting was allowed and everything, you know, and everything moved forward. So 17th November no approximately is when Ganga Ram intervened, ਤੇ ਇਸ ਇੰਟਰਵੈਂਸ਼ਨ ਤੋਂ ਬਾਅਦ ਜਿਹੜਾ ਵਹ ਮੋਰਚਾ ਜਿਹੜਾ ਵਹ ਇਹ ਮੋਰਚਾ ਐਂਡ ਤੇ ਆਇਆ। ਦੇਖੋ ਇਹ 1922 ਦੀ ਗੱਲ ਹੈ ਹਾਂਜੀ, ਤੇ ਸਿੱਖਾਂ ਨੇ ਸੋਚਿਆ ਕਿ ਹੁਣ ਮੋਰਚੇ ਖਤਮ ਹੋ ਗਏ, ਇਹਨੇ ਨਹੀਂ ਪਤਾ ਕਿ ਹਾਲੇ ਬੜੀਆਂ ਕੁਰਬਾਨੀਆਂ ਹੋਰ ਦੇਣੀਆਂ ਹਾਲੇ ਬੜਾ। ਬਟ ਮੈਂ ਐਕਟਿਵਿਜ਼ਮ ਦੀ ਗੱਲ ਕਰਦਾ ਪਿਆ, ਅੱਜ ਕੱਲ ਬੱਚੇ ਬੜੇ ਐਕਟਿਵਿਜ਼ਮ ਵਿੱਚ ਇਨਵੋਲਵਡ ਹਨ, ਬੜੇ ਬੜੀ ਜਗ੍ਹਾ ਹੁੰਦੇ ਨੇ, ਲੈਕਚਰਸ ਬੜੇ ਹੁੰਦੇ ਨੇ ਐਕਟਿਵਿਜ਼ਮ ਵਿੱਚ। ਮੈਂ ਇੱਥੇ ਗੱਲ ਇੱਕ ਕਲੈਰਿਟੀ ਮੈਂ ਕਰ ਦਿਆਂ ਕਿ ਇੱਥੇ ਐਕਟਿਵਿਜ਼ਮ ਸਿੱਖੀਜ਼ਮ ਵਿੱਚ ਬਾਣੀ ਉਹੀ ਅਲਾਉਡ ਹੈ ਜਿਹੜੀ ਸਪਿਰਿਚੁਅਲ ਐਕਟਿਵਿਜ਼ਮ ਹੋਵੇ। ਹਾਂਜੀ, ਪੋਲੀਟੀਕਲ ਐਕਟਿਵਿਜ਼ਮ ਐਕਸੈਪਟ ਨਹੀਂ ਕੀਤੀ ਗਈ। ਇੱਥੇ ਵੀ ਸਤਨਾਮ ਵਾਹਿਗੁਰੂ ਸਵਾਏ ਪਹਿਲੇ ਉਹ ਛਿੱਟਾ ਦੇ ਕੇ ਅੰਮ੍ਰਿਤਪਾਨ ਕਰਵਾ ਕੇ ਛਿੱਟਾ ਦੇ ਕੇ ਤੇ ਭੇਜਿਆ ਜਾਂਦਾ ਸੀ ਜਥਿਆਂ ਨੂੰ, ਗੁਰੂ ਕੇ ਸਿੱਖ ਬਣਾ ਕੇ। ਹੈ ਜੀ, ਇਹ ਗੁਰੂ ਕੇ ਸਿੱਖ ਸਨ ਜਿਹੜੇ ਜਾਂਦੇ ਸਨ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ। ਤੇ ਇਹ ਐਜ਼ ਇਫ ਦਿਸ ਵਾਸ ਨਾਟ ਇਨਫ। ਤੇ ਅਗਲਾ ਸਾਕਾ ਜਿਹੜਾ ਮੈਂ ਸੁਣਾਣਾ, I'm going to take a few minute break, ਦੋ ਪੰਜਾ ਸਾਹਿਬ ਵਾਲਾ। ਤੇ ਇਹ ਜਿਹੜੇ ਪ੍ਰਿਜ਼ਨਰ ਭਰੇ ਗਏ ਜਦੋਂ, ਤੇ ਇਹ ਪ੍ਰਿਜ਼ਨਰਸ ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਗ੍ਹਾ ਨਾ ਰਹੀ, ਗਵਰਨਮੈਂਟ ਨੂੰ ਫਿਕਰ ਪੈ ਗਈ ਵੀ ਜੇਲ੍ਹਾਂ ਭਰ ਗਈਆਂ, ਕਿੱਥੇ ਰੱਖਾਂਗੇ। ਜੋ ਕੈਨ somebody mention ਸਭ ਤੋਂ ਵੱਡੀ ਜੇਲ੍ਹ ਕਿਹੜੀ ਸੀ ਪੰਜਾਬ 'ਚ ਉਸ ਵੇਲੇ? ਇਹ ਮੁਗਲਾਂ ਦੇ ਟਾਈਮ ਦੀ ਜੇਲ੍ਹ ਸੀ। ਸਿੱਖਾਂ ਨੇ ਬੜੇ ਜੇਲ੍ਹਾਂ ਕੱਟੀਆਂ ਉੱਥੇ। Does anybody remember? ਲਾਹੌਰ ਵਿੱਚ ਜੇਲ੍ਹ ਸੀ, ਬੜੀ ਮਸ਼ਹੂਰ ਹੈ ਲਾਹੌਰ ਦੇ ਕੋਲ ਜੇਲ੍ਹ, ਕੋਟ ਲਖਪਤ, ਰਾਏ ਦੀ ਜੇਲ੍ਹ ਸੀ ਉਹ, ਉਹਦੇ ਹੁਣ ਤੱਕ ਹੈ ਜੇਲ੍ਹ ਪ੍ਰੋਬਬਲੀ। ਤੇ ਉਹਨਾਂ ਜੇਲ੍ਹਾਂ ਵਿੱਚ ਜਦੋਂ ਜਗ੍ਹਾ ਘੱਟ ਗਈ ਤੇ ਇਹਨਾਂ ਨੇ ਕਿਹਾ ਕਿ ਹੁਣ ਫਰੰਟੀਅਰ ਦੇ ਜੇਲ੍ਹਾਂ ਵਿੱਚ, ਨਾਰਥ ਵੈਸਟਰਨ ਫਰੰਟੀਅਰ ਦੇ ਜੇਲ੍ਹਾਂ 'ਚ ਸਿੱਖਾਂ ਨੂੰ ਭੇਜਾਂਗੇ। ਤੇ ਉੱਥੇ ਅਟਕ ਬੜੀ ਵੱਡੀ ਜੇਲ੍ਹ ਹੈ, which is about 10 miles away from ਹਸਨ ਅਬਦਾਲ, ਜਿੱਥੇ ਪੰਜਾ ਸਾਹਿਬ ਗੁਰਦੁਆਰਾ ਹੈ। ਤੇ ਇਹਨਾਂ ਬਹਿਰੋਮੀਆਂ ਨੇ ਇਹ ਇਤਨੇ ਜ਼ਾਲਮ ਸਨ ਕਿ 3-3 ਦਿਨ ਸਿੱਖ ਪ੍ਰਿਜ਼ਨਰ ਨੂੰ ਭੁੱਖਾ ਰੱਖਣਾ ਇਹਨਾਂ ਨੇ ਮਾਰਨ ਵਾਸਤੇ, ਜੇਲ੍ਹ 'ਚ ਭੇਜਣਾ, ਗੱਡੀਆਂ 'ਚ ਪਾ ਦੇਣਾ ਇਹਨਾਂ ਨੂੰ, 3-3 ਦਿਨ ਖਾਣਾ ਨਾ ਖਵਾਉਣਾ ਉੱਥੇ। ਤੇ ਅਗਲਾ ਮੋਰਚਾ ਜਿਹੜਾ ਵਾ ਪੰਜਾ ਸਾਹਿਬ ਲੱਗਿਆ, which I'm going to talk about right now, ਜਦੋਂ 3 ਦਿਨ ਦੇ 2-3 ਦੇ ਭੁੱਖੇ ਸਿੱਖ, ਪਤਾ ਲੱਗਿਆ ਵੀ ਅਕਾਲੀਆਂ ਦੀ, ਪਤਾ ਲੱਗਿਆ ਵੀ ਇਹਨਾਂ ਸ਼ਹੀਦੀ ਜਥਿਆਂ ਦੀ ਟ੍ਰੇਨ ਵਿੱਚ ਜਿਹੜੇ ਬੈਠੇ ਹਨ। ਤੇ ਉੱਥੇ ਗੁਰਮਤਾ ਜਿਹੜਾ ਪਾਸ ਹੋਇਆ ਉਹ ਹੁਣ ਮੈਂ ਕਰਾਂਗਾ ਕਿ ਟ੍ਰੇਨ ਬਗੈਰ ਲੰਗਰ ਛਕਵਾਏ ਅਸੀਂ ਇਸ ਗੱਡੀ ਨੂੰ ਜਾਣ ਨਹੀਂ ਦੇਣਾ ਅੱਗੇ। I'm going to stop for a second and ask if anybody has a question or they want to comment, and please share with me ਅਗਰ ਤੁਹਾਡੇ ਆਪਣੀ ਫੈਮਿਲੀ ਵਿੱਚੋਂ ਕੋਈ ਗਿਆ ਹੋਵੇ ਗੁਰੂ ਕਾ ਬਾਗ ਜਥੇ ਵਿੱਚ, ਜਾਂ ਕੋਈ ਸ਼ਹੀਦੀ ਜਥਿਆਂ ਸ਼ਾਮਿਲ ਹੋਇਆ ਹੋਵੇ, ਜਾਂ if you personally know somebody ਜਿਹੜੇ ਗੁਰੂ ਕੇ ਬਾਗ ਜਥਿਆਂ ਵਿੱਚ ਅਰੈਸਟ ਹੋ ਗਿਆ ਹੋਣ। ਸਾਡੀ ਫੈਮਿਲੀ ਵਿੱਚ ਇੱਕ ਪਰਸਨ I know who went, they was not beaten up, but they went and got arrested, and they were a part of the jatha. But if anybody else has anybody, do they know from their families or
first person cho, please share with me ji. I'll love to hear that story, or any general comment you have after listening to this dreadful event handshake history there. Hanji. No questions, nothing, zero. Koi comment koi hove, koi hanji ho. Viji, question, Sikha the side to, who was the organizing this? Who was guiding the Sikhs at that time? Akal Takht was organizing everything. The Akalis were organizing it. Gurdwara Sudhar movement de us wale jehde leader jehde san, Baba Khadak Singh auri Sundar Singh Majithia vi san naal, Bhai Singh Nabha, jehde vadde us wale de san, jehde leader jehde san. Masha Tara Singh was little bit younger those days. He also was a part of the Jatha, and he was, by the way, jado Akali jado arrest hoye te Masha Tara Singh vi arrest hoye. Eh 5-6 ਜਿਹੜੇ ਵੱਡੇ ਨਾਂ ਜਿਹੜੇ ਆਂਦੇ ਹਨ ਪ੍ਰੀਤ ਜੀ, ਜਿਹੜੇ ਆਰਗੇਨਾਈਜ਼ ਕਰਦੇ ਸਨ ਸਾਰੇ। ਪਰ ਜਜ਼ਬਾ ਬੜਾ ਸੀ ਨਾ ਪ੍ਰੀਤ ਜੀ ਉਹਨਾਂ ਦਿਨਾਂ ਵਿੱਚ। ਉਹਨਾਂ ਦਿਨਾਂ 'ਚ ਇਹ ਬੜਾ ਸੀ ਕਿ ਹੁਣ ਕੋਈ ਸ਼ਾਇਦ ਡਰ ਮਾਰੇ ਨਾ, ਹੁਣ ਕੋਈ ਇਹ ਸੋਚੇ ਕਿ ਮੇਰਾ ਨਾਂ ਹੀ ਨਾ ਕੋਈ ਲਿਖਾ ਦੇਵੇ ਕਿਧਰੇ, ਔਰ ਉਸ ਵੇਲੇ ਉਲਟਾ ਸੀ ਕੰਮ ਬੜਾ। ਹੁਣ ਮੁਸ਼ਕਿਲ ਹੈ ਕਰਨਾ ਬੜਾ। I don't know how many of us will let our 20-year-old to go and face this fate, I don't know how many of us will send our children, or I don't know how many of us will really go and stand in line and say ki nahi meri wari pehle karo ji tusi. I don't know, we have the sade chitni spiritual te mental strength hai ki nahi, pata nahi. I hope I'm wrong, but I don't know whether we have that strength. Anybody else has any questions? Any Preet, you have any more comments, question ko pata hove? No, I will actually ask Mom. She always mentions these things, but I will get some more details from her before sharing. Yeah. Badiya family cho jede jathe jede gaye hain jede, I know of one sadi family cho, that know of one that who participated in Nankana Sahib de Jaito de morche, which I know 2 or 3 people. Jehda morcha agla jehda Panjay Sahib to baad jehda morcha lagya hai jehda, that was even more deadly, because here they beat people up with lathis. There they beat people up with lathis also the same exact way, but utthe they also had put a machine gun on top of the on their van, jehdi police van di hundi si, and they used to use that also to disperse the crowds, to utthe jana zyada kiye hain, wo bahut bloody si Jaito Gangsar wala. We will go through those events also in Sikh history, पर सुन के ਤੁਹਾਨੂੰ ਇਸ ਗੱਲ ਦਾ ਇੱਕ ਅੰਦਾਜ਼ਾ ਤਾਂ ਹੋਇਆ ਹੋਣਾ ਕਿ what we went through, और इस कौम ने, और मैं उस दिन गल कीती, उस दिन की अंगद नाल गल कर रहे सी, my son, I said कि he was talking कि सिखां ने सारियां जेलां देखी हैं, लोधियां दी जेल भी देखी है, मुगलां दी जेल भी देखी है, ਉਹਦੇ ਚ ਗਏ ਆ, ਗੁਰੂ ਨਾਨਕ ਸਾਹਿਬ ਪਹਿਲੇ ਗਏ ਹਨ, ਹਾਂਜੀ, ਮੁਗਲਾਂ ਦੀ ਜੇਲ੍ਹ ਚ ਗਏ ਹਨ, ਤਵੀ ਤਵੀ ਬੈਠੇ। ਮੁਗਲਾਂ ਦੀ ਜੇਲ੍ਹ ਖਤਮ ਹੋਈ ਤੇ ਪੰਜਾਬ ਆਲਮੋਸਟ ਸੈਮੀ ਆਟੋਨੋਮਸ ਹੋ ਗਿਆ, ਜ਼ਕਰੀਆ ਖਾਨ ਦੀ ਜੇਲ੍ਹ ਚ ਗਏ ਹਨ, ਮੀਰ ਮਨੂੰ ਦੀ ਜੇਲ੍ਹ ਚ ਗਏ ਹਨ, ਤੇ ਜਦੋਂ ਸੈਮੀ ਆਟੋਨੋਮਸ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣਿਆ, ਜਦੋਂ ਇਟ ਬਿਕੇਮ ਦਾ ਕਾਬੁਲ ਦਾ ਹਿੱਸਾ ਬਣਿਆ, ਅਬਦਾਲੀ ਦੀ ਜੇਲ੍ਹ ਚ ਗਏ ਹਨ। ਤੇ ਐਜ਼ ਇਫ that was not enough, ਬ੍ਰਿਟਿਸ਼ ਆਏ, ਉਹਨਾਂ ਦੀ ਜੇਲ੍ਹ ਚ ਗਏ ਹਨ। ਪਰ ਇਹ ਨਾ ਕੋਈ ਸੋਚੇ ਕਿ ਉਹ ਗਏ ਹਨ ਤੇ ਹਿੰਦੁਸਤਾਨ ਆਜ਼ਾਦ ਹੋ ਗਿਆ, ਤੇ ਆਜ਼ਾਦ ਹਿੰਦੁਸਤਾਨ ਦੀ ਜੇਲ੍ਹਾਂ ਚ ਗਏ ਹਨ। ਸੋ ਜੇਲ੍ਹਾਂ ਨਾਲ ਰਿਸ਼ਤਾ ਇਸ ਕੌਮ ਦਾ ਪੁਰਾਣਾ ਹੈ, so I want to stress this, because ਇਹ ਪੂਰਨੇ ਗੁਰੂ ਨਾਨਕ ਨੇ ਪਾਏ ਹਨ। ਉਹ ਪਹਿਲੇ, ਉਹ ਫਸਟ ਸਨ ਜਾਣ ਵਾਲੇ, ਚੱਕੀ ਚਲਾਈ ਹੈ ਉਹਨਾਂ ਨੇ, ਆਪੇ ਚੱਕੀ ਚੱਲੀ ਹੈ, ਉਹਨਾਂ ਨੇ ਚਲਾਈ, that is different, ਪਰ ਜੇਲ੍ਹ ਗਏ ਹਨ ਜ਼ਰੂਰ। ਅਹਿਮਦਾਬਾਦ ਜੇਲ੍ਹ ਚ ਜਦੋਂ ਸਾਖੀਆਂ ਚ ਗੱਲ ਆਈ ਹੈ, ਗੁਰੂ ਨਾਨਕ ਚਮਤਕਾਰ ਚ ਗੱਲ ਆਈ, ਤਾਰੀਖ ਗੁਰੂ ਖਾਲਸਾ ਚ ਗੱਲ ਪੁਸ਼ਟੀ ਹੁੰਦੀ ਹੈ, ਗੁਰੂ ਨਾਨਕ ਸਭ ਤੋਂ ਪਹਿਲੇ ਸਿੱਖ ਸਨ ਜਿਹੜੇ ਜੇਲ੍ਹ ਗਏ ਹਨ, ਜੇਲ੍ਹਾਂ ਭਰੀਆਂ ਉਹਨਾਂ ਉਹ ਸਾਰੀਆਂ, ਔਰ ਐਵਰੀ ਸਿੰਗਲ ਗਵਰਨਮੈਂਟ ਦੀਆਂ ਜੇਲ੍ਹਾਂ ਚ ਗਏ। ਕੋਈ ਇੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੈ। ਤੇ ਹਿੰਦੁਸਤਾਨ ਆਜ਼ਾਦ ਹੋਇਆ,
ਸੋਚਿਆ ਹੋਣਾ ਕਿ ਅਸੀਂ ਇਤਨੀਆਂ ਕੁਰਬਾਨੀਆਂ ਦਿੱਤੀਆਂ, ਸਭ ਤੋਂ ਜ਼ਿਆਦਾ ਕੁਰਬਾਨੀਆਂ ਇਸ ਕੌਮ ਨੇ ਦਿੱਤੀਆਂ, ਤੇ ਸਭ ਤੋਂ ਉੱਥੇ ਵੀ ਜੇਲ੍ਹ ਗਏ। ਪੰਜਾਬੀ ਸੂਬੇ ਦੀ ਲਹਿਰ ਚੱਲੀ ਜਦੋਂ, ਉਹ ਵੀ ਡਿਸਕਸ ਕਰਾਂਗੇ, ਉਹ ਵੀ ਕੋਈ ਛੋਟੀ ਲਹਿਰ ਨਹੀਂ ਸੀ। ਫਿਰ ਜਦੋਂ ਆਜ਼ਾਦੀ ਮਿਲੀ, ਜਦੋਂ ਸਭ ਨੂੰ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਹੋਇਆ। ਪੁਸ਼ਤਾਂ ਤੋਂ ਰਹਿਣ ਵਾਲੇ ਲੋਕ ਕਿੱਥੇ, ਪਠਾਰ ਦੇ ਇਲਾਕੇ, ਨਨਕਾਣਾ ਤੁਸੀਂ ਅਲੱਗ ਕਰਤਾ ਸਾਡੇ ਤੋਂ, ਪੰਜਾ ਸਾਹਿਬ ਸਾਡੇ ਤੋਂ ਤੁਸੀਂ ਅਲੱਗ ਕਰ ਦਿੱਤਾ, ਚੋਆ ਸਾਹਿਬ ਅਲੱਗ ਕਰ ਦਿੱਤਾ, ਮੁਲਤਾਨ ਅਲੱਗ ਕਰ ਦਿੱਤਾ, ਹਾਂਜੀ। ਫਿਰ ਉਹ ਅਲੱਗ ਹੋਏ, ਉਹ ਸਾਡੇ ਕੋਲ ਸੀਗੇ। ਸਾਡੀ ਕੀਰਤਨ ਦੀ ਪ੍ਰਥਾ ਤੁਸੀਂ ਛੀਨ ਲਿੱਤੀ, ਰਬਾਬੀ ਅਲੱਗ ਕਰ ਲਿੱਤੇ ਸਾਡੇ ਤੋਂ, ਸਾਰੇ ਰਬਾਬੀ ਚਲੇ ਗਏ ਪਾਕਿਸਤਾਨ। ਬਹੁਤ I just want to make sure ਕਿ ਜੇਲ੍ਹ ਜਿਹੜੀਆਂ ਹਨ ਸਿਰਫ ਬ੍ਰਿਟਿਸ਼ ਜੇਲ੍ਹ ਦੀਆਂ ਨਹੀਂ, ਚੱਕਰ ਇਹ ਸਾਰੀਆਂ ਜੇਲ੍ਹਾਂ, ਐਵਰੀ ਸਿੰਗਲ ਗਵਰਨਮੈਂਟ ਦੀ ਜੇਲ੍ਹ ਵਿੱਚ ਜੇਲ੍ਹ ਦੇ ਦਰਸ਼ਨ ਕੀਤੇ ਹਨ ਸੀ। ਹਾਂਜੀ। I'm going to start on the next chapter now. I'm going to wait 30 seconds more and see if anybody. Vijay, I had two questions. One is, what would make a Qawm that was so militant take a peaceful route? Like what other events would have happened after 1850s, let's say, that they take this peaceful route? Because in the blood is not to just take a hit. That's right. The blood is to hit back, right? So that's right. So it's not just be ardas kiti. Some other things have to happen to get them to understand that, right? Right. ਉਹ spiritual strength ਗੁਰਬਾਣੀ ਤੋਂ ਆਉਂਦੀ ਹੈ। ਉਹ spiritual strength ਜਿਹੜੀ ਹੈ ਉਹ ਬਾਣੀ ਦੇ ਅਵਸਰ ਤੋਂ ਆਉਂਦੀ ਹੈ। ਔਰ ਹੁਣ ਵੀ ਮੈਂ ਇੱਕ ਗੱਲ ਕਹਿ ਦਿਆਂ, I want to say this, the first British officer ਜਿਸਨੇ, ਉਹਦਾ ਨਾਂ ਹੈ CMBT, BEUTTY, some strange name ਹੈ ਉਹਦਾ, ਜਿਹਨੇ ਸਭ ਤੋਂ ਜ਼ਿਆਦਾ ਲਾਠੀਆਂ ਚਲਾਈਆਂ ਹਨ। ਤੇ ਹੁਣ ਸਾਰੇ ਉਹਨਾਂ ਵਰਗੇ ਨਹੀਂ ਹੋ ਸਕਦੇ। ਬੱਬਰ ਅਕਾਲੀ ਲਹਿਰ ਜਦੋਂ ਚੱਲੀ, ਤੇ ਕਈ ਜਵਾਨ ਹੁਣ ਮਲਵਈ ਸਿੱਖ ਜਿਹੜੇ ਹਨ ਸਦਨ ਪੰਜਾਬ ਦੇ, ਉਹ ਫਿਰ 7-7, 6.5 ਫੁੱਟ ਦੇ ਜਵਾਨ, ਤੇ ਇਹ ਮਾਰਸ਼ਲ ਕੌਮ ਹੈ ਹੁਣ, ਜਿਸਨੇ ਕਦੀ ਥੱਲੇ ਉੱਠ ਕੇ ਕਦੀ ਇਹੋ ਜਿਹੀ ਚੀਜ਼ਾਂ ਖਾਧੀਆਂ ਨਹੀਂ ਕਦੀ। ਤੇ ਇਹਨਾਂ ਨੇ, ਪੰਥ ਨੇ, ਉਹ ਆਪਣੇ ਫੈਸਲੇ ਲੈਂਦੇ। ਇਹਨਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਹਿੰਦੁਸਤਾਨ ਤੋਂ ਜ਼ਿੰਦਾ ਤੇ ਜਾਣ ਨਹੀਂ ਦੇਣਾ ਸੀ ਵਾਪਸ। ਅਸੀਂ ਇਹਨੂੰ ਇੰਗਲੈਂਡ ਜਾਣ ਤੋਂ ਪਹਿਲੇ ਇਹਦਾ ਸਫਾਇਆ ਸੀ ਕਰ ਦੇਣਾ। ਐਂਡ ਦੇ ਕਿਲਡ ਹਿਮ ਇਨ 1924, 1925 ਵਿੱਚ। ਇਹ ਕਿਧਰੇ ਬੋਲਣ ਵਾਸਤੇ ਗਿਆ ਉੱਥੇ, ਤੇ ਇਹ ਤਿਆਰ ਸਨ। ਬੱਬਰ ਅਕਾਲੀ ਲਹਿਰ ਚਲੋ ਉਸ ਲਈ ਉਹ ਵੀ। ਹੁਣ ਐਜ਼ ਜਸਪਾਲ ਵੀਰ ਜੀ ਮੈਂਸ਼ਨ ਕਿ ਇਹ ਸਟਰੈਂਥ ਕਿੱਥੋਂ ਆਈ ਮੈਨੂੰ ਨਹੀਂ ਪਤਾ, ਬਾਣੀ ਤੋਂ ਆਈ ਸਟਰੈਂਥ। ਪਰ ਐਜ਼ ਵੀਰ ਜੀ ਯੂ ਜਸਟ ਸ਼ੇਅਰਡ ਦੋ ਕਿ ਸਾਡੀ ਨਾਰਮਲ ਰਿਐਕਸ਼ਨ ਤੇ ਹੈ ਹੀ ਨਹੀਂ ਨਾ ਇਹ ਵਾਲੀ। ਸਾਡੀ ਨਾਰਮਲ ਰਿਐਕਸ਼ਨ ਹੈ, you hit us and you better be careful because we're going to come right back at you right now. And we really don't care. ਸਾਡੀ ਗਿਣਤੀ ਅਗਰ, ਔਰ ਮੈਂ ਕਈ ਕੱਲ ਮੈਂ ਉਹੀ ਸੋਚਦਾ ਪਿਆ ਸੀ ਕਿ 1.25 ਲੱਖ ਸੇ 1 ਲੜਾऊं, ਉਹਨਾਂ ਨੇ ਖਾਲੀ ਲਿਖਿਆ ਨਹੀਂ ਹੈ, 1.25 ਲੱਖ ਇੱਕ ਲੜਿਆ ਹੈ, 1.25 ਲੱਖ ਨਾਲ। Exactly. Yeah. Because the outcome is the same. The outcome is you're going to be in jail or you're going to die or something. The outcome is going to be the same. That's exactly right. Either you hit or you get hit. That's right. ਪਰ ਇੱਥੇ ਸਟਰੈਂਥ ਉਹਨਾਂ ਦੀ ਦੂਸਰੀ ਦਿਖਾਈ ਜਸਪਾਲ ਵੀਰ ਜੀ ਇਹਨਾਂ ਨੇ। ਧੰਨ ਸਨ ਜਿਹੜੇ ਕਰਨ ਵਾਲੇ। ਸੋ ਦੋਨੋਂ ਸਟਰੈਂਥ ਅਸੀਂ ਦੇਖੀਆਂ ਹਨ। ਇੱਕ ਸਟਰੈਂਥ ਦੇਖੀ ਹੈ ਵੱਡੇ ਘੱਲੂਘਾਰੇ ਵਾਲੇ ਵੀ ਸਟਰੈਂਥ ਦੇਖੀ ਹੈ, ਹਾਂਜੀ, ਇੱਕ ਛੋਟੇ ਘੱਲੂਘਾਰੇ ਵਾਲੇ ਉਹ ਵੀ ਸਟਰੈਂਥ ਦੇਖੀ ਹੈ, ਤੇ ਇੱਕ ਇਹਨਾਂ 'ਚ ਦੇਖੀ ਹੈ। So Viji, I had one other thing for you. So I talk to veterans quite a bit sometimes, Kamte and stuff. They have a hard time coming back. Je tusi kisi nu marya hove, your mental state is not always the same. Right, if you've killed somebody or you're never mentally the same. So ਉਹਨਾਂ ਦਾ ਕੀ ਹਾਲ ਹੋਏਗਾ ਜਿਹੜੇ ਮਾਰਦੇ ਸੀਗੇ ਲਾਠੀਆਂ? ਦੇਖੋ ਉਹ ਕਿਦਾਂ ਘਰ ਜਾ ਕੇ ਸੌਂਦੇ ਸੀਗੇ, ਪਰ ਫੈਮਿਲੀ ਚ ਰਹਿੰਦੇ ਸੀ। ਔਰ ਮੈਂ ਇਸੇ ਬਾਰੇ ਕੱਲ ਬਹੁਤ ਸੋਚਦਾ ਰਿਹਾ ਕਿ ਜਿਸ ਆਫੀਸਰ ਨੇ, ਔਰ ਦੇਖੋ ਕਹਿੰਦੇ ਨੇ ਕਿ ਰੀਜ਼ਨ ਦੇ ਵਿਚ ਸੋ ਮੈਨੀ, ਨਾਰਮਲੀ ਪੁਲਿਸ ਜਦੋਂ ਜਾਂਦੀ ਸੀ ਤੇ ਗੋਰਾ ਇੱਕ ਹੁੰਦਾ ਸੀ ਖਾਲੀ ਬਸ, ਬਾਕੀ ਸਾਰੇ ਨਾਰਮਲੀ ਉਹਨਾਂ ਦੇ ਜਿਹੜੇ ਹਾਇਰਡ ਜਿਹੜੇ ਇੰਡੀਅਨ ਸਨ, ਜਿਹੜੇ ਗੋਰਖੇ ਹੁੰਦੇ ਸਨ ਜਾਂ ਪੂਰਬੀਆ ਹੁੰਦੇ ਸਨ ਜਾਂ ਕਈ ਪਠਾਨ ਸੋਲਜਰ ਸਨ। ਪਰ ਇੱਥੇ ਬ੍ਰਿਟਿਸ਼ ਆਫੀਸਰਸ ਬਹੁਤ ਸਨ ਗੁਰੂ ਕੇ ਬਾਗ ਮੋਰਚੇ ਵਿੱਚ।
ਔਰ ਜੈਤੋਗਨ ਸਰ ਦੇ ਮੋਰਚੇ ਵਿੱਚ ਹੀ ਸੇਮ ਰਿਹਾ, ਜਿਹੜਾ ਮੋਰਚਾ ਅਗਲਾ ਡਿਸਕਸ ਕਰਨਾ ਹੈ ਮੈਂ ਅੱਜ ਇਸ ਹਫਤੇ ਨਹੀਂ, ਬਟ ਇਹ ਹੁਣੇ ਪੰਜਾ ਸਾਹਿਬ ਦਾ ਮੈਂ ਸਾਕਾ ਜਿਹੜਾ ਸੁਣਾਣਾ ਤੁਹਾਨੂੰ ਮੈਂ ਉਹ ਸ਼ੇਅਰ ਕਰਨਾ ਹੈ ਤੁਹਾਡੇ ਨਾਲ ਮੈਂ। ਤੇ ਇਹ ਉਹਨਾਂ ਵਿੱਚ I can imagine ਜਸਪਾਲ ਵੀਰ ਜੀ when they used to go home what kind of people they might have been. I can't imagine ਕਿ ਉਹਨਾਂ ਦੀ ਲਾਈਫ ਵਿੱਚ ਇਹ ਹੋਇਆ ਨਾ ਹੋਇਆ ਕਿ ਅੱਜ I hit 20 or 30 people today and I almost killed them with I think it's easier to shoot a bullet, Virji, I feel personally, than to hit a person 10 times until they almost die. I don't know, I think the hitting is probably takes more mental strength than to shooting a bullet, I think. I personally feel that. But I get your point. Yeah. Anybody else though ji, any questions or any koi sawal hove, koi share karna hove apni feelings se, I'll be stopping. October ਵਿੱਚ 30th of October 29 ਅਕਤੂਬਰ ਨੂੰ ਜਦੋਂ ਬ੍ਰਿਟਿਸ਼ ਗਵਰਨਮੈਂਟ ਨੂੰ ਪਤਾ ਲੱਗਿਆ ਕਿ ਇਹ ਅਕਤੂਬਰ ਦੇ ਤੀਸਰੇ ਹਫਤੇ ਦੀ ਗੱਲ ਹੋਣੀ ਹੈ, ਜਦੋਂ ਕਿਉਂਕਿ ਤੁਸੀਂ ਦੇਖੋ ਨਾ ਸਪਟੈਂਬਰ ਵਿੱਚ ਆਇਆ ਗਵਰਨਰ ਤੇ ਇਹਨੇ ਕਿਹਾ ਕਿ ਹੁਣ ਮਾਰਿਆ ਨਹੀਂ ਜੇਲ੍ਹਾਂ 'ਚ ਭਰੋ ਇਹਨਾਂ ਨੂੰ, ਤੇ ਜਦੋਂ ਇਹ ਫੈਸਲਾ ਲਿੱਤਾ ਗਿਆ ਤੇ ਜੇਲ੍ਹਾਂ ਭਰ ਗਈਆਂ ਪੰਜਾਬ ਦੀਆਂ, ਜਗ੍ਹਾ ਨਾ ਰਹੀ ਕਿਧਰੇ ਰੱਖਣ ਦੀ। ਤੇ ਤੀਸਰੇ ਹਫਤੇ ਵਿੱਚ ਇਹਨਾਂ ਨੇ ਪ੍ਰਿਜ਼ਨਰ ਜਿਹੜੇ ਸ਼ਿਪ ਕਰਨੇ ਸ਼ੁਰੂ ਕਰ ਦਿੱਤੇ, ਸਿੱਖ ਪ੍ਰਿਜ਼ਨਰਸ। ਹੁਣ ਉਹਨਾਂ ਦਿਨਾਂ ਵਿੱਚ ਆਵਾਜਾਈ ਦੇ ਇੰਨੇ ਸਾਧਨ ਨਹੀਂ ਸਨ, ਇੰਨੇ ਟ੍ਰੇਨਾਂ ਵਿੱਚ ਪ੍ਰਿਜ਼ਨਰ ਪਾਣੇ, ਤੇ ਅਕਾਲੀਆਂ ਨੂੰ ਪਤਾ ਲੱਗਿਆ, ਸਿੱਖਾਂ ਨੂੰ ਪਤਾ ਲੱਗਿਆ ਵੀ ਇਹ ਟ੍ਰੇਨ 'ਚ ਪ੍ਰਿਜ਼ਨਰ ਪਾਉਂਦੇ ਹਨ ਲਾਹੌਰ ਤੋਂ ਜਾਂ ਅੰਮ੍ਰਿਤਸਰ ਤੋਂ, ਤੇ ਟ੍ਰੇਨਾਂ ਅਟਕ ਜਾਂਦੀਆਂ ਹਨ ਤੇ ਇਹ ਲੰਗਰ ਕੁਝ ਨਹੀਂ ਖਾਂਦੇ, ਭੁੱਖੇ ਸਿੱਖ ਪਹੁੰਚਦੇ ਹਨ ਉੱਥੇ। ਤੇ ਇੱਕ ਟ੍ਰੇਨ ਜਿਹੜੀ ਚੱਲੀ, ਜਿਹੜੀ 29 ਅਕਤੂਬਰ ਡੇਟ ਜਿਹੜੀ ਮਿਲਦੀ ਹੈ, 29th of October 1922 ਅੰਮ੍ਰਿਤਸਰ ਟ੍ਰੇਨ ਸਟੇਸ਼ਨ ਤੋਂ ਰਵਾਨਾ ਹੋਈ ਟ੍ਰੇਨ ਸਿੱਖ ਪ੍ਰਿਜ਼ਨਰਸ ਨਾਲ। ਟੋਟਲ ਨੰਬਰ ਆਫ ਪ੍ਰਿਜ਼ਨਰਸ ਕਿੰਨੇ ਸਨ ਉਹਦੇ 'ਚ ਇਹ ਕਹਿਣਾ ਮੁਸ਼ਕਿਲ ਹੈ, 300 ਤੋਂ 400 ਦਾ ਅੰਦਾਜ਼ਾ ਜਿਹੜਾ ਮਿਲਦਾ ਹੈ ਹਿਸਟੋਰੀਕਲ ਬੁੱਕਸ ਵਿੱਚ। ਇਹ ਟ੍ਰੇਨ ਰਵਾਨਾ ਹੋਈ 29 ਨੂੰ, 30 ਨੂੰ ਪਹੁੰਚੀ ਰਾਵਲਪਿੰਡੀ, ਤੇ ਰਾਵਲਪਿੰਡੀ ਟ੍ਰੇਨ ਸਟੇਸ਼ਨ ਤੇ ਸਿੱਖਾਂ ਨੇ ਨੋਟਿਸ ਕੀਤਾ ਕਿ ਇਹਦੇ ਵਿੱਚ ਸਿੱਖ ਪ੍ਰਿਜ਼ਨਰਸ ਹਨ। ਹਿਸਟਰੀ ਲਿਖਿਆ ਤਾਰਾਂ ਉਸ ਵੇਲੇ ਟੈਲੀਗ੍ਰਾਫ ਹੁੰਦਾ ਸੀ, ਮੇਨ ਮੋਡ ਆਫ ਕਮਿਊਨੀਕੇਸ਼ਨ, ਯੂ ਨੋ। ਹਸਨ ਅਬਦਾਲ ਪਹੁੰਚੀਆਂ ਪੰਜਾ ਸਾਹਿਬ, ਇਹ ਗੱਲ ਪਹੁੰਚ ਗਈ ਵੀ ਇਹ ਟ੍ਰੇਨ ਜਿਹੜੀ ਹੈ ਇਹ ਇੱਥੋਂ ਹੁਣ ਚੱਲਣੀ ਹੈ, ਅਸੀਂ ਕੁਝ ਨਹੀਂ ਕਰ ਸਕਦੇ, ਪੁਲਿਸ ਦਾ ਘੇਰਾ ਬੜਾ ਵੱਡਾ ਹੈ, ਤੇ ਇਹ ਟ੍ਰੇਨ ਭੁੱਖੇ ਹਨ ਸਿੰਘ ਬੜੇ ਦਿਨਾਂ ਤੋਂ, ਤੇ ਇਹਨਾਂ ਨੂੰ ਲੰਗਰ ਛਕਵਾ ਕੇ, ਪੰਜਾ ਸਾਹਿਬ ਲੰਗਰ ਛਕਵਾ ਕੇ ਤੇ ਟ੍ਰੇਨ ਨੂੰ ਅੱਗੇ ਜਾਣ ਦਿੱਤਾ ਜਾਏ। ਖਬਰ ਜਦੋਂ ਗੁਰਦੁਆਰੇ ਜਦੋਂ ਪਹੁੰਚੀ, ਜਦੋਂ ਤੇ 24 ਸਾਲ ਦੀ ਉਮਰ ਸੀ ਭਾਈ ਪ੍ਰਤਾਪ ਸਿੰਘ ਹਰਾਂ ਦੀ, ਜਿਹੜੇ ਹੈਡ ਸਨ ਉਸ ਵੇਲੇ, ਟ੍ਰੈਜਰਰ ਸਨ ਗੁਰਦੁਆਰੇ ਦੇ, ਜਦੋਂ ਪਤਾ ਲੱਗੀ ਉਹਨਾਂ ਨੂੰ ਖਬਰ, ਤੇ ਬੜੇ ਉਤਸੁਕ ਹੋ ਗਏ ਸਿੱਖ। ਕੋਈ ਬਹੁਤ ਵੱਡੀ ਪਾਪੂਲੇਸ਼ਨ ਨਹੀਂ ਸੀ ਉਹਨਾਂ ਦਿਨਾਂ ਵਿੱਚ ਹਸਨ ਅਬਦਾਲ ਵਿੱਚ ਸਿੱਖਾਂ ਦੀ, ਜਿੱਥੇ ਪੰਜਾ ਸਾਹਿਬ ਗੁਰਦੁਆਰਾ ਹੈ ਉੱਥੇ, ਲੇਕਿਨ ਸਿੱਖਾਂ ਦੀ ਪਾਪੂਲੇਸ਼ਨ, ਸਿੱਖਾਂ ਦੇ ਘਰ ਕਾਫੀ ਸਨ ਉਸ ਵੇਲੇ, ਐਸੀ ਗੱਲ ਨਹੀਂ ਹੈ। ਮੈਂ ਸੁਣਿਆ 500 ਤੋਂ ਲੈ ਕੇ 1000 ਤੱਕ ਦੇ ਹੋਣੀ ਪਾਪੂਲੇਸ਼ਨ ਸਿੱਖਾਂ ਦੀ ਹੋਏਗੀ ਉਸ ਵੇਲੇ, ਪਰ ਇਹ 1922 ਦੀ ਗੱਲ ਹੈ, ਯੂ ਨੋ, ਬਾਅਦ ਵਿੱਚ ਸ਼ਾਇਦ ਵੱਧ ਗਈ ਹੋਵੇ ਪਾਪੂਲੇਸ਼ਨ। ਤੇ ਜੀ ਉੱਥੇ ਫੈਸਲਾ ਹੋ ਗਿਆ ਜੀ ਕਿ ਅਸੀਂ ਇਹ ਟ੍ਰੇਨ ਰੋਕਣੀ ਹੈ, ਅਸੀਂ ਇਹ ਟ੍ਰੇਨ ਬਗੈਰ ਲੰਗਰ ਛਕਵਾਏ ਅਸੀਂ ਨਹੀਂ ਜਾਣ ਦੇਣੀ ਹੈ, ਜੋ ਮਰਜ਼ੀ ਹੋ ਜਾਏ, ਟਸ ਤੋਂ ਮਸ ਨਹੀਂ ਹੋਣਾ। ਅਸੀਂ ਗੁਰਮਤਾ ਪਾਸ ਹੋ ਗਿਆ, ਬਸ ਇੱਕ ਵਾਰੀ ਗੁਰਮਤਾ ਅਰਦਾਸ ਹੋਣ ਤੋਂ ਬਾਅਦ ਤੇ ਫਿਰ ਕੋਈ ਰਹਿ ਹੀ ਨਹੀਂ ਗੱਲ। ਤੇ ਮੈਂ ਗੁਰਮਤੇ ਤੋਂ ਗੱਲ, ਮੈਨੂੰ ਦੂਸਰਾ ਗੁਰਮਤਾ ਯਾਦ ਆਇਆ, ਅਕਾਲੀ ਫੂਲਾ ਸਿੰਘ ਹਰਾਂ ਦਾ, ਨੌਸ਼ਹਿਰੇ ਦੀ ਜੰਗ ਵਿੱਚ। ਉੱਥੇ ਜਦੋਂ ਇਹ ਗੱਲ 1818 ਦੀ ਹੈ, ਮੈਂ ਗੱਲ ਕਰ ਰਿਹਾ ਤੁਹਾਨੂੰ, ਮੈਂ ਥੋੜਾ ਜਿਹਾ ਸਾਈਡ ਟ੍ਰਿਕ ਲਵਾਂ ਇੱਥੋਂ, ਆਈ ਵਿਲ ਸ਼ੇਅਰ ਦੈਟ ਵਿਦ ਐਵਰੀਬਡੀ। 900 ਸਾਲ ਗੁਲਾਮ ਰਿਹਾ ਮੁਲਕ ਇਹ, 900 ਸਾਲ ਹੈ ਜੀ, 900 years of foreign rule in Punjab, almost 900 years। ਤੇ ਮਹਾਰਾਜਾ 1818 ਵਿੱਚ ਮਹਾਰਾਜੇ ਨੇ ਹੁਕਮ ਕੀਤਾ ਜੀ ਪੇਸ਼ਾਵਰ ਫਤਿਹ ਕਰਨਾ ਅਸੀਂ, ਤੇ ਯਾਰ ਮੁਹੰਮਦ ਖਾਨ, ਦੋਸਤ ਮੁਹੰਮਦ ਨੂੰ ਪਤਾ ਲੱਗ ਗਿਆ ਸਿੱਖ ਫੌਜਾਂ ਆਈਆਂ ਹਨ, ਤੇ 4 ਵੱਡੇ ਸਿੰਘ ਜਰਨੈਲ, ਜਿਹੜੇ ਵੱਡੇ ਜਰਨੈਲ ਸਨ ਉਸ ਵੇਲੇ, ਯੂ ਨੋ, ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਬੁੱਧ ਸਿੰਘ ਵਾਲਾ, ਵੱਡੇ ਜਰਨੈਲ ਸਨ, ਨਿਡਰ ਜਰਨੈਲ ਵੱਡੇ ਸਿੰਘਾਂ ਦੇ।
ਪੰਜਾ ਸਾਹਿਬ ਜਦੋਂ ਫੌਜਾਂ ਜਦੋਂ ਪਹੁੰਚੀਆਂ ਜਦੋਂ ਤੇ ਕਿਸ ਨੇ ਜਵਾਬ ਦੇ ਦਿੱਤਾ ਕਿ ਇਹ ਅਰਦਾਸਾ ਸੋ ਦਿੱਤਾ ਅਕਾਲੀ ਫੂਲਾ ਸਿੰਘ ਹਰਾਂ ਨੇ, ਉਹ ਵੀ ਅਰਦਾਸ ਪੰਜਾ ਸਾਹਿਬ ਹੋਈ ਹੈ, ਤਾਂ ਮੈਂ ਇਹ ਵੀ ਅਰਦਾਸ ਪੰਜਾ ਸਾਹਿਬ ਹੋਈ ਹੈ ਅਰਦਾਸ, ਤੇ ਅਰਦਾਸਾ ਸੋ ਦਿੱਤਾ ਕਿ ਖਾਲਸਾ ਫੌਜਾਂ ਨੇ ਕੱਲ ਕੂਚ ਕਰ ਦੇਣਾ, no matter what we are going to go। ਤੇ ਸਿੰਘ ਖਬਰ ਲੈ ਕੇ ਆਇਆ ਕਿ ਨਹੀਂ, ਅਟਕ ਦਰਿਆ ਚੜਿਆ ਹੋਇਆ, ਨਾ ਲੈ ਕੇ ਜਾਓ ਫੌਜਾਂ, ਹਾਲੇ ਠੀਕ ਨਹੀਂ ਹੈ ਟਾਈਮ ਜਾਣ ਦਾ। ਤੇ ਮਹਾਰਾਜੇ ਨੇ ਕਿਹਾ, ਰੋਕ ਦਿੱਤੀ ਕਿ ਅਸੀਂ 2 ਦਿਨ ਡਿਲੇ ਕਰ ਦਿਆਂਗੇ। ਉੱਥੇ ਅਕਾਲੀ ਫੂਲਾ ਸਿੰਘ ਦੇ ਆਏ, ਸਿੰਘਾਂ ਦਾ ਗੁਰਮਤਾ ਪਾਸ ਹੋ ਗਿਆ ਸੀ, ਉਹ ਜਕਾਰਾ ਛੇੜ ਦਿੱਤਾ ਸੀ, ਤੁਸੀਂ ਜੇ ਬਾਅਦ ਚ ਆਣਾ ਤੂੰ ਆਪਣੀ ਆਰਮੀ ਲੈ ਕੇ ਬਾਅਦ ਚ ਆਈ, ਨਿਹੰਗ ਨਹੀਂ ਰੁਕਣਗੇ ਤੇਰੇ ਖਿਆਲ ਤੇ, ਸਿੰਘ ਨਹੀਂ ਰੁਕਣੇ ਤੇਰੇ ਖਿਆਲ ਤੇ। ਖੈਰ ਉਹ ਗੱਲ ਅਲੱਗ ਸੀ। ਤੇ ਇਹ ਗੱਲ ਮੈਂ ਦੱਸ ਦਿਆਂ, ਦਬਦਬਾ ਸਿੱਖਾਂ ਦਾ, ਜਿਹੜੇ ਡਰਾਉਂਦੇ ਸਨ ਪਹਿਲੇ ਹਿੰਦੁਸਤਾਨ ਨੂੰ, ਕਹਿੰਦੇ ਜਦੋਂ ਦੋਸਤ ਮੁਹੰਮਦ ਨੂੰ, ਯਾਰ ਮੁਹੰਮਦ ਖਾਨ ਨੂੰ ਪਤਾ ਲੱਗਿਆ ਕਿ ਸਿੱਖ ਜਰਨੈਲ, 4 ਵੱਡੇ ਸਿੱਖ ਜਰਨੈਲ ਹਸਨ ਅਬਦਾਲ ਬੈਠੇ ਹੋਏ ਹਨ, ਉਹ ਲੜੇ ਹੀ ਨਹੀਂ, ਤੁਹਾਨੂੰ ਪਤਾ ਹੋਏਗਾ ਇਸ ਗੱਲ ਦਾ, there was no battle that was fought, they just entered 1818 ਵਿੱਚ ਆਰਮੀ, they entered the Peshawar city without any opposition। ਇਹ ਪਠਾਨ ਸਨ ਜਿਹੜੇ 900 ਸਾਲ ਤੋਂ ਹਿੰਦੁਸਤਾਨ ਤੋਂ ਡਰਾਇਆ ਜਿਨ੍ਹਾਂ ਨੇ। So just imagine after 900 years ਜਦੋਂ ਸਿੱਖ ਆਰਮੀ ਨੇ ਐਂਟਰ ਕੀਤਾ ਹੋਣਾ ਪਿਸ਼ਾਵਰ ਉਸ ਵੇਲੇ। That is a separate part of Sikh history, one day we will share that also। ਪਰ ਇਹ ਅਰਦਾਸ ਵੀ ਹੋਈ ਹੁਣ ਪੰਜਾ ਸਾਹਿਬ, ਇਹ 1922 ਦੀ ਗੱਲ ਹੈ, ਕਿ ਅਰਦਾਸ ਇਹ ਕੀਤੀ ਗਈ ਕਿ ਅਸੀਂ ਜਿਹੜੇ ਹੁਣ ਚੱਲੇ ਆ ਨਾ, ਅਸੀਂ ਰੇਲਵੇ ਸਟੇਸ਼ਨ, ਅਸੀਂ ਕਿਸੇ ਨੇ ਜ਼ਿੰਦਾ ਨਹੀਂ ਵਾਪਸ ਆਉਣਾ, ਜੇ ਟ੍ਰੇਨ ਨਾ ਰੁਕੀ ਨਾ ਅਸੀਂ ਸਾਰੇ ਸ਼ਹੀਦੀ ਜੱਥਾ ਜਾਏਗਾ। ਤਾਂ ਉਹਨਾਂ ਨੇ ਡਿਕਲੇਅਰ ਕਰਦੇ ਕਿ ਜਿਨ੍ਹਾਂ ਨੇ ਜਾਨਾਂ ਨਹੀਂ ਦੇਣੀਆਂ ਉਹ ਨਾ ਜਾਏ ਸਾਡੇ ਨਾਲ। Who doesn't want to sit on the track and stop the train, don't bother coming with us, we don't, ਅਸੀਂ ਨਹੀਂ, ਤੁਸੀਂ ਜਿਹੜੇ ਜਾਏਗਾ ਨਾਲ ਉਹੀ ਜਿਹੜਾ ਸ਼ਹੀਦੀਆਂ ਵਾਸਤੇ ਜਾਏ। ਤੇ ਕਹਿੰਦੇ ਨੇ ਇੱਕ ਨਹੀਂ ਮੁੜਿਆ ਵਾਪਸ। ਲੰਗਰ ਤਿਆਰ ਹੋਇਆ ਪੰਜਾ ਸਾਹਿਬ, ਤੇ ਉਹਨਾਂ ਵਿੱਚੋਂ ਇੱਕ ਸ਼ਰਧਾਲੂ ਸਿੱਖ, ਮੈਂ ਨਾਂ ਉਹਨਾਂ ਦਾ ਲਵਾਂਗਾ ਜ਼ਰੂਰ, ਭਾਈ ਕਰਮ ਸਿੰਘ ਹੋਰੀ, ਮੈਂ ਦਰਸ਼ਨ ਮਨੇ ਕਿ ਕਿੱਥੇ ਕੀਤੇ, ਮੈਂ ਨਾਂ ਸੁਣਿਆ, ਫੋਟੋ ਦੇਖੀ ਹੋਈ ਹੈ, ਉਹ ਕਿਧਰੇ ਆਪਣੀ ਫੈਮਿਲੀ ਨਾਲ ਵਿਜ਼ਿਟ ਕਰਨ ਆਏ ਸਨ ਪੰਜਾ ਸਾਹਿਬ। ਇਹ ਉੱਥੇ ਦੇ ਨਹੀਂ ਸਨ, ਰਹਿਣ ਵਾਲੇ ਹਸਨ ਅਬਦਾਲ ਦੇ ਨਹੀਂ ਸਨ। ਉਹਨਾਂ ਨੇ ਰਿਕੁਐਸਟ ਕੀਤੀ ਇਹਨਾਂ ਨੂੰ, ਭਾਈ ਪ੍ਰਤਾਪ ਸਿੰਘ ਨੂੰ, ਕਿ ਮੈਂ ਸਭ ਤੋਂ ਅੱਗੇ ਬੈਠਣਾ ਚਾਹੁੰਦਾ, ਟ੍ਰੇਨ ਦੀ ਪੱਟਰੀ ਦੇ ਸਭ ਤੋਂ ਜਿਹੜੀ ਫਰੰਟ ਲਾਈਨ ਤੇ, ਆਈ ਵਾਂਟ ਟੂ ਸਿਟ। ਤੇ ਭਾਈ ਪ੍ਰਤਾਪ ਸਿੰਘ ਨੇ ਕਿਹਾ, ਨਹੀਂ ਭਾਈ ਸਾਹਿਬ ਜੀ ਇਹ ਨਹੀਂ ਹੋ ਸਕਦਾ, ਮੈਂ ਇੱਥੇ ਦਾ, ਮੈਂ ਆਈ ਐਮ ਦ ਵਨ ਹੂ, ਤੁਸੀਂ ਮੇਰੇ ਤੋਂ ਪਿੱਛੇ ਬੈਠ ਜਾਣਾ, ਮੇਰੇ ਤੋਂ ਅੱਗੇ ਨਾ, ਮੈਂ ਪਹਿਲੇ ਬੈਠਾਂਗਾ। ਪਹਿਲੇ ਜਜ਼ਬਾ ਦੇਖੋ ਤੁਸੀਂ ਇਹਨਾਂ ਦਾ। ਹੁਣ ਟ੍ਰੇਨ ਇਜ਼ ਕਮਿੰਗ ਐਟ whatever miles it comes, you know। ਕਹਿੰਦੇ ਜਦੋਂ ਟ੍ਰੇਨ ਸਟੇਸ਼ਨ ਪਹੁੰਚੇ, ਜਦੋਂ ਹਸਨ ਅਬਦਾਲ ਟ੍ਰੇਨ ਸਟੇਸ਼ਨ ਪਹੁੰਚੇ ਜਦੋਂ, ਤੇ ਉੱਥੇ ਜਿਹੜਾ ਸਟੇਸ਼ਨ ਮਾਸਟਰ ਸੀ ਉਹ ਹਿੰਦੂ ਸੀ, ਸਟੇਸ਼ਨ ਹਿੰਦੂ ਜੈਂਟਲਮੈਨ ਸੀ, ਤੇ ਬੜਾ ਸਮਝਾਇਆ ਉਸਨੇ ਸਿੱਖਾਂ ਨੂੰ ਕਿ ਇਹ ਤੁਸੀਂ ਨਾ ਕਰੋ ਕੰਮ। ਮੈਨੂੰ ਸਪੈਸ਼ਲੀ ਆਰਡਰ ਆਏ ਹਨ ਬ੍ਰਿਟਿਸ਼ ਆਫੀਸਰਸ ਤੋਂ ਕਿ ਇਹ ਟ੍ਰੇਨ ਅਸੀਂ ਕਿਸੇ ਹਾਲਤ ਵਿੱਚ ਹਸਨ ਅਬਦਾਲ ਰੋਕਣ ਨਹੀਂ ਦੇਣੀ ਟ੍ਰੇਨ ਨੇ। ਹੁਣ ਵੀ ਤੁਸੀਂ ਅਗਰ ਦਰਬਾਰ ਸਾਹਿਬ ਜਾਓ, ਅਗਰ ਕਿਤੇ ਤੁਸੀਂ ਫੋਟੋ ਸ਼ਾਇਦ ਦੇਖੀ ਹੋਵੇ ਕਈਆਂ ਨੇ, and Jasmine, if you are listening to this thing, if you can find the photograph of this ਜਿਹੜੀਆਂ ਇੱਕ ਕਾਲਪਨਿਕ ਫੋਟੋਗ੍ਰਾਫ ਜਿਹੜੀ ਦਰਬਾਰ ਸਾਹਿਬ ਲੱਗੀ ਹੋਈ ਹੈ, if you can share that with everybody for a second if you are listening। ਉਹਨੇ ਬੜੀਆਂ ਮਿੰਨਤਾਂ ਕੀਤੀਆਂ ਕਿ ਤੁਸੀਂ ਇਹ ਨਾ ਕਰੋ ਕੰਮ, ਬਿਕਾਜ਼ ਲੰਗਰ ਕਿਸੇ ਨੇ ਖਾਣਾ ਨਹੀਂ ਤੁਹਾਡਾ, ਤੇ ਨਾ ਇਹ ਟ੍ਰੇਨ ਨੇ ਰੋਕਣਾ, ਤੁਸੀਂ ਆਪਣੀਆਂ ਜਾਨਾਂ ਜ਼ਾਇਆ ਕਰੋਗੇ ਆਪਣੀ। ਮੈਨੂੰ ਸਪੈਸ਼ਲੀ ਹੁਕਮ ਹੋਇਆ ਕਿ ਇਹ ਟ੍ਰੇਨ ਰੁਕੇਗੀ ਨਹੀਂ ਕਿਧਰੇ। ਤੇ ਉੱਥੇ ਮੈਂ ਗੱਲ ਕਹਿ ਦਿਆਂ, ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਉੱਥੇ, ਤੇ ਮੈਂ ਹੁਣ ਵੀ ਗੱਲ ਕਹਿ ਦਿਆਂ, ਉੱਥੇ ਬਚਨ ਆਏ ਹਨ ਭਾਈ ਪ੍ਰਤਾਪ ਸਿੰਘ ਇਹਨਾਂ ਦੇ, 24 ਸਾਲ ਦੀ ਉਮਰ ਸੀ, 24 years old। He just got married 5 years ago, wife was 19 years, ਉਹ ਜਲਦੀ ਵਿਆਹ ਹੋ ਜਾਂਦੇ ਸਨ ਲੋਕਾਂ ਦੇ, 15 16 ਸਾਲ ਦੀ ਉਮਰ ਚ ਕੁੜੀਆਂ ਦੇ ਵਿਆਹ ਹੋ ਜਾਂਦੇ ਸਨ। 20 ਸਾਲ ਦੀ ਉਮਰ ਸੀ ਵਾਈਫ, ਜਾਂ 21 ਸਾਲ ਦੀ ਉਮਰ ਸੀ ਵਾਈਫ ਦੀ, ਤੇ ਇੱਕ ਬੇਟੀ ਵੀ ਸੀ ਛੋਟੀ ਉਹਨਾਂ ਦੀ। And the wife also got injured beyond recognition, but she survived। Hanji, thank you Jasmine। एक तुसी अगर जाओ, देख के ही मेरा मन कितना उदास हो जाता है। Just imagine people who must have gone through,
ਤੁਸੀਂ ਜਾਓ ਕਦੀ ਦਰਬਾਰ ਸਾਹਿਬ ਜਾਓ ਤੇ ਉੱਥੇ ਉਹਦੀ ਇਸ ਓਰੀਜਨਲ ਜਿਹੜੀ ਪੇਂਟਿੰਗ ਦੀ ਓਰੀਜਨਲ ਜਿਹੜੀ ਹੈ ਇਹ ਪੇਂਟਿੰਗ ਦੀ ਇਹ ਦਰਬਾਰ ਸਾਹਿਬ ਸੈਂਟਰਲ ਸਿੱਖ ਲਾਇਬ੍ਰੇਰੀ ਚ ਪਈ ਹੋਈ ਹੈ ਪੇਂਟਿੰਗ। ਤੇ ਉਸ ਹਿੰਦੂ ਆਫੀਸਰ ਨੇ ਕਿਹਾ ਕਿ ਨੋਟਿਸ ਕਰੋਗੇ ਇਸ ਪਿਕਚਰ ਵਿੱਚ ਅੱਧੇ ਤੋਂ ਜ਼ਿਆਦਾ ਬੰਦੇ ਜਿਹੜੇ ਬੈਠੇ ਹੋਣੇ ਸਨ they were women and children sitting there. They didn't make a distinction. Everybody sat on the tracks. ਤੇ ਔਰ ਨੋਟਿਸ ਕਰੋਗੇ ਕਿ ਜਿਹੜੀ ਟਰੈਕ ਤੇ ਟ੍ਰੇਨ ਆਈ ਹੈ ਉਹਨਾਂ ਨੇ ਜਾਣ ਬੁੱਝ ਕੇ ਇਫ ਯੂ ਨੋਟਿਸ ਦੋ ਇਨ ਦਾ ਪਿਕਚਰ ਆਲਸੋ ਇਹ ਪਲੇਟਫਾਰਮ ਵਾਲੀ ਸਾਈਡ ਨਹੀਂ ਸੀ। ਅਗਰ ਤੁਸੀਂ YouTube ਤੇ ਜਾ ਕੇ ਦੇਖੋਗੇ ਨਾ ਹੁਣ ਤੇ ਤੁਸੀਂ ਦੇਖੋਗੇ ਕਿ they purposely put the train on the side ਜਿਹਦੇ ਚ ਕਿ ਜਿੱਥੇ ਕੋਈ ਬਣੇ ਕਿ ਪ੍ਰਿਜ਼ਨਰ ਨੂੰ ਉਤਾਰਨਾ ਜਾਂ ਕਿਸੇ ਨੂੰ ਚੜ੍ਹਨਾ ਟ੍ਰੇਨ ਚ ਮੁਸ਼ਕਿਲ ਆਵੇ। So they put the train on the track where there was no platform. Thank you, Jasmine. You can take away the image. I think people saw that. I just wanted to share that. Thank you, Jasmine, for doing that for me. ਤੇ ਉਹ ਜਿਹੜਾ ਹਿੰਦੂ ਜੈਂਟਲਮੈਨ ਸੀ ਉਹਨੇ ਕਿਹਾ ਕਿ ਇਹ ਟ੍ਰੇਨ ਤੁਹਾਡੇ ਰੁਕੇਗੀ ਨਹੀਂ ਤੇ ਉੱਥੇ ਬਚਨ ਆਏ ਹਨ ਭਾਈ ਪ੍ਰਤਾਪ ਸਿੰਘ ਹਰਾਂ ਦੇ ਕਿ ਜੇ ਗੁਰੂ ਨਾਨਕ ਨੇ ਇੱਕ ਹੱਥ ਨਾਲ ਇਤਨੇ ਵੱਡੇ ਪਹਾੜ ਨੂੰ ਰੋਕਿਆ ਹੈ ਤੇ 400 ਸਿੰਘ ਇੱਕ ਟ੍ਰੇਨ ਨੂੰ ਨਹੀਂ ਰੋਕ ਸਕਦੇ। ਇਹ ਬਚਨ ਕੇ ਉਹਨਾਂ ਨੇ ਉਹਨੂੰ ਤੇ ਉਹ ਵੀ ਮੁਤਾਸਰ ਹੋ ਗਿਆ ਬੜਾ। ਸਟੇਸ਼ਨ ਮਾਸਟਰ ਦਾ ਨਾਮ ਵੀ ਲਿਖਿਆ ਹੈ ਕਿਤਾਬਾਂ ਤੁਹਾਨੂੰ ਮਿਲ ਜਾਏਗਾ। if you research it further you will see the name there. ਹਿੰਦੂ ਸੀ ਤੇ ਉੱਥੇ ਬੈਠ ਕੇ ਜੀ ਸਾਰੇ ਟ੍ਰੇਨ ਆਈ ਕਹਿਣਾ ਤੁਹਾਨੂੰ ਪਤਾ ਹੀ ਹੈ ਸਭ ਨੂੰ ਕੀ ਹੋਇਆ ਫਿਰ ਅੱਗੇ ਰੁਕੀ ਟ੍ਰੇਨ and of course people lost their lives. Some people were crushed to death right there. Bhai Pratap Singh Auri were crushed to death beyond recognition. Bhai Karam Singh Auri was crushed to death beyond recognition. Mane unadi haleki he was crushed to death फिर भी जान थोड़ी बाकी सी। भाई करम सिंह होने दी डेथ उत्थे हुई। भाई प्रताप सिंह ने दी जान जिहड़ी है वो कुछ घंटियां बाद he died ਤੇ ਜਦੋਂ finally train रुकी after what you can imagine what I don't even want to say what happened. ਤੇ ਉਥੋਂ ਸਿੰਘ ਬੋਲ ਪਏ ਜਿਹੜੇ ਬੈਠੇ ਸਨ ਜਿਹੜੇ ਇੰਜਰਡ ਸਨ ਜਿਹੜੇ ਸਿੰਘਾਂ ਚੋਂ ਆਵਾਜ਼ ਆਈ ਉਹਨਾਂ ਚੋਂ ਕਿ ਸਾਡੀ ਪਰਵਾਹ ਨਾ ਕਰੋ ਪਹਿਲੇ ਲੰਗਰ ਛਕਾਓ ਜਿਹੜੇ ਭੁੱਖੇ ਹਨ ਫਿਰ ਸਾਨੂੰ ਬਾਅਦ ਚੁੱਕਣਾ। ਤੇ ਉਹਨਾਂ ਦਿਨਾਂ ਵਿੱਚ I also read ਕਿ ਹਸਨ ਅਬਦਾਲ ਕੋਈ ਵੱਡੇ ਹਸਪੀਟਲ ਨਹੀਂ ਸਨ ਉਸ ਵੇਲੇ ਕੋਈ ਉਸ ਵੇਲੇ ਇਹ ਨਹੀਂ ਸਿੰਘਾਂ ਨੇ ਸੋਚਿਆ ਕਿ ਉਹ ਜੀ ਇੰਜਰਡ ਹੋ ਜਾਵਾਂਗੇ ਤੇ ਕਿੱਥੇ ਜਾਵਾਂਗੇ ਜੀ। ਹਸਪੀਟਲ ਵੱਡੇ ਜਿਹੜੇ ਸਨ ਉਹ ਰਾਲਪਿੰਡੀ ਸਨ ਸਾਰੇ ਔਰ ਹੁਣ ਵੀ ਪਿੰਡੀ ਹੋਣੇ ਵੱਡੇ। ਹਸਨ ਅਬਦਾਲ ਛੋਟਾ ਸ਼ਹਿਰ ਹੈ। It's not a very big city. I don't know whether even now they have big hospitals there or not. So people had to be ਜਿਹੜੇ seriously injured ਸਨ ਜਿਹੜੇ ਉਹਨਾਂ ਨੂੰ ਫਿਰ ਹਸਪੀਟਲ ਲਿਜਾਣ ਵਾਸਤੇ ਪਿੰਡੀ ਲੈ ਜਾਇਆ ਗਿਆ। Some of them survived, some didn't survive. The British government did a good job of covering this up. ਹਾਲੇ ਤੱਕ ਸਾਨੂੰ right people dead ਦੇ ਨਹੀਂ ਮਿਲਦੇ। Official record ਵਿੱਚ 3 ਜਾਂ 4 ਲਿਖੇ ਨੇ ਖਾਲੀ which is absolute baloney ਟ੍ਰੇਨ ਰੁਕੀ ਉੱਥੇ ਕਈ ਬੱਚੇ ਵੀ ਕੁਚਲੇ ਗਏ ਕਈ ਔਰਤਾਂ ਵੀ ਕੁਚਲੀਆਂ ਗਈਆਂ। She barely survived ਇਹਨਾਂ ਦੀ ਵਾਈਫ। ਦੇਖੋ ਇਹਨਾਂ ਦੀ ਵਾਈਫ ਇਹਨਾਂ ਦੇ ਨਾਲ ਪਿੱਛੇ 2-3 ਰੋਜ਼ ਪਿੱਛੇ ਬੈਠੀ ਹੋਈ ਸੀ ਵਾਈਫ ਇਹਨਾਂ ਦੀ। ਤੁਸੀਂ ਪਿਕਚਰ ਦੇਖੀ ਹੋਣੀ ਹੋਣੇ the way people were sitting this is a ਜਿਹੜੀ ਪਿਕਚਰ ਜਿਹੜੀ ਤੁਸੀਂ ਦੇਖੀ ਹੈ ਪਿਕਚਰ ਬੜੀ ਪੁਰਾਣੀ ਹੈ ਵਾਲੀ ਪਿਕਚਰ। So this picture was recreated from the people who had seen the scene who were there that day that happened ਪੰਜਾ ਸਾਹਿਬ। ਤੇ ਉੱਥੇ ਉਸ ਵੇਲੇ ਫਿਰ ਲੰਗਰ ਜਿਹੜਾ ਵੇ ਉਹ ਸਿੱਖ ਪ੍ਰਿਜ਼ਨਰ ਨੂੰ ਛਕਾਇਆ ਗਿਆ। ਪੌਣੇ 2 ਘੰਟੇ ਟ੍ਰੇਨ ਰੋਕੀ ਉਹਨਾਂ ਨੇ ਤੇ ਉਹਨਾਂ ਲਾਸ਼ਾਂ ਨੂੰ ਕਲੀਅਰ ਕਰਵਾਇਆ ਤੇ ਕਲੀਅਰ ਕਰਵਾ ਕੇ ਟ੍ਰੇਨ ਚਲੀ ਗਈ। ਇਹ ਨਹੀਂ ਵੀ ਉਹ ਰੁਕ ਇੰਨੇ ਬੰਦੇ ਮਰ ਗਏ ਹਨ। ਤੇ one more thing I want to share before I end the class today. You can imagine what I go through when I read all this stuff ਕਹਿਣਾ ਇਹ ਆਪ ਪੜ੍ਹਨਾ ਬੜਾ ਮੁਸ਼ਕਿਲ ਹੈ ਲੇਕਿਨ ਦੂਸਰਿਆਂ ਨੂੰ ਕਹਿਣਾ ਹੋਰ ਮੁਸ਼ਕਿਲ ਹੈ ਤੇ ਕਹਿੰਦੇ ਹਨ ਜਿਹੜਾ ਡਰਾਈਵਰ ਸੀ ਨਾ ਜਿਹੜਾ
ਟ੍ਰੇਨ ਦਾ, ਉਹ ਮੁਸਲਮਾਨ ਸੀ ਡਰਾਈਵਰ, ਵਾਸ ਅ ਮੁਸਲਿਮ, ਪੰਜਾਬੀ ਮੁਸਲਮਾਨ ਸੀ। ਗੁਜਰ ਖਾਨ ਜਗ੍ਹਾ ਹੈ ਪੰਜਾਬ ਵਿੱਚ, ਗੁਜਰ ਖਾਨ ਤੋਂ ਸੀ ਉਹ, ਤੇ ਬਹੁਤ ਦੂਰ ਨਹੀਂ ਹੈ ਗੁਜਰ ਖਾਨ। ਇਫ ਯੂ ਲੁੱਕ ਐਟ ਦ ਮੈਪ ਆਫ ਦ ਬਿਗਰ ਪੰਜਾਬ, ਤੇ ਗੁਜਰ ਖਾਨ ਇਜ਼ very, it's not that far from Rawalpindi, you know, it was from the local area ਤੋਂ ਸੀ, ਪੰਜਾਬੀ ਮੁਸਲਮਾਨ ਸੀ ਉਹ। ਤੇ ਉਸਨੂੰ ਸੀ ਹੁਕਮ ਕਿ ਤੁਸੀਂ ਟ੍ਰੇਨ ਰੋਕਣੀ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਸੀ ਬ੍ਰਿਟਿਸ਼ ਗਵਰਨਮੈਂਟ ਨੂੰ ਕਿ this is what's going to happen, you know, ਤੇ ਉਹਨਾਂ ਨੂੰ ਹੁਕਮ ਇਹ ਹੋਇਆ ਕਿ ਤੁਸੀਂ ਟ੍ਰੇਨ ਰੋਕਣੀ ਨਹੀਂ, ਤੁਸੀਂ ਜੋ ਮਰਜ਼ੀ ਹੋ ਜਾਏ। ਤੇ ਇਹ ਵੀ ਇਨਸਾਨ ਸੀ, ਹੁਣ ਦੇਖਿਆ ਇਹਨੇ ਬੈਠੇ ਹੋਏ ਬੰਦੇ, ਤੇ ਇਹਦੇ ਉੱਤੇ ਮੁਕੱਦਮਾ ਚਲਾਇਆ ਬ੍ਰਿਟਿਸ਼ ਗਵਰਨਮੈਂਟ ਨੇ ਕੋਰਟ ਵਿੱਚ ਕਿ ਤੂੰ ਟ੍ਰੇਨ ਰੋਕੀ, ਤੂੰ ਹੁਕਮ ਦਾ ਪਾਲਨ ਨਹੀਂ ਕੀਤਾ, you acted against your superior's order। ਤੇ ਉੱਥੇ ਉਹਦੇ ਨਾ ਸਵਾਨ ਟੈਸਟੀਮਨੀ ਆਈ ਹੈ ਕੋਰਟ ਵਿੱਚ। ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ ਕਹੋਗੇ ਇਹ ਗੱਲ ਕਦੀ ਹੋ ਨਹੀਂ ਸਕਦੀ ਜੀ, ਉਹ ਤੁਹਾਡੀ ਮਰਜ਼ੀ ਹੈ, ਜਿੰਨਾ ਤੁਹਾਡਾ ਸਿਦਕ ਹੈ ਤੁਸੀਂ ਉਸ ਹਿਸਾਬ ਨਾਲ ਬਲੀਵ ਕਰੋਗੇ ਗੱਲ ਨੂੰ। ਉਹ ਕਹਿੰਦਾ ਮੈਂ ਟ੍ਰੇਨ ਰੋਕੀ ਹੀ ਨਹੀਂ, ਕਹਿੰਦਾ ਮੇਰਾ ਹੱਥ ਨਹੀਂ ਗਿਆ ਬ੍ਰੇਕ ਦੇ ਉੱਤੇ ਰੋਕਣ ਦਾ। ਟ੍ਰੇਨ ਜਦੋਂ ਭਾਈ ਪ੍ਰਤਾਪ ਸਿੰਘ ਨੂੰ ਛੂਹਿਆ, ਜਦੋਂ ਪਹਿਲਾ ਵਾਰੀ ਜਦੋਂ ਟ੍ਰੇਨ ਦੀ ਸਪੀਡ ਆਪਣੇ ਆਪ ਕਹਿੰਦਾ ਸਲੋ ਹੋ ਗਈ, ਤੇ ਟ੍ਰੇਨ ਭਾਈ ਪ੍ਰਤਾਪ ਸਿੰਘ ਦੀ ਬਾਡੀ ਨੂੰ ਜਦੋਂ ਲੱਗੀ ਅੱਗੇ ਜਾ ਕੇ, ਜੋ ਸਿੰਘਾਂ ਨੂੰ ਲੱਗੀ, ਤੇ ਟ੍ਰੇਨ ਖੁਦ ਬ ਖੁਦ ਰੁਕ ਗਈ। ਕਹਿੰਦੇ ਮੈਂ ਨਹੀਂ, ਉਹਨੇ that's what the swan testimony is, ਕਿ ਪਤਾ ਨਹੀਂ ਕਿਹੜੀ ਤਾਕਤ ਨੇ ਟ੍ਰੇਨ ਉੱਥੇ ਰੁਕਵਾ ਦਿੱਤੀ ਆਪਣੇ ਆਪ। ਹੋਇਆ ਕਿ ਨਹੀਂ ਹੋਇਆ, ਹੁਣ ਗੁਰੂ ਨਾਨਕ ਨੇ ਰੁਕਵਾਈ, ਕਿਸਨੇ ਰੁਕਵਾਈ, ਜੋ ਵੀ ਹੋਇਆ ਹੈ, ਪਰ ਜਾਨਾਂ ਗਈਆਂ ਹਨ। ਔਰ ਜਜ਼ਬਾ ਦੇਖੋ ਸਿੰਘਾਂ ਦਾ। ਫਿਰ British government gave in after that, and they said, okay, we will allow, you know, prisoners ਦੀਆਂ train to stop at Hasan Abdal। ਤੇ ਪੰਜਾ ਸਾਹਿਬ ਦਾ ਲੰਗਰ ਉਸ ਵੇਲੇ ਬੜਾ ਮਸ਼ਹੂਰ ਸੀ। my grandfather used to tell me this, my grandmother used to tell me this, ਕਿ ਪੰਜਾ ਸਾਹਿਬ ਦਾ ਲੰਗਰ ਬੜਾ ਮਸ਼ਹੂਰ ਸੀ। ਮਨੇ ਹਰ ਜਗ੍ਹਾ ਦੀ ਇੱਕ ਮਸ਼ਹੂਰੀ ਹੁੰਦੀ, ਪੰਜਾ ਸਾਹਿਬ ਦਾ ਲੰਗਰ ਕਹਿੰਦੇ ਨੇ ਲੰਗਰ ਪੰਜਾ ਸਾਹਿਬ ਦਾ ਜੀ। ਤੇ ਇਹ ਲੰਗਰ ਫਿਰ ਸਿੱਖ ਸੰਗਤਾਂ ਵਿੱਚ ਉਸ ਵੇਲੇ ਬੜੇ ਪਿਆਰ ਸ਼ਰਧਾ ਨਾਲ ਜਿਹੜੀਆਂ, ਤੇ ਇਹ ਨਵੰਬਰ ਦਸੰਬਰ ਤੱਕ ਸਿੱਖ ਜਿਹੜੇ ਹਨ ਗ੍ਰਿਫਤਾਰ ਹੋ ਕੇ ਅਟਕ ਜੇਲ੍ਹ ਭੇਜਦੇ ਰਹੇ ਬ੍ਰਿਟਿਸ਼ ਗਵਰਨਮੈਂਟ, ਤੇ ਇਹ ਫਿਰ ਲੰਗਰ ਛਕਵਾ ਕੇ ਉਹਨਾਂ ਨੂੰ ਅੱਗੇ ਭੇਜਦੇ ਸਨ ਅੱਗੇ ਸਿੱਖ ਸੰਗਤਾਂ। I just want to share all this with you, these important pieces of Sikh history, you know, which many of us are not familiar with, and many of us are not familiar because we don't talk about that in our gurdwaras, you know, we don't talk about that on a daily, on a ਜਦੋਂ ਇਹ ਟਾਈਮ ਆਉਂਦਾ, we don't make it a point of repeating ourselves। ਜੇ ਸਿੱਖਣਾ ਹੈ ਤੇ ਜੂਇਸ਼ ਪਾਪੂਲੇਸ਼ਨ ਕੋਲੋਂ ਸਿੱਖੋ, ਯੂ نو, ਜੇ ਸਿੱਖਣਾ ਹੈ ਤੇ ਇਹਨਾਂ ਕੋਲੋਂ ਸਿੱਖੋ ਕਿਸ ਤਰ੍ਹਾਂ ਆਪਣੀ ਹਿਸਟਰੀ ਨੂੰ ਰੱਖਣਾ ਹੈ, ਕਿਸ ਤਰ੍ਹਾਂ ਆਪਣੀ ਹਿਸਟਰੀ ਨੂੰ ਸੰਭਾਲ ਕੇ ਰੱਖਣਾ ਹੈ। ਅਸੀਂ ਆਪਣੇ ਇਹ ਇਤਿਹਾਸ ਦੇ ਪੰਨੇ ਜਿਹੜੇ ਹਨ ਇਹ ਗਵਾ ਦਿੱਤੇ ਹਨ। ਖਾਲੀ ਬਹੁਤ ਘੱਟ ਜਗ੍ਹਾ, ਬਹੁਤ ਵਿਰਲੇ ਗੁਰਦੁਆਰਿਆਂ ਵਿੱਚ, ਵਿਰਲੀਆਂ ਜਗ੍ਹਾ ਇਹਨਾਂ ਇਤਿਹਾਸ ਦੇ ਪੰਨਿਆਂ ਨੂੰ ਖੋਲਿਆ ਜਾਂਦਾ ਹੈ, ਤੇ ਆਪਣੇ ਬੱਚਿਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ ਵੀ ਕਿਸ ਤਰ੍ਹਾਂ ਦੀ ਕੌਮ ਨੇ ਕਿਹੜੀਆਂ ਕੁਰਬਾਨੀਆਂ ਕਿਸ ਵੇਲੇ ਦਿੱਤੀਆਂ, ਕਿਹੜੀਆਂ ਮੁਸੀਬਤਾਂ ਸਹਾਰੀਆਂ ਉਸ ਵੇਲੇ। ਤੇ as I told you ਕਿ ਉਹਨਾਂ ਦੀ ਵਾਈਫ ਨੇ ਸਰਵਾਈਵ ਕੀਤਾ, ਤੇ the daughter also survived, and the daughter later lived on, you know, and she gave lot of interviews। ਤੁਹਾਨੂੰ ਮਿਲ ਜਾਣਗੇ ਸ਼ਾਇਦ ਇੰਟਰਨੈਟ ਤੇ, ਬੁੱਕਸ ਦੇ ਵਿੱਚ ਵੀ ਤੁਹਾਨੂੰ ਮਿਲਣਗੇ ਇੰਟਰਵਿਊਜ਼, ਯੂ نو, ਉਹਨਾਂ ਦੇ ਮਿਲਣਗੇ ਉਹਨਾਂ ਦੇ, ਕਿਉਂਕਿ ਉਹ ਫਸਟ ਹੈਂਡ ਅਕਾਊਂਟਸ ਹਨ। ਲੇਕਿਨ ਬੜੇ ਇਹੋ ਜਿਹੇ ਬੰਦੇ ਸਨ ਜਿਨ੍ਹਾਂ ਦੀ ਡੈਥ ਨਹੀਂ ਹੋਈ, ਜਿਹੜੇ ਪਟਰੀ ਤੇ ਬੈਠੇ ਸਨ, ਤੇ ਜਿਨ੍ਹਾਂ ਨੇ ਫਸਟ ਹੈਂਡ ਅਕਾਊਂਟ ਜਿਹੜੇ ਹਨ ਉੱਥੇ। ਤੇ ਮੈਂ ਤੇ ਕਦੀ ਪੰਜਾ ਸਾਹਿਬ ਦਰਸ਼ਨ ਨਹੀਂ ਕੀਤੇ, ਮੇਰਾ ਮਨ ਜ਼ਰੂਰ ਹੈ ਅਗਲੇ ਸਾਲ ਜਾਣ ਦਾ, ਅਗਲੇ 2 ਸਾਲਾਂ ਵਿੱਚ। ਪਰ ਜਿਹੜੇ ਜਾਂਦੇ ਹਨ, ਤੇ ਬ੍ਰਿਟਿਸ਼ ਗਵਰਨਮੈਂਟ ਡਿਡ ਨਾਟ ਅਲਾਉ ਐਨੀ ਮੈਮੋਰੀਅਲ ਟੂ ਬੀ ਐਸਟੈਬਲਿਸ਼ਡ ਦੇਅਰ। ਤੇ ਹੁਣ ਮੈਂ ਦੇਖਿਆ ਹੈ ਕਿ YouTube ਤੇ ਵੀਡੀਓ ਤੁਸੀਂ ਦੇਖ ਸਕਦੇ ਹੋ। I was going to see ਕਿ I want to see the actual site ਹੁਣ ਕੀ ਨਜ਼ਰ ਆਉਂਦੀ ਹੈ। ਤੇ ਉਹ ਜਿਹੜੀ ਟਰੈਕ ਜਿਹੜਾ ਹੈ, ਉਹਨਾਂ ਨੇ ਉਹ ਟਰੈਕ ਹੁਣ ਯੂਜ਼ ਨਹੀਂ ਹੁੰਦਾ। 100 ਸਾਲ ਹੋ ਗਏ ਗੱਲ ਨੂੰ, you know, 99 years have passed, you know, things have changed now। ਉਹ ਸਟੇਸ਼ਨ ਵੀ ਨਹੀਂ ਰਿਹਾ, ਨਵਾਂ ਸਟੇਸ਼ਨ ਬਣ ਗਿਆ ਹਸਨ ਅਬਦਾਲ ਦਾ। ਤੇ ਜਿਸ ਟਰੈਕ ਤੇ ਟ੍ਰੇਨ ਗਈ, ਉਹ ਟਰੈਕ ਹੁਣ ਯੂਜ਼ ਨਹੀਂ ਹੁੰਦਾ, ਬਟ ਟਰੈਕ ਸਟਿਲ ਹੈ, ਤੇ ਉਸ ਜਗ੍ਹਾ ਦਾ ਅੰਦਾਜ਼ਾ ਵੀ ਹੈ। ਇੱਕ ਜੈਂਟਲਮੈਨ ਹੈ, ਉਹ ਦਿਖਾਇਆ ਉਸ YouTube ਵੀਡੀਓ, ਮੁਸਲਮਾਨ ਜੈਂਟਲਮੈਨ, ਐਲਡਰਲੀ ਜੈਂਟਲਮੈਨ points out to the place ਕਿ ਜਿੱਥੇ ਹੋਇਆ ਹੈ, you know, exactly। So
it takes a lot out of me, you know, to talk about it. But I'm going to stop now and see what anybody else has to share or whatever. If nobody has to share, I will end the class in 5-10 minutes or so. Fateh, this is Jyot. Vijay. Vijay, a question for you, if you feel comfortable, not to take away from this conversation. You know, ajkal racial justice, injustice, the badi chal raha hai. And the statement you made earlier, you were saying activism ohi parwan hai jo gurmat nu parwan hoye. Can I have you just comment in context of racial injustice, if you have any thoughts around that? हर तरह की justice माड़ी है, but my reason, my thing was कि any act of seva without connecting with God or with Paramatma or with Gurbani, Gurmat ਵਿੱਚ ਪ੍ਰਵਾਨ ਨਹੀਂ ਹੋਈ ਉਹ ਵਾਲੀ ਸੇਵਾ। ਹਾਂਜੀ, ਉਹ ਹੌਂਦੇ ਆਸਰੇ ਸੇਵਾ ਮੰਨੀ ਜਾਂਦੀ ਹੈ। ਜਿਹੜੀ ਚੀਜ਼ ਤੋਂ ਉਹੀ ਪ੍ਰਵਾਨ ਔਰ ਉਹ ਸਪਿਰਚੁਅਲ ਉਹੀ ਚੀਜ਼ਾਂ ਪ੍ਰਵਾਨ ਹੋਈਆਂ ਹਨ ਜਿਸ ਚੀਜ਼ ਵਿੱਚ ਪ੍ਰਮਾਤਮਾ ਆਪ ਰਲ ਕੇ ਮਦਦ ਕਰਦਾ ਜਦੋਂ ਸਪਿਰਚੁਅਲਿਸਟਿਕ ਐਲੀਮੈਂਟ ਉਸ ਸੇਵਾ ਦੇ ਨਾਲ ਹੋਵੇ ਉਸ ਐਕਟਿਜ਼ਮ ਨੂੰ ਪ੍ਰਵਾਨ ਕੀਤਾ ਗਿਆ ਹੈ। is what I was saying. I'm not saying ਕਿ racial injustice is good or one should not participate. What I encourage though, that people who participate in all this stuff though should be spiritually inclined people. If you're not spiritually inclined though, ਤੇ ਤੁਹਾਡੇ ਵਿੱਚ ਉਹ mental strength ਆਣੀ ਬੜੀ ਮੁਸ਼ਕਿਲ ਹੈ ਜਿਸ mental strength ਨਾਲ ਇਹ ਚੀਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। And that's what I wanted to say, and I still stand behind what I said, you know, 100%. ਸਾਡੇ ਵਿੱਚ ਉਹੀ ਪ੍ਰਵਾਨ ਹੋਇਆ ਹੈ। ਹੁਣ ਇਹ ਤੁਸੀਂ ਕੋਈ ਆਰਗੂ ਕਰ ਲਓ ਇਹਦੇ ਉੱਤੇ, ਕੋਈ ਕਰੇਗਾ ਨਹੀਂ ਹੈ ਜੀ, ਠੀਕ ਹੈ ਜੀ, that's fine. ਮੈਂ ਆਰਗੂ ਨਹੀਂ ਕਰਾਂਗਾ ਇਹਦੇ ਉੱਤੇ, but I just wanted to make sure ਕਿ people understood that. And especially ਅਗਰ ਇਸ ਪੀਰੀਅਡ ਦੇ ਉੱਤੇ ਕਿਸੇ ਨੂੰ ਕੁਐਸਚਨ ਹੋਵੇ ਕੋਈ ਜਾਂ ਕੋਈ ਆਪਣੀ ਥਾਟ ਪ੍ਰੋਸੈਸ ਸ਼ੇਅਰ ਕਰਨਾ ਹੋਵੇ ਤੇ ਤੁਸੀਂ ਜ਼ਰੂਰ ਕਰੋ ਜੀ ਮੇਰੇ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਵੀਟੀ ਬੋਲ ਰਹੀ ਹਾਂ। ਸਤਿ ਸ਼੍ਰੀ ਅਕਾਲ ਸਵੀਟੀ ਜੀ, ਤੁਸੀਂ ਤੇ ਹੋ ਕੇ ਆਏ ਹੋ। I want to share, yes, so listening to your class today was very touching because we could visualize, we were there a year and a half ago, and it's just very hard to be standing at that location and witnessing. Okay, yes, the station is now pretty much abandoned, but we felt good that they haven't torn it down and they have signs and posters और लिखत हैगी उथे लिखा होया है history उथे जो हुई है उथे लिखा होया उन्होंने, and we took pictures of those boards. So it was just ਅਗਰ ਦੀ ਤੁਹਾਨੂੰ ਟਾਈਮ ਮਿਲੇ ਅੱਜ ਤੇ ਉਹ ਜਿਹੜੀ ਪਿਕਚਰ ਤੁਸੀਂ ਲਿੱਤੀਆਂ ਨੇ ਤੁਸੀਂ WhatsApp ਤੇ ਪਾ ਦੇਣਾ ਪਲੀਜ਼। yeah, ਅਗਰ ਤੁਹਾਨੂੰ ਮਿਲ ਜਾਣ ਪਿਕਚਰ ਤੇ ਸ਼ੇਅਰ ਕਰ ਲਓ। hundreds of pictures there. Yes, I will definitely do that at some point. 2 ਜਾਂ 3 ਜਾਂ 4 ਹੀ ਪਾਣਾ, ਉਸ ਉੱਤੇ ਨਾ ਪਾਣਾ, but ਜਿਹੜੀਆਂ ਸਭ ਤੋਂ ਤੁਹਾਨੂੰ ਲੱਗਣ ਵੀ ਹਾਂ appropriate ਹਨ ਜਿਹੜੇ ਲਿਖਿਆ ਹੋਇਆ। I'm glad ਤੁਸੀਂ ਗਏ ਹੋ। ਮਨਜੀਤ ਆਂਟੀ ਵੀ ਗਏ ਹਨ, she is listening also। ਮਨਜੀਤ ਆਂਟੀ ਤੁਸੀਂ ਵੀ ਤਾਂ ਹੁਣੇ ਗਏ ਹੋ ਨਾ, ਸਾਲ ਹੋਇਆ ਗਿਆ। ਤੁਸੀਂ ਮਿਊਟਡ ਹੋ, ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। 2 ਸਾਲ ਹੋ ਗਏ 2 ਸਾਲ ਹੋ ਗਏ ਗਿਆ। ਮੇਰਾ ਬੜਾ ਜਾਣ years ਦਾ ago we, I really want to go next year. Yeah. You will feel so good because since you know so much about it, so much history and all, and I think each ਤੁਸੀਂ ਜਿੱਥੇ ਵੀ ਜਾਓਗੇ ਨਾ you will be so much touched. ਮੈਂ ਜਿਤਨੇ ਗੁਰਦੁਆਰੇ ਚ ਗਈ ਹਾਂ ਜਿੱਥੇ ਵੀ ਮੈਂ ਮੱਥਾ ਟੇਕਿਆ fairly I was crying. It because just all feels, my you get life I wanted to goosebumps go there. Yeah. It's so touching, and you get goosebumps, Very and touching. you can just Very feel it, feel the energy of all those good souls over there. It's just amazing. And yes, the track is still there, and ਉਹ ਪਟੜੀ ਪਲੇਟਫਾਰਮ ਜੋ ਵੀ ਉਸ ਜਦ ਉੱਥੇ ਸੀਗਾ ਔਰ ਦੂਸਰੀ ਸਾਈਡ ਤੇ ਪਲੇਟਫਾਰਮ ਨਹੀਂ ਹੈਗਾ, ਬਹੁਤ ਵੱਡਾ ਸਟੇਸ਼ਨ ਨਹੀਂ ਸੀ, there were only maybe 3 tracks there. Yeah, that's about it. They said there were 3 tracks, but the British government ne purposely usno us track te bheja jithe koi platform nahi si. Yeah, the other side nahi did hai. that. ਉਸ ਸਾਈਡ ਦੇ ਉੱਤੇ ਹੀ ਉਹਨਾਂ ਨੇ ਉਹ ਬੋਰਡ ਵਗੈਰਾ ਲਗਾਏ ਹੋਏ ਨੇ, on posters and all that. Yeah. And then earlier you were mentioning about Sir Gangaram
Yeah. Lahore ਦੇ ਵਿੱਚ hospital ਹੈਗਾ. It was very interesting to see when we drove by that hospital. The sign outside says Sir Gangaram Hospital. Idhar bhi, udhar bhi. Yeah. There's one in Delhi, so it There's one said in Delhi also. Yes. idhar bhi, udhar bhi. Yeah. So So yeah, I mean, when you go to Pakistan, it's just you wonder why this line was dividing line was put and who decided to put it where they put it and why did we have to go to India? You know, we needed to be here. All our histories here. So it yeah, was- somehow ਉਸ ਵੇਲੇ enough strength gather ਨਹੀਂ ਕਰ ਸਕੇ ਅਸੀਂ ਕਿ ਹਾਲਾਂਕਿ maybe this history also I will touch. It will take about 4 sessions to discuss the partition, you know, of an effect on the Sikhs, you know, of what happened during those times. Maybe I will discuss that part also. वो भी दर्दनाक है बड़ा. गए माशा तारा सिंह लीगिया ਦਾ ਝੰਡਾ ਵੀ ਫਾੜਾ ਹੈ ਜਾ ਕੇ ਲਾਹੌਰ. But somehow we just couldn't put it all together. Amritsar ਬਚਾਉਣ ਵਿੱਚ ਲੱਗ ਗਏ ਨਾ ਅਸੀਂ put on defensive. You know, ਉਹਨਾਂ ਨੇ ਪਹਿਲੇ ਤੇ ਅੰਮ੍ਰਿਤਸਰ ਵੀ ਲੈ ਲਿੱਤਾ ਸੀ ਸੋ ਉਹਦੇ ਵਿੱਚ ਬੜਾ ਲੇਕਿਨ ਆਮ ਗਲੈਡ ਮਨਜੀਤ ਆਂਟੀ ਤੁਸੀਂ ਤੇ ਸਵੀਟੀ ਜੀ ਤੁਸੀਂ ਸ਼ੇਅਰ ਕੀਤੇ ਗੱਲਾਂ ਮੇਰੇ ਨਾਲ ਹੁਣੇ ਤੇ if anybody else wants to share it, you know, ਇਤਿਹਾਸ ਦੇ ਪੰਨੇ ਇਹ ਪੜ੍ਹਨੇ ਬੜੇ ਮੁਸ਼ਕਲ ਹਨ ਬੜੇ, you know, both and when you have to speak on this thing stays with me for 2 weeks now. It will not go away. I dream about this stuff, you know. It's not that easy to get rid of yourself for this, you know, because you breathe in and out. You read so much though, and you can't share. I didn't share everything about this thing. I shared maybe 10-15% of what I read. I did not share everything because both minute details are also, क्योंकि ये 100 years old है ना, 100 साल पुरानी गाल है ना, तो detail ज़्यादा available है, you know. So, anybody else though? Otherwise, in 5 minutes I'm going to end the class. If anybody else wants to share something. Or somebody wrote, kindly discuss the partition when you see it. I'm most interested in it, as many others maybe. Yeah, definitely. Yeah, as time permits, you know, this is also a very alag. Oh boy, yeah. Some Nirvindi, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? Yeah, maybe just a comment like this hasn't ended, like, you know, up till blue No, not at all. even current, you know, India which one, I don't know about lot about Punjab politics. I think after it's, I don't want to comment because I don't know exactly, but you know, Not at all. Not at all. Not at all. ਤੇ ਦੇਖੋ ਨਾ ਸਟਰਗਲ ਉੱਥੋਂ ਇਹ ਸਟਰਗਲ ਖਤਮ ਹੋਈ ਤੇ ਫਿਰ ਆਜ਼ਾਦੀ ਦੀ ਸਟਰਗਲ ਸ਼ੁਰੂ ਹੋਈ, ਪੰਜਾਬ ਦੇ ਵੰਡ ਹੋ ਗਈ, ਉੱਥੇ ਸਿੱਖਾਂ ਨੇ ਬੜੀ ਸਟਰਗਲ ਕੀਤੀ ਬਚਾਉਣ ਵਾਸਤੇ। ਹਜ਼ਾਰਾਂ ਸਾਲਾਂ ਤੋਂ ਜਿੱਥੇ ਰਹਿੰਦੇ ਆ ਰਹੇ ਹੋ ਉੱਥੋਂ ਤੁਸੀਂ ਲੋਕਾਂ ਨੂੰ ਪੁੱਟ ਦਿੱਤਾ, ਤੁਸੀਂ ਉੱਥੋਂ ਸਾਡੇ ਗੁਰੂ ਦੇ ਜਨਮ ਸਥਾਨ ਤੁਸੀਂ ਸਾਡੇ ਕੋਲ ਲਾ ਲਿੱਤੇ, ਬਿਕਾਜ਼ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਨਾ। The person who is making a decision in Delhi or the person who is making a decision in Bombay and Nagpur ਜਿਹੜਾ ਬੈਠਾ ਹੋਇਆ ਹੈ ਉਹਨੂੰ ਕੀ ਫਰਕ ਪੈ ਗਿਆ ਹੈ? Mahatma Gandhi was from and Nehru was from this part, ਉਹਨਾਂ ਨੂੰ ਫਰਕ ਨਹੀਂ ਪਿਆ, ਤੇ ਜਿਨਾ was from Bombay ਉਹਨੂੰ ਕੋਈ ਫਰਕ ਨਹੀਂ ਪਿਆ। ਕੋਈ ਫਰਕ ਤੇ ਸਿਰਫ 2 provinces ਨੂੰ ਪਿਆ, ਇੱਕ ਬੰਗਾਲ ਵਿੱਚ ਤੇ ਇੱਕ ਪੰਜਾਬ ਵਿੱਚ। These are the 2 people who suffered, and I am from Bengal. I am a Bengali at heart. And ਮੈਂ ਇਹੋ ਜਿਹੀਆਂ ਜਿਸ ਤਰ੍ਹਾਂ ਦਰਦਨਾਕ ਸਟੋਰੀਆਂ ਤੁਸੀਂ ਹੁਣ ਸੁਣੀਆਂ ਨੇ, ਬੰਗਾਲੀਆਂ ਤੋਂ ਵੀ ਸੁਣੀਆਂ ਹਨ, ਜਦੋਂ ਉੱਥੇ ਜਿਹੜੀ ਪਾਰਟੀਸ਼ਨ ਉਹ ਤੇ ਬਹੁਤ ਬਲੱਡੀ ਹੋਈ ਹੈ। ਉੱਥੇ ਵੀ ਹਜ਼ਾਰਾਂ ਸਾਲਾਂ ਦੇ ਲੋਕ, ਢਾਕਾ ਰਹਿਣ ਵਾਲੇ, ਜਸੋਰ ਰਹਿਣ ਵਾਲੇ, ਚਿਟਾਗੋਂਗ ਰਹਿਣ ਵਾਲੇ ਨੂੰ ਜ਼ਬਰਦਸਤੀ ਭੇਜਿਆ ਗਿਆ ਇਸ ਪਾਸੇ, ਜਿਹੜੇ ਇੱਥੇ ਦੇ ਕਲਕੱਤੇ ਰਹਿਣ ਵਾਲੇ, ਬਰਦਵਾਨ ਰਹਿਣ ਵਾਲੇ, ਯੂ ਨੋ, ਉਹਨਾਂ ਨੂੰ ਉੱਥੇ ਜ਼ਬਰਦਸਤੀ ਭੇਜਿਆ ਗਿਆ। ਬੜਾ ਨੁਕਸਾਨ ਹੋਇਆ ਬੰਗਾਲ ਦਾ, ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਫਿਰ ਸਾਡਾ ਨੁਕਸਾਨ ਤਾਂ ਐਜ਼ ਇਫ ਦੇ ਵਰ ਨਾਟ ਹੈਪੀ ਵਿਦ ਇਟ। ਪੰਜਾਬ ਪਹਿਲੇ ਕਿਤਨਾ ਵੱਡਾ ਸੀ ਤੇ ਫਿਰ ਪੰਜਾਬ ਹੋਰ ਛੋਟਾ ਹੋ ਗਿਆ, ਤੇ ਹੁਣ ਤੇ ਫਿਰ ਪੰਜਾਬ ਦੇ ਕਿਤਨੇ ਹਿੱਸੇ ਕਰ ਦਿੱਤੇ ਗਏ। ਹਿਮਾਚਲ ਅਲੱਗ ਹੋ ਗਿਆ, ਹਰਿਆਣਾ ਅਲੱਗ ਹੋ ਗਿਆ, ਸੋ ਉਹ ਅਲੱਗ ਦਰਦਨਾਕ ਹੈ। ਯਮੁਨਾ ਦੇ ਬਾਰਡਰ ਤੱਕ ਪੰਜਾਬ ਸੀ, ਯੂ ਨੋ। ਮੁਗਲ ਗਵਰਨਮੈਂਟ ਦੇ ਟਾਈਮ ਪੰਜਾਬ ਦਾ ਬਾਰਡਰ ਜਿਹੜਾ ਵੈ, ਅਗਰ ਕੋਈ ਦੇਖੇ ਬੰਦਾ ਮੁਗਲ ਗਵਰਨਮੈਂਟ ਦੇ what they saw ਪੰਜਾਬ ਦੀਆਂ ਹੱਦਾਂ, ਯੂ ਨੋ, ਕਿਤਨਾ ਵੱਡਾ ਪੰਜਾਬ ਸੀ ਉਸ ਵੇਲੇ। All this area under Himachal, Shimla, Chamba, ਸਾਰਾ ਹਿੱਸਾ ਹੈ, ਸਾਰਾ ਪੰਜਾਬ ਦੇ ਜੰਮੂ ਕਸ਼ਮੀਰ ਦੇ ਬਾਰਡਰ ਤੱਕ ਦਾ ਹਿੱਸਾ ਸਾਰਾ ਪੰਜਾਬ ਦਾ ਹਿੱਸਾ ਸੀ ਸਾਰਾ। So that's another struggle, you know. ਉਹ struggle ਫਿਰ ਪੰਜਾਬੀ ਸੂਬੇ ਦੀ struggle,
ਫਿਰ ਪੰਜਾਬੀ ਸਟਰਗਲ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਦੀ ਸਟਰਗਲ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਬਾਅਦ 84 ਦੀ ਸਟਰਗਲ, ਫਿਰ ਅਕਾਲ ਤਖਤ ਨਾਲ ਜੋ ਹੋਇਆ, ਦਰਬਾਰ ਸਾਹਿਬ ਦੇ ਹਮਲੇ ਦੀ ਸਟਰਗਲ, ਫਿਰ ਉਸ ਤੋਂ ਬਾਅਦ ਫਿਰ ਦੂਸਰੀ ਸਟਰਗਲ, ਮਤਲਬ that's the way. And you're right, Didi, it hasn't ended. I agree with you. And next week मैं announce करनी एक और चीज कि next Sunday ਨੂੰ ਅਸੀਂ ਮੈਂ ਹੱਥ ਜੋੜ ਕੇ ਮੇਰੀ ਬੇਨਤੀ ਹੈ ਸਾਰਿਆਂ ਅੱਗੇ ਕਿ ਅਸੀਂ ਗੁਰੂ ਨਾਨਕ ਦੇਵ ਦਾ ਗੁਰਪੁਰਬ ਹੈ on Monday ਤੇ ਅਸੀਂ ਆਸਾ ਦੀ ਵਾਰ ਦਾ ਕੀਰਤਨ ਅਸੀਂ ਸਾਰਾ ਜੱਥਾ ਕਰਦਾ ਹੁੰਦਾ, ਸਾਰੇ 40 of us sing together, you know, but this one is because of COVID things and everything and going on. ਅਸੀਂ ਆਸਾ ਦੀ ਵਾਰ ਦਾ ਕੀਰਤਨ organize ਕੀਤਾ ਹੋਇਆ, which we will start at 7:30 most probably AM PST, which is 10:30 AM ਤੁਹਾਡੇ ਹਿਸਾਬ ਦੇ ਨਾਲ। ਤੇ ਅਸੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਆਸਾ ਦੀ ਵਾਰ ਦੇ ਕੀਰਤਨ ਚ ਗੁਰੂ ਨਾਨਕ ਸਾਹਿਬ ਦੀ ਉਹ ਤੁਸੀਂ ਜੁਆਇਨ ਕਰੋ ਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ organize ਕਰਨ ਦੀ ਕੀਰਤਨ ਨੂੰ। Actually, as soon as the class ends, the next 2 hours of mine will be on the Asa di War di class de utte, on the musical part of Asa di War. Somebody wants to say and listen, they are more than welcome to. ਤੇ ਤੁਸੀਂ join ਕਰੋ class ਨੂੰ। ਤੇ ਗੁਰਬਾਣੀ ਦੀ class ਮੈਂ cancel ਕਰ ਦਿੱਤੀ ਹੈ class next week, because after singing for 2.5 hours it's very difficult to have that mind strength, you know, mental strength to speak, you know, so there will be no Gurbani class next week. Instead, if possible, ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਉਸ ਦਿਨ ਤੁਸੀਂ ਆਸਾ ਦੀ ਵਾਰ ਦੀਆਂ ਮੈਂ ਕਾਪੀਆਂ ਜਿਹੜੀਆਂ ਹਨ, I don't know whether we put it on the ਗੁਰਬਾਣੀ ਦੀਆਂ, ਮੈਂ ਆਸਾ ਦੀ ਵਾਰ ਦੀਆਂ ਪੂਰੀਆਂ PDF ਕਾਪੀਜ਼ ਜਿਹੜੀਆਂ ਹਨ ਉਹ ਕੀਰਤਨ ਵਾਲੇ ਜਿਹੜੇ WhatsApp group ਤੇ ਪਾ ਦਿੱਤੀਆਂ, but I will make sure ਕਿ I will put it on the Gurbani one also, and the Shabad that we are going to sing that day, so everybody will have the PDF sheet in the front to follow the entire Asa ki War and the Shabad that we are going to sing. Though meri benti hai ji tusi je aa sako te badi khushi hoegi main. So 10 ਤੁਹਾਡੇ ਹਿਸਾਬ ਨਾਲ East Coast time ਦੇ ਹਿਸਾਬ ਨਾਲ 10:30 AM ਸ਼ੁਰੂ ਹੋਏਗੀ. It will take approximately 2 hours to 2.5 hours to finish, you know, the entire Asa ki War from starting to the end. And so next week Gurbani di class nahi hai. वैसे भी Sunday after Thanksgiving, a lot of people have family over, it might be difficult, but following Sunday to fir we will resume our classes again. And the next class which I will talk about, the last jada morcha lagya hai ਉਹ ਇਸ ਤੋਂ ਜ਼ਿਆਦਾ bloody ਸੀ, you know, is ਜੈਤੋ ਗੰਗਸਰ ਦਾ, you know, morcha ਜਿਹੜਾ ਹੈ ਉਹ 1923 ਵਿੱਚ ਲੱਗਿਆ ਤੇ ਉਸ morche ਬਾਰੇ we will talk about that morcha and the important role that it played ਉਸ ਵੇਲੇ ਦੇ Sikh history ਵਿੱਚ, you know, and how did it happen. And ਉਸ morche ਦੀਆਂ ਕੁਝ personal stories ਵੀ share ਕਰਾਂਗਾ ਮੈਂ ਭਾਈ ਅਵਤਾਰ ਸਿੰਘ ਨਾਲ ਕੋਲ ਸੁਣੀਆਂ ਜਿਹੜੀਆਂ ਮੈਂ, ਕਿਉਂਕਿ ਭਾਈ ਜਵਾਲਾ ਸਿੰਘ ਹੋਰੀ ਜੇਲ੍ਹ ਗਏ ਕੱਟੀ ਉਹਨਾਂ ਨੇ ਤੇ ਜੇਲ੍ਹ ਵਿੱਚ ਹੀ ਕੀਰਤਨ ਕਰਦੇ ਰਹੇ ਨੂੰ 2 ਮਹੀਨੇ, believe me or not. ਜੇਲਰ ਜਿਹੜਾ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੇ ਸਾਜ਼ ਮੈਨੂੰ ਦੇ ਦਿਓ ਤੇ ਮੈਂ ਕੀਰਤਨ ਕਰਨਾ ਹੈ, ਤੇ ਉੱਥੇ ਜਿਹੜੇ ਪ੍ਰਿਜ਼ਨਰ ਸਨ ਉੱਥੇ ਅੰਦਰ ਜਿਹੜੇ ਉਹਨਾਂ ਸਾਹਮਣੇ ਤੇ ਸਵੇਰੇ ਆਸਾ ਕੀ ਵਾਰ ਦੀ ਚੌਕੀ ਲੱਗਦੀ ਸੀ ਜੇਲ੍ਹ ਚ. I can't imagine people having that kind of strength, you know. ਜੇਲ੍ਹਾਂ ਵਿੱਚ ਕੀਰਤਨ ਕਰਦੇ ਰਹੇ, you know, ਉਹਨਾਂ ਦਿਨਾਂ ਚ ਬਹੁਤ ਜਜ਼ਬਾ ਸੀ ਕੌਮ ਚ, you know, ਬੜਾ ਉਹ ਸਿੱਖ ਹੋਰ ਸਨ, you know. ਅੱਜ ਕੱਲ ਦੇ ਸਿੱਖ ਹੋਰ ਹਨ, ਅੱਜ ਕੱਲ ਟਾਈਮ ਫਰਕ ਹੈ ਬੜਾ ਉਹਨਾਂ ਦਿਨਾਂ ਚ. So wait for a couple of more minutes, otherwise I'm going to sign off. It's 10:30 now. Thank you very much. Thank you, everybody. Thank you for coming, Ji. I'll still stay on for a minute or two if some people ask questions later on. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। Thank you, Ji. Thank you, Ji. Thank you. I hope everybody was moved today, you know, and by Thank you so much, Ji. pieces of the Sikh history, you know. So Very much so, Surinder ji. Thank you so much. May Vaheguru bless you. Thank you for the wonderful class. I'll stay on for another minute or two, Anji. So, we last minute koi thought ko share karni hove ya question koi hove te main thi. Viji, just a comment. Hanji.
Okay, 100 seems it's not as if it's a very long period of time, but still so much has changed now. Where is that faith, that jazba and all that in Sikhs today? We are all I divided today. yeah. There's no, we are not ਬਾਣੀ united. ਨਾਲ ਕਨੈਕਸ਼ਨ ਘਟ ਗਿਆ ਨਾ ਸਿੰਮੀ ਜੀ, ਕੀਰਤਨ ਨਾਲ ਕਨੈਕਸ਼ਨ ਘਟ ਗਿਆ ਹੈ, ਗੁਰਬਾਣੀ ਨਾਲ ਅਸੀਂ ਸਰਫੇਸ ਲੈਵਲ ਤੇ ਬਹੁਤ ਹੈ ਨਾ ਹੁਣ। ਗੁਰਦੁਆਰੇ ਵੱਧ ਗਏ ਨੇ ਬੜੇ, ਕੀਰਤਨ ਪ੍ਰੋਗਰਾਮ ਗੁਰਦੁਆਰੇ ਬੜੇ ਹੁੰਦੇ ਨੇ, ਕਥਾਵਾਂ ਬੜੀਆਂ ਹੁੰਦੀਆਂ ਨੇ, ਲੇਕਿਨ ਪ੍ਰਮਾਤਮਾ ਨਾਲ ਪਿਆਰ ਘਟ ਗਿਆ ਹੈ, ਬਾਣੀ ਨਾਲ ਜਜ਼ਬਾ ਘਟ ਗਿਆ ਹੈ। ਸਪਿਰਚੁਅਲ ਦੀ ਉਹ ਐਸਪੈਕਟ ਜਿਹੜੀ ਸੀ ਉਸ ਵੇਲੇ ਉਹ ਨਹੀਂ ਰਹੀ ਅੰਦਰੋਂ ਜਜ਼ਬਾ। Vijay, is it because of like lack of leadership after Bhai Singh Kamba वगैरह तो बाद कोई ऐसा leader नहीं ਲੀਡਰਸ਼ਿਪ ਦੀ ਲੈਕ ਹੈ, ਆਪਣੀ ਵੀ ਲੈਕ ਹੈ, just everybody, I think everybody got little relaxed and everything, you know, ਉਹ ਜਜ਼ਬਾ ਵੀ ਨਹੀਂ ਰਿਹਾ, ਪੜਨ ਦਾ ਜਜ਼ਬਾ ਨਹੀਂ ਰਿਹਾ। ਉਸੇ ਲੋਕ ਪੜਦੇ ਵੀ ਸਨ, ਆਥਰ ਵੀ ਸਨ ਬੜੇ ਜਿਹੜੇ ਕਰਨ ਵਾਲੇ ਸਨ। ਗੁਰਦੁਆਰੇ ਦੇ ਇੰਜ਼ਾਮ ਵੀ ਬਦਲ ਗਏ, you know, ਇਹਨਾਂ ਚੀਜ਼ਾਂ ਤੇ ਫੋਕਸ ਘੱਟ ਕੀਤਾ ਜਾਂਦਾ ਹੈ, you know, ਉਸ ਵੇਲੇ ਇੱਕ ਹੋਰ ਵੀ ਇਕਨੋਮਿਕਸ ਤੇ ਘੱਟ ਸੀ ਕਿਉਂਕਿ ਜਾਇਦਾਦਾਂ ਨਾਲ ਸਨ। ਬੜੇ ਰੀਜ਼ਨ ਹਨ ਇਸ ਗੱਲ ਦੇ, ਪਰ ਸਭ ਤੋਂ ਵੱਡਾ ਰੀਜ਼ਨ ਹੈ ਕਿ ਸਾਡਾ ਬਾਣੀ ਨਾਲ ਰਿਸ਼ਤਾ ਉਹਨਾਂ ਸਟਰੋਂਗ ਨਹੀਂ ਰਿਹਾ ਜੋ ਉਸ ਵੇਲੇ ਸੀ। ਗੁਰਬਾਣੀ ਤੋਂ ਅਲੱਗ ਹੋਇਆ ਬੰਦਾ ਫਿਰ ਉਹ ਪਰਮਾਤਮਾ ਪਰਮੇਸ਼ਰ ਤੇ ਭੁੱਲਿਆ ਵਿਆਪਕ ਸਭੇ ਰੋਗ, ਉਹ ਫਿਰ ਹਰ ਰੋਗ ਚ ਮਰਦਾ ਹੈ। ਉਸਨੂੰ ਸਰਫੇਸ ਲੈਵਲ ਤੇ ਬਹੁਤ ਆਂਸੀ ਲੋਕ ਹਰ ਹਫਤੇ ਕੋਈ ਨਾ ਕੋਈ ਗੁਰਪੁਰਬ ਮਨਾਉਂਦੇ ਆ ਗੁਰਦੁਆਰੇ, ਪਰ ਅੰਦਰੋਂ ਕਿਸੇ ਨੂੰ ਪ੍ਰਮਾਤਮਾ ਮਿਲਣ ਦੀ ਚਾਹ ਨਹੀਂ ਹੈ, ਕਿਸੇ ਨੂੰ ਅੰਦਰੋਂ ਪ੍ਰਮਾਤਮਾ ਦੇਖਣ ਦੀ ਚਾਹ ਨਹੀਂ ਹੈ, ਕਿਧਰੋਂ ਅੰਦਰੋਂ ਇਹ ਚਾਹ ਨਹੀਂ ਹੈ ਕਿ ਮਰਨ ਤੋਂ ਪਹਿਲੇ ਉਹਦੀ ਪ੍ਰਾਪਤੀ ਹੋਵੇ। ਉਸੇ ਲੋਕਾਂ 'ਚ ਸੀ, ਉਸਲੇ ਲੋਕਾਂ 'ਚ ਹੈ ਸੀ ਇਹ ਗੱਲ, ਹੁਣ ਨਹੀਂ ਰਹੀ। ਹੁਣ ਬਹੁਤ ਘੱਟ ਇਹੋ ਜਿਹੇ ਹਨ ਸਿੱਖ, ਬੜੇ ਘੱਟ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਜੀ ਮੈਂ ਗੁਰਦੁਆਰੇ ਦਾ ਆਉਣ ਦਾ ਮੇਰਾ ਇੱਕੋ ਹੀ ਹੈ ਜੀ ਮੇਰਾ ਰੀਜ਼ਨ ਕਿ ਮੈਂ ਚਾਹੁੰਦਾ ਕਿ ਮੇਰੇ ਜਿਹੜੇ 20 ਸਾਲ ਬੱਚੇ ਹਨ ਜ਼ਿੰਦਗੀ ਦੇ, ਜਾਂ 10 ਸਾਲ ਜਾਂ 30 ਸਾਲ ਬੱਚੇ ਹਨ, ਇਹਨਾਂ ਜ਼ਿੰਦਗੀ ਦੇ 30 ਸਾਲਾਂ ਵਿੱਚ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ। ਬੜੇ ਘੱਟ ਬੰਦੇ ਇਹੋ ਜਿਹੇ ਗੁਰਦੁਆਰੇ ਆਉਂਦੇ ਨੇ ਜਿਹੜੇ ਕਹਿਣਗੇ ਤੁਹਾਨੂੰ ਆ ਕੇ ਜੀ ਮੈਂ ਤਾਂ ਗੁਰਦੁਆਰੇ ਆਇਆ ਜੀ, ਮੈਂ ਗੁਰੂ ਰਾਮਦਾਸ ਪਾਤਸ਼ਾਹ ਕੀ ਅਰਦਾਸ ਕਰਨ ਵਾਸਤੇ ਕਿ ਤੁਸੀਂ ਮੈਨੂੰ ਮਿਲੋ ਜਾਂ ਮੇਰੇ ਮਰਨ ਤੋਂ ਪਹਿਲੇ ਤੁਹਾਡੀ ਪ੍ਰਾਪਤੀ ਹੋਵੇ ਮੈਨੂੰ। ਉਹ ਜੀ ਹੁਣ ਘੱਟ ਹੋ ਗਿਆ। ਪ੍ਰਚਾਰ ਵੀ ਗੁਰਦੁਆਰਿਆਂ ਦਾ ਡਿਫਰੈਂਟ ਇਸ ਨਾ ਫੋਕਸ ਹੋਣ ਕਰਕੇ ਵਿਰਾਗ ਵਾਲਾ ਐਸਪੈਕਟ ਘਟ ਗਿਆ। ਰਾਗਾਂ 'ਚ ਕੀਰਤਨ ਘੱਟ ਹੁੰਦਾ ਗੁਰਦੁਆਰਿਆਂ 'ਚ, ਫਿਰ ਉਹ ਨਾ ਗਾਇਆ ਜਾਣ ਨਾਲ ਵੀ ਉਹਦੇ ਵੀ ਫਰਕ ਪੈਂਦਾ ਬੜਾ, ਹਰ ਚੀਜ਼ ਤੇ ਫਰਕ ਪਿਆ ਸੋ ਉਹ ਚੀਜ਼ ਨਹੀਂ ਰਹੀ। ਔਰ ਇਹ ਮੈਂ ਦੱਸ ਦਿਆਂ 1920 ਵਿੱਚ ਜਿਹੜੀ ਚੀਜ਼ ਸੀ ਉਹ 1722 ਵਾਲੀ ਚੀਜ਼ ਨਹੀਂ ਸੀ। 1722 ਵਿੱਚ ਜਜ਼ਬਾ ਜਿਹੜਾ ਸੀ 1920 ਨਾਲੋਂ ਜ਼ਿਆਦਾ ਸੀ ਜਜ਼ਬਾ ਉਸ ਵੇਲੇ। I don't know what would have happened ਅਗਰ ਵੱਡਾ ਘੱਲੂਘਾਰਾ 1920-22 ਵਿੱਚ ਹੁੰਦਾ ਤੇ how people would have reacted, I don't know. So anyway, ਮੈਂ ਜੀ ਮੈਸੇਂਜਰ ਹਾਂ ਜੀ, ਮੇਰਾ ਕੰਮ ਸਿਰਫ ਤੁਹਾਨੂੰ ਦੱਸਣਾ ਹੈ ਜੀ, ਅੱਗੋਂ ਫਿਰ It was ਬਲਦੇਵ ਜੀ amazing. ਹੱਸ ਰਹੇ ਹੋ, ਤੁਸੀਂ ਮੁਸਕਰਾ ਰਹੇ ਹੋ, ਕੁਝ ਕਹਿਣਾ ਚਾਹੁੰਦੇ ਹੋ? ਵੀਰ ਜੀ, I just wanted to, ਮੈਂ ਇਹ ਸਾਰਾ ਕੁਝ ਸੁਣ ਕੇ ਮੈਨੂੰ ਇੱਕ ਚੀਜ਼ ਬੜੀ ਡੋਮੀਨੈਂਟ ਲੱਗਦੀ ਹੈ, ਉਹ ਹੈ ਕਿ ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਸੀ ਵੀਰ ਜੀ in all this. If the leadership is strong, then you tend to, just ਤੁਹਾਡੇ ਅੰਦਰ ਉਹ ਸ਼ਕਤੀ ਪੈਦਾ ਕਰ ਸਕਦੇ ਨੇ ਜੋ ਤੁਸੀਂ ਅੱਗੇ ਤੁਹਾਨੂੰ ਫੋਰਫਰੰਟ ਤੇ ਪ੍ਰੇਰਣਾ ਬੜੀ ਇੰਪੋਰਟੈਂਟ ਹੈ। ਪ੍ਰੇਰਣਾ ਬਹੁਤ ਇੰਪੋਰਟੈਂਟ ਹੈ। ਕਿਸੇ ਨੂੰ ਪ੍ਰੇਰਣਾ ਬਹੁਤ ਇੰਪੋਰਟੈਂਟ ਹੈ। ਤੁਸੀਂ ਹੁਣ ਆਏ ਹੋ ਇੱਥੇ, ਦੇਖੋ I was moved, so because of I was moved, you guys got moved. ਤੇ ਪ੍ਰੇਰਣਾ ਤੋਂ ਹੀ ਹੁੰਦਾ ਨਾ ਸਾਰਾ ਕੰਮ। ਕੋਈ ਦੱਸੇ ਹੀ ਨਾ, ਕੋਈ ਕਰੇ ਹੀ ਨਾ ਗੱਲ, ਤੇ ਫਿਰ ਕਿੰਝ ਗੱਲ ਬਣੇਗੀ? ਪਰ ਵੀਰ ਜੀ ਸਭ ਕੁਝ ਬਹੁਤ ਟੱਚਿੰਗ ਹੈਗਾ, ਬਹੁਤ ਪਤਾ ਨਹੀਂ ਕੀ ਅੰਦਰੋਂ ਕੀ ਹੁੰਦਾ ਹੈ, ਸਮਝ ਨਹੀਂ ਆਉਂਦਾ ਉਹ ਚੀਜ਼ ਨਾ। ਬਟ ਇਹ 2-3 ਦਿਨ ਤੁਹਾਡੇ ਨਾਲ it travels with you everywhere and you don't want to do things trust otherwise. me, it affects me, it affects everybody who reads, and you have to narrate these stories to your children, you have to tell your children, you have to this thing has to go with us in every single generation. ਆਪਣੇ ਬੱਚਿਆਂ ਨਾਲ ਇਹ ਗੱਲ ਸ਼ੇਅਰ ਕਰੋ ਜੋ ਸੁਣੀ ਹੈ ਮੇਰੇ ਨਾਲ। ਹਾਂਜੀ ਕਮਲਵੀਰ ਜੀ ਪਲੀਜ਼ ਸ਼ੇਅਰ ਕਰੋ ਜੀ। ਇੰਦਰਜੀਤ ਜੀ ਬੋਲ ਰਹੇ ਸਨ ਕਿ ਸ਼ੇਅਰ ਅਦਰ 2-3 ਤੁਹਾਡੇ ਨਾਲ ਗੱਲ ਕਰਕੇ, ਤੇ ਮੈਂ ਕਹਿਣਾ ਚਾਹੁੰਦਾ ਕਿ ਇੰਦਰਜੀਤ ਜੀ ਤੁਸੀਂ ਇੰਦਰਦੀਪ ਜੀ ਤੁਸੀਂ ਕਿਸੇ ਨਾਲ ਜਦ ਜੁੜੇ ਹੋਏ ਬੰਦੇ ਨਾਲ ਜੁੜੋਗੇ ਨਾ, ਤੁਹਾਡੇ ਅੰਦਰ ਆਟੋਮੈਟਿਕਲੀ ਚੇਂਜਸ ਆਣਗੇ।
ਸੁਰਿੰਦਰ ਜੁੜਿਆ ਹੋਇਆ ਅਸੀਂ no ਛੁੜਿਆ ਦੀ ਗੱਲ ਵੀਰ ਨਹੀਂ ਜੀ ਉਹ ਤੁਹਾਡੀ ਗੱਲ ਠੀਕ ਹੈਗੀ ਹੈ ਬਸ ਬਟ ਇੱਕ ਸਾਡੇ ਕੋਲ ਕੋਈ ਇੱਕ ਸੈਟ ਆਫ ਕੋਈ ਰੂਲਸ ਜਾਂ ਐਸਾ ਦੀ ਕੁਝ ਨਹੀਂ ਹੈ ਨਾ ਕਿ ਤੁਸੀਂ ਇਸੀ ਨੂੰ ਫੋਲੋ ਕਰੀ ਜਾਓ ਐਬਸੋਲੂਟਲੀ ਕੋਈ ਬੰਦਾ ਨਹੀਂ ਹੈ ਡੋਮੀਨੈਂਟ ਅੱਗੇ ਰੂਲਸ ਹੈਗੇ ਕਲੀਅਰ ਰੂਲਸ ਹੈਗੇ ਨਹੀਂ I don't mean by Guru Granth Sahib Ji rules ਤੇ setup ਨੇ ਮੇਰਾ ਮਤਲਬ ਇਹ ਕਹਿੰਦਾ ਕਿ ਕੋਈ ਡੋਮੀਨੈਂਟ ਕੋਈ ਇੱਕ ਪਰਸਨੈਲਿਟੀ ਅੱਗੇ ਫੋਰਫਰੰਟ ਤੇ ਨਹੀਂ ਹੈਗੀ ਨਾ ਜੋ ਤੁਹਾਨੂੰ ਗਾਈਡ ਕਰ ਸਕਦੀ ਹੈ ਤੁਹਾਨੂੰ ਰਾਈਟ অর ਰੌਂਗ ਡੋਮੀਨੈਂਟ ਮੋਸਟ ਡੋਮੀਨੈਂਟ ਹੈਗਾ ਸਭ ਕੁਝ ਉਹਦੇ ਚ ਹੈਗਾ ਕਿਉਂਕਿ ਤੁਸੀਂ ਨਾ ਰੀਜ਼ਨ ਡੋਮੀਨੈਂਟ ਨਹੀਂ ਤੁਹਾਨੂੰ ਲੱਗਦਾ ਮੇਬੀ ਸਿਮੀ ਜੀ ਤੁਸੀਂ ਮੇਬੀ ਕਨੈਕਟਡ ਨਹੀਂ ਬਹੁਤ ਬਾਣੀ ਨਾਲ ਕਨੈਕਟਡ ਨਹੀਂ ਹੋ ਜਾਂਦਾ ਬਾਣੀ ਨਾਲ ਜਦੋਂ ਰਿਲੇਸ਼ਨਸ਼ਿਪ ਸਟਰੋਂਗ ਹੁੰਦੀ ਹੈ ਤਾਂ ਹੀ ਗੱਲ ਬਣਦੀ ਹੈ ਉਸ ਤੋਂ ਸਿਵਾਏ ਕੁਝ ਨਹੀਂ ਹੋ ਸਕਦਾ ਉਹਦੇ ਬਿਨਾਂ ਕਰੋੜਾਂ ਕੋਸ਼ਿਸ਼ ਕਰਕੇ ਦੇਖ ਲਓ ਤੇ ਭਾਈ ਕਾਨ ਸਿੰਘ ਨਾਭਾ ਤਾਂ ਹੀ ਕਾਮਯਾਬ ਹੋਏ ਹਨ ਭਾਈ ਸਾਹਿਬ ਭਾਈ ਵੀਰ ਸਿੰਘ ਤਾਂ ਹੀ ਕਾਮਯਾਬ ਹੋਏ ਹਨ ਕਿਉਂਕਿ ਇਹ ਜੁੜੇ ਹੋਏ ਸਨ ਐਸ ਕਮਲ ਸੈਡ ਆਲਰੇਡੀ ਵਗੈਰ ਜੁੜੇ ਦੇ ਹੁਣ ਦੇ ਅਕਾਲੀ ਲੀਡਰ ਕਿਉਂ ਨਹੀਂ ਕਰ ਸਕਦੇ ਹੁਣ ਬਾਦਲਸ ਕਿਉਂ ਨਹੀਂ ਕਿਸੇ ਨੂੰ ਕਰ ਸਕਦੇ ਬਾਦਲ ਦੀ ਸਪੀਚ ਸੁਣ ਕੇ ਤੁਹਾਨੂੰ ਵਿਰਾਗ ਤੇ ਨਹੀਂ ਆਏਗਾ ਕਦੀ ਕਿਸੇ ਨੂੰ ਕਿਉਂ ਨਹੀਂ ਆਏਗਾ ਕਿਉਂਕਿ ਉਹ ਕਰਤਾਰ ਸਿੰਘ ਵਰੇ ਨਹੀਂ ਹਨ ਨਾ ਉਹ ਉਹਨਾਂ ਵਰਗੇ ਨਹੀਂ ਹਨ ਜੋ ਪਹਿਲੇ ਸਨ ਬੰਦੇ ਹੁਣ ਤੇਜਾ ਸਿੰਘ ਸਮੁੰਦਰੀ I don't know whether I've ever talked about him or not maybe I will talk about him ਇੱਕ ਦਿਨ ਮੈਂ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਸਮੁੰਦਰੀ ਬਾਰੇ ਗੱਲ ਕਰਾਂਗਾ ਉਹਨਾਂ ਵਰਗੇ ਕੋਈ ਹੈ ਲੀਡਰ ਕੋਈ ਹੁਣ ਦੱਸੋ ਮੈਨੂੰ ਇੱਕ ਵੀ ਹੋਏ ਉਹਨਾਂ ਵਰਗਾ ਉਹਨਾਂ ਦੇ ਨਾਂ ਦੇ ਉੱਤੇ ਬੜਾ ਵੱਡੀ ਬਿਲਡਿੰਗ ਹੈ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਮੈਂ I will talk about it one day I will let you guys know ਵੀ ਕਿਸ ਤਰ੍ਹਾਂ ਦੀ ਤਬੀਅਤ ਦੇ ਮਾਲਕ ਸਨ ਹੈ ਨਾ ਉਹ ਨਹੀਂ ਹੈ ਨਾ ਉਹ ਜੀ and this goes back to the question ਜਿਨ੍ਹਾਂ ਨੇ ਪੁੱਛਿਆ ਸੀ ਐਕਟਿਵਿਜ਼ਮ ਬਾਰੇ ਉਹ ਐਕਟਿਵਿਜ਼ਮ ਉਹੀ ਹੈ ਜਿਹੜੀ ਐਕਟਿਵਿਜ਼ਮ ਜਿਹੜੇ ਗੁਰੂ ਦੇ ਥੱਲੇ ਜਿਹੜੀ ਐਕਟਿਵਿਜ਼ਮ ਹੈ ਨਾ ਜਿਹੜੀ ਉਹ ਐਕਟਿਵਿਜ਼ਮ ਪ੍ਰਵਾਨ ਹੈ ਇਸ ਘਰ ਵਿੱਚ ਉਹ ਕੋਈ ਐਕਟਿਵਿਜ਼ਮ ਪ੍ਰਵਾਨ ਨਹੀਂ ਇਹ ਐਕਟਿਵਿਜ਼ਮ ਉਹੀ ਪ੍ਰਵਾਨ ਹੈ ਤਾਂ ਹੀ ਸਾਰੀ anyway I'm very happy that I shared all and I feel good about it ਕਿ at least ਪਰ ਇਹ ਗੱਲ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਜਿੱਥੇ ਮਿਲਦੇ ਉੱਥੇ ਸ਼ੇਅਰ ਕਰਿਆ ਕਰੋ tell them what goes on tell them why this is important ਕਿਸੇ ਜੂਇਸ਼ ਬੱਚੇ ਨੂੰ ਪੁੱਛ ਕੇ ਦੇਖੋ ਕਮਲ ਸਭ ਕੁਝ ਪਤਾ ਉਹਨੂੰ ਹੋਲੋਕਾਸਟ ਬਾਰੇ ਛੋਟੇ ਤੋਂ ਛੋਟੇ ਬੱਚੇ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹਰ ਹਫਤੇ ਹਰ ਸੈਟਰਡੇ ਸੰਡੇ ਜਦੋਂ ਲੋਕ ਜਾਂਦੇ ਨੇ ਸਿਨਾਗੋਗ ਉਹਨਾਂ ਨੂੰ ਇਹ ਐਜੂਕੇਸ਼ਨ ਦਿੱਤੀ ਜਾਂਦੀ ਹੈ ਕੀ ਹੋਇਆ ਸਾਡੇ ਨਾਲ ਤਾਂ ਹੀ ਸੁਰਿੰਦਰ ਜੀ ਕਹਿੰਦੇ ਨਾ ਕਿ ਬੱਚੇ ਨੂੰ ਕਦੋਂ ਸਿੱਖੀ ਦੀ ਸਿੱਖਿਆ ਦੇਣੀ ਚਾਹੀਦੀ ਹੈ ਕਹਿੰਦੇ ਉਹਦੇ ਜਨਮ ਤੋਂ 20 ਸਾਲ ਪਹਿਲੇ ਦੈਟਸ ਰਾਈਟ ਮਾਪਿਆਂ ਨੂੰ ਪਤਾ ਹੋਏਗਾ ਤਾਂ ਹੀ ਤੇ ਉਹ ਅੱਗੇ ਦੇਣਗੇ ਸ਼ੁਰੂ ਤੋਂ ਇਹ ਗੱਲ ਸਿਆਣੇ ਪਿਆ ਕਰਦੇ ਸਨ ਨਾ ਕਿ ਗੁਰਮਤਿ ਦੀ ਵਿਦਿਆ ਕਦਨ ਬਚਪਨ ਤੋਂ ਦਿੱਤੀ ਜਾਣੀ ਚਾਹੀਦੀ ਹੈ ਕਹਿੰਦੀ ਜਨਮ ਹੋਣ ਤੋਂ 15-20 ਸਾਲ ਪਹਿਲੇ 20 ਸਾਲ ਪਹਿਲੇ so ਇਹ ਪੁਰਾਣੇ ਕੀ ਕਰਦੇ ਸਨ ਇਹ ਸਿਆਣੇ ਸਨ ਨਾ ਸਿੱਖ ਉਸ ਵੇਲੇ they were really they knew what they were doing anyway ਚਲੋ ਜੀ ਮੈਂ ਚੱਲਿਆ ਹੁਣ ਮੈਂ 5 ਮਿੰਟ ਦੀ ਬ੍ਰੇਕ ਲਵਾਂਗਾ 6 ਮਿੰਟ ਦੀ ਬਿਕਾਜ਼ ਆਸਾ ਦੀ ਵਾਰ ਦੀ ਅਗਲੀ ਕਲਾਸ ਹੈ ਸੋ ਅੱਜ ਮੇਰਾ ਉੱਥੇ ਹੀ ਬੜਾ ਟਾਈਮ ਲੱਗਣਾ ਸੋ ਆਈਵ ਗਾਟ ਟੂ ਹੈਵ ਦ ਮੈਂਟਲ ਸਟਰੈਂਥ ਐਂਡ ਫਿਜ਼ੀਕਲ ਸਟਰੈਂਥ ਵਿਦ ਮੀ ਟੂ endure that ਔਰ ਮੈਂ ਇੱਕ ਗੱਲ ਹੋਰ ਸ਼ੇਅਰ ਕਰ ਲਾਂ ਕਿ ਜ਼ਿੰਦਗੀ ਬੜੀਆਂ ਚੀਜ਼ਾਂ ਮੈਂ ਸਿੱਖੀਆਂ ਐਂਡ ਚਨੀ ਦੀਦੀ ਸਮਾਈਲਿੰਗ ਐਟ ਮੀ ਆਈ ਕੈਨ ਸੀ ਹਰ ਫੇਸ ਸਭ ਤੋਂ ਮੁਸ਼ਕਿਲ ਚੀਜ਼ ਮੈਂ ਆਪਣੀ ਜ਼ਿੰਦਗੀ ਸਿੱਖੀ ਹੈ ਨਾ ਜਿਹੜੀ more difficult than any CPA exam, more difficult than doing any graduate school education, anything, is learning how to sing Asa Ki War in rags. I tell you, sab to zyada challenging और परमात्मा जिसनु दवे ए वाला गुण किसे नु देवे सानू आप सिखण च 2-2.5 साल लगे सिखण नु ਅੱਜ ਤੋਂ ਲੈ ਕੇ ਅੰਤ ਤੱਕ ਔਖੀ ਘਾਟੀ ਹੋਰ ਡਿਫਿਕਲਟ ਹੈ ਸੋ ਬਿਕਾਜ਼ ਅਸੀਂ ਬੜੀ ਵਾਰੀ ਗਾ ਚੁੱਕੇ ਹਾਂ ਪਰ ਮੈਨੂੰ ਹੁਣ ਇਸ ਸੰਡੇ ਦਾ ਡਰ ਹੈ ਚੰਨੀ ਦੀਦੀ ਕਿ ਅਸੀਂ ਸਾਲ ਤੋਂ ਗਾਈ ਨਹੀਂ 1 ਸਾਲ ਹੋ ਗਿਆ ਔਰ ਜਦੋਂ ਗੁਰਦੁਆਰੇ ਮਿਲਦੇ ਸੀ ਹਰ ਸੰਡੇ ਬਲਦੇਵ ਜੀ ਸਮਾਈਲ ਕਰਦੇ ਤਾਂ ਤੇ ਮੇਰੇ ਹੱਥ ਡੰਡਾ ਹੁੰਦਾ ਸੀ ਤੇ ਮੈਂ ਤੇ ਫਿਰ ਮਤਲਬ 3-3 4-4 ਪ੍ਰੈਕਟਿਸ ਸੈਸ਼ਨ ਸਕੇਡਿਊਲ ਕਰਨੇ ਵੀਕਡੇਜ਼ ਨੂੰ ਵੀ can you imagine people used to come on weekdays I didn't give them a choice I said you have to come and they used to come and 4-4 5-5 6-6 ਘੰਟੇ ਅਸੀਂ and sometimes and ਹਰਪ੍ਰੀਤ ਦੀਦੀ smiling ਬਲਦੇਵ ਜੀ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ ਅਸੀਂ ਇੱਕ ਵਾਰੀ ਕਲਾਸ ਵਿੱਚ ਬੜੀ ਵਾਰੀ ਅਸੀਂ ਮੌਕ ਆਸਾ ਦੀ ਵਾਰ ਪੂਰੀ ਚੌਕੀ ਆਸਾ ਦੀ ਵਾਰ ਕਲਾਸ ਲਗਾਈ ਹੈ 2.5 ਘੰਟੇ ਦੀ to see how it goes so ਕਈ ਵਾਰੀ ਅਸੀਂ ਸ਼ਾਮੀ Wednesday from 4 PM to 6 PM 4 PM to 7 PM ਪੂਰੀ ਆਸਾ ਕੀ ਵਾਰ ਕਲਾਸ ਗਾਣੀ ਅਸੀਂ ਸਾਰੀ
ਸੋ ਇਹ ਡਿਫਿਕਲਟ ਚੌਂਕੀ ਹੈ ਕੀਰਤਨ ਦੀ। 2.5 ਘੰਟੇ ਕਨਸੈਂਟਰੇਸ਼ਨ ਰੱਖਣੀ, 2.5 ਘੰਟੇ ਰਾਗਾਂ ਦਾ ਖਿਆਲ ਰੱਖਣਾ, ਤਾਲ ਦਾ ਖਿਆਲ ਰੱਖਣਾ। ਸੋ ਇਸ ਵਾਰੀ ਥੋੜੀ ਚੀਟਿੰਗ ਹੋ ਜਾਏਗੀ ਬਿਕਾਜ਼ ਨੋਬਡੀ ਆਈ ਐਮ ਨਾਟ ਬੀ देयर ਵਾਚਿੰਗ them what they are doing। ਸੋ ਹੁਣ ਮੈਨੂੰ ਬੜਾ ਅਰਦਾਸ ਹੈ ਮੇਰੀ ਸਭ ਠੀਕ ਹੋ ਜਾਏ ਸਾਰਾ ਕੰਮ। ਪਰ ਬਲਦੇਵ ਜੀ ਤੁਸੀਂ ਆਪਣੀ ਗੁਰਦੁਆਰੇ ਦੀ ਵੀ ਅਗਰ ਹੋ ਸਕੇ ਦੇ ਵੀਰ ਜੀ ਤੁਸੀਂ ਵਰਿੰਦਰ ਵੀਰ ਜੀ ਨੂੰ ਕਹਿ ਕੇ ਤੁਸੀਂ ਗੁਰਦੁਆਰੇ ਦੀ ਵੀ ਉਹਦੇ ਪਾ ਦੇਣਾ ਕਿ ਆਸਾ ਦੀ ਵਾਰ ਦੇ ਕੀਰਤਨ ਖਾਲਸਾ ਕੇਅਰ ਫਾਊਂਡੇਸ਼ਨ ਵਰਗੋਂ ਉਹਨਾਂ ਦੇ ਜੱਥਾ ਜਿਹੜਾ ਹੈ ਕੀਰਤਨ ਕਰ ਰਿਹਾ ਹੈ ਸੰਡੇ ਸਵੇਰੇ 7:30 ਵਜੇ। ਤੁਸੀਂ ਮਿਊਟਡ ਹੋ ਵੀਰ ਜੀ, ਤੁਸੀਂ ਆਵਾਜ਼ ਨਹੀਂ ਆ ਰਹੀ ਤੁਹਾਡੀ, ਤੁਸੀਂ ਮਿਊਟਡ ਹੋ। ਵੀਰ ਜੀ ਜ਼ੂਮ ਤੇ ਕਰੋਗੇ ਆਸਾ ਦੀ ਵਾਰ ਦਾ ਕੀਰਤਨ? ਹਾਂਜੀ ਜ਼ੂਮ ਤੇ ਕਰਾਂਗੇ ਜੀ। 7:30 ਤੋਂ ਸਟਾਰਟ? 7:30 ਤੋਂ ਲੈ ਕੇ 9:30 ਤੱਕ ਕਰਾਂਗੇ ਵੀਰ ਜੀ। ਠੀਕ ਹੈ ਜੀ। 10 ਵੱਜ ਜਾਣ, ਅੱਧਾ ਘੰਟਾ ਚਾਹੇ ਐਕਸਟਰਾ ਲੱਗ ਜਾਏ। ਠੀਕ ਹੈ, ਮੈਂ ਭਾਈ ਵਿੰਦਰ ਸਿੰਘ ਹੋਣਾ ਕਹਾਂਗੇ ਉਹ ਆਪਣੇ ਈਮੇਲ ਪਾ ਦੇਣਗੇ। ਠੀਕ ਹੈ ਜੀ। ਹਾਂਜੀ ਜਿਨ whoever wants to listen can come but ਇਹ ਪਹਿਲੀ ਵਾਰੀ ਜ਼ੂਮ ਤੇ ਕਰਦੇ ਪਏ। ਮੈਂ ਕਮਲ ਸਵੀਟੀ ਨਾਲ ਬੜੀ ਸਲਾਹ ਕੀਤੀ, ਸਰਪ੍ਰੀਤ ਦੀਦੀ ਨਾਲ ਵੀ ਕੀਤੀ। ਮੈਨੂੰ ਡਰ ਹਾਲੇ ਵੀ ਲੱਗਦਾ ਪਿਆ ਕਿ ਆਈ ਹੋਪ ਇਟ ਗੋਜ਼ ਓਕੇ, ਆਈ ਹੋਪ ਇਟ ਗੋਜ਼ ਓਕੇ। ਹੁਣ ਪਰ ਜੋ ਗੁਰੂ ਕਰਵਾਏਗਾ ਆਈ ਹੋਪ ਐਵਰੀਥਿੰਗ ਵਿਲ ਗੋ ਓਕੇ। ਸੋ ਇਹਨਾਂ ਨੇ ਜ਼ੂਮ ਐਡ ਕਰਨੀ ਵੀਰ ਜੀ ਨਾਲ ਕਰਨਾ ਪੈਣਾ ਕੰਟੈਕਟ। ਥੈਂਕ ਯੂ ਜੀ, ਨਾਈਸ ਟੂ ਸੀ ਯੂ ਭਾਈ ਸੁੰਦਰ ਸਿੰਘ ਜੀ ਬੈਕ। ਥੈਂਕ ਯੂ ਜੀ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ ਮੈਂ ਚੱਲਿਆ ਜੀ, ਹੁਣ 10:43 ਹੋ ਗਏ। I'm going to go and take a 5-minute quick break and I'll see everybody at 10:50.